जी का खालसा, वाहिगुरू जी की फतेह। वाहिगुरू साहिब जीओ। बादशाह दरवेश गुरु गोबिंद सिंह, हक हक अंधेश गुरु गोबिंद सिंह। भूले मार्ग जिन है बताया, ऐसा गुर बड़ भागी पाया। दुकालं परनासी दयालं स्वरूपे, सदा अंग संगे अपंगं विभूते। कहाँ बुद्ध प्रभ तुझ हमारी, बरन सकै महिमा जो तिहारी। हम ना सकत कर सिफत तुम्हारी, आप लेहो तुम कथा सुधारी। गुरता गद्दी ते विराजमान दसां पातशाहियां दे सरूप धन धन श्री गुरु ग्रंथ साहिब जी महाराज सच्चे पातशाह जी आप जी दे सजे हुए दीवान विच सुभाएमान सत्कारयोग गुरु खालसा साध संगत जीओ। सारे एक बारी मनोबिरतियां नूं इकागर करके गुरु फतेह दी सांझ करो। वाहिगुरू जी का खालसा, वाहिगुरू जी की फतेह। आप जी समूह नगर निवासी बड़ा पिंड सतगुरु जी दे लालां दी शहादत, ਸਿੰਘਾਂ ਦੀ शहादत, गुरु साहब जी दे कारनामे जो इन्हां दिनां दे विच होए हन, आप जी उस याद विच जुड़ बैठे हो। गुरबाणी कीर्तन द्वारा कविता द्वारा बच्चियां ने आप जी नूं उस समय दा दृश दिखाउण दी कोशिश कीती है। ये कौम दी विरासत है। जदों भी ये दिन आउंदे ने, जदों ये पोह दे दिन आउंदे हन, कुदरती तौर ते पंजाब विच, पंजाब तो बाहर जिथे भी गुरु नानक नाम लेवा है, सतगुरां दी इस महान कुर्बानी नूं हर एक थां ते सिख याद करदा है। क्योंकि ये लासानी शहादतां हन, अदुੱਤੀ हन, जिन्हां दी व्याख्या भी बड़ी औखी है। शहादतां ये देनियां एक अलग गल है, पर उन्हां नूं बयान करना ये भी बड़ा कठिन है। सतगुरां ने मीरी ते पीरी दा सिद्धांत सानूं दिता है। जे कल्ली पीरी रवे फिर दुनिया के लोग कभी विरोध नहीं करते। जदों किसी के अंदर सच प्रगट हुंदा है, गुरु का शब्द प्रगट हुंदा है, तो उहदे नाल ही उहदे अंदर एक गुण पैदा हुंदा, उहनूं कहंदे ने बेपरवाही।
ਉਹ ਮਨੁੱਖ ਬੇਪਰਵਾਹ ਹੋ ਜਾਂਦਾ ਹੈ। ਹੰਕਾਰੀ ਨਹੀਂ, ਹੰਕਾਰ ਇੱਕ ਅਲੱਗ ਤੋਂ ਰੋਗ ਹੈ। ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਪਰ ਬੇਪਰਵਾਹੀ ਇੱਕ ਬੜਾ ਸੋਹਣਾ ਸੁੰਦਰ ਗੁਣ ਹੈ। ਬਾਣੀ ਵਿੱਚ ਬਚਨ ਆਉਂਦੇ ਨੇ, ਸੰਤਨ ਅਵਰ ਨਾ ਕਾਹੂ ਜਾਨੀ। ਰੱਬ ਦੇ ਪਿਆਰਿਆਂ ਨੇ ਕਦੀ ਰੱਬ ਤੋਂ ਬਿਨਾਂ ਹੋਰ ਕਿਸੇ ਦੀ ਪਰਵਾਹ ਹੀ ਨਹੀਂ ਕੀਤੀ। ਅਤੇ ਜਦੋਂ ਉਹਨਾਂ ਨੇ ਪਰਵਾਹ ਨਹੀਂ ਕੀਤੀ, ਫਿਰ ਇੱਥੋਂ ਦੇ ਜਿਹੜੇ ਹੰਕਾਰੀ ਬੰਦੇ ਨੇ ਉਹਨਾਂ ਨੂੰ ਇਹ ਗੱਲ ਚੁੱਭਦੀ ਹੈ। ਸੰਤਨ ਅਵਰ ਨਾ ਕਾਹੂ ਜਾਨੀ, ਉਹਨਾਂ ਨੇ ਕਦੀ ਕਿਸੇ ਦੀ ਪਰਵਾਹ ਹੀ ਨਹੀਂ ਕੀਤੀ ਅਕਾਲ ਪੁਰਖ ਤੋਂ ਬਿਨਾਂ। ਬੇਪਰਵਾਹ ਸਦਾ ਰੰਗ ਹਰ ਕੈ, ਜਾਂ ਕੋ ਪਾਕ ਸੁਆਮੀ। ਉਹਨਾਂ ਵਿੱਚ ਬੇਪਰਵਾਹੀ ਦਾ ਆਲਮ ਛਾ ਜਾਂਦਾ ਹੈ, ਅਤੇ ਬੇਪਰਵਾਹੀ ਫਿਰ ਬੇਚਿੰਤਤਾਈ ਨੂੰ ਜਨਮ ਦਿੰਦੀ ਹੈ, ਅਤੇ ਬੇਚਿੰਤਤਾਈ ਦੇ ਵਿੱਚ ਖੁਸ਼ੀ ਪੈਦਾ ਹੁੰਦੀ, ਅੰਦਰੋਂ ਆਨੰਦ ਪੈਦਾ ਹੁੰਦਾ। ਇਹ ਕੋਈ ਸ਼ਹਾਦਤਾਂ ਕੋਈ ਗਮ ਦੀਆਂ ਨਹੀਂ। ਕਈ ਵਾਰੀ ਆਪਾਂ ਕਹਿ ਦਿੰਦੇ ਹਾਂ, ਕਿਤੇ ਸਮਾਗਮ ਹੋਵੇ, ਵਿਚਾਰ ਕਰਦੇ ਨੇ ਆਪੋ ਆਪਣੇ ਖਿਆਲ ਨੇ ਵੀ ਵੇਖੋ ਜੀ ਸ਼ਹੀਦਾਂ ਦੀ ਯਾਦ ਦੇ ਵਿੱਚ ਇਹ ਖੀਰ ਬਣੀ ਹੋਈ ਹੈ, ਲਾਲਾਂ ਦੀ ਯਾਦ ਦੇ ਵਿੱਚ। ਕੋਈ ਆਪਣੇ ਨਿੱਜੀ ਤੌਰ 'ਤੇ ਕੋਈ ਉਹਨਾਂ ਨੂੰ ਯਾਦ ਕਰੇ, ਭਾਵੇਂ ਕਈ ਗੁਰਸਿੱਖ ਜ਼ਮੀਨ 'ਤੇ ਸੌਂਦੇ ਨੇ, ਉਹ ਮੁਬਾਰਕ ਹੈ, ਉਹਨਾਂ ਦਾ ਆਪਣਾ ਵਿਸ਼ਾ ਹੈ। ਕਈ ਲੋਕ ਇਹ ਵੀ ਕਹਿੰਦੇ ਨੇ ਵੀ ਜੇ ਆਪਣੇ ਘਰ ਦੇ ਵਿੱਚ ਕੋਈ ਸਰੀਰ ਚੜ੍ਹਾਈ ਕਰ ਜਾਏ ਤਾਂ ਆਪਾਂ ਕਿਹੜਾ ਖੁਸ਼ੀ ਪਕਵਾਨ ਬਣਾ ਕੇ ਖਾਂਦੇ ਹਾਂ। ਪਰ ਕਦੀ ਇਹ ਨਹੀਂ ਸੋਚਦੇ ਵੀ ਆਮ ਬੰਦੇ ਦੇ ਚਲਾਣੇ ਕਰਨ ਵਿੱਚ ਅਤੇ ਲਾਲਾਂ ਦੇ ਸ਼ਹੀਦ ਹੋਣ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਉਹਨਾਂ ਦੀ ਸ਼ਹੀਦੀ ਆਮ ਬੰਦੇ ਵਰਗੀ ਨਹੀਂ ਹੈ। ਇੱਥੋਂ ਤੱਕ ਵੀ ਕਬੀਰ ਜੀ ਬਾਣੀ ਵਿੱਚ ਇੱਕ ਸੰਤ ਦੇ ਜਾਣ ਦੀ ਗੱਲ ਕਰਦੇ, ਜਦੋਂ ਇੱਕ ਸਾਧੂ ਇਸ ਜ਼ਮੀਨ ਤੋਂ ਵਿਦਾ ਹੁੰਦਾ, ਜਦੋਂ ਜਾਂਦਾ ਹੈ, ਅਤੇ ਆਮ ਬੰਦਾ ਜਾਂਦਾ, ਉਹਦੇ ਵਿੱਚ ਕਿੰਨਾ ਫਰਕ ਹੈ। ਉਹ ਕਹਿੰਦੇ ਨੇ ਕਬੀਰ ਸੰਤ ਮੁਵੇ ਕਿਆ ਰੋਈਐ। ਦੁਨੀਆ ਦਾ ਬੰਦਾ ਰੋਵੇ ਮਰੇ ਤੇ ਕਹਿੰਦੇ ਰੋਂਦੇ ਨੇ ਲੋਕ, ਉਹਨੂੰ ਕੋਈ ਆਪਣਾ ਪਰਿਵਾਰ ਦਾ ਜੀਅ ਹੈ। ਪਰ ਸਾਧੂ ਮਰੇ ਕਹਿੰਦੇ ਰੋਣਾ ਨਹੀਂ ਚਾਹੀਦਾ। ਕਾਰਨ ਕੀ ਹੈ? ਕਬੀਰ ਸੰਤ ਮੁਵੇ ਕਿਆ ਰੋਈਐ, ਕਿਉਂਕਿ ਜੋ ਆਪਣੇ ਗ੍ਰਹਿ ਜਾਏ, ਗ੍ਰਹਿ ਮੈਨੇ ਘਰ, ਉਹਦਾ ਤੇ ਘਰ ਅੱਗੇ ਬਣਿਆ ਹੋਇਆ। ਮੈਂ ਪਿਛਲੇ ਦਿਨਾਂ ਤੋਂ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀ ਭਰ ਰਿਹਾ, ਲਗਾਤਾਰ ਹੀ ਤਕਰੀਬਨ 10-15 ਦਿਨਾਂ ਤੋਂ ਸਾਹਿਬਜ਼ਾਦਿਆਂ ਦੀ, ਔਰ ਇਹ ਪਿਆਰ ਵੀ ਇਹ ਆਪਣੇ ਕੀਰਤਨੀ ਸਿੰਘਾਂ ਨੇ, ਭਾਈ ਸਾਹਿਬ ਨੇ ਕਿਹਾ ਵੀ ਤਰਕ ਦੀ ਗੱਲ ਕੀਤੀ ਹੈ। ਵੇਖੋ ਕਿੰਨਾ ਤਰਕ ਅੱਜ ਕੱਲ੍ਹ ਚੱਲ ਰਿਹਾ, ਪਰ ਭਾਵਨਾ ਨੂੰ ਕੋਈ ਫਰਕ ਨਹੀਂ ਪੈ ਰਿਹਾ। ਮੈਂ ਵੇਖ ਰਿਹਾ, ਮੈਂ ਸੋਚਣਾ ਚਲੋ ਸਾਨੂੰ ਸਾਡੀ ਡਿਊਟੀ ਹੈ, ਜੇ ਕੋਈ ਗੁਰੂ ਦੀ ਗੱਲ ਦੇ ਉੱਤੇ ਤਰਕ ਕਰਦਾ ਤੇ ਉਹਨੂੰ ਜਿੰਨਾ ਕੁ ਹੋ ਸਕੇ, ਜਿੰਨੀ ਮੱਤ ਗੁਰੂ ਨੇ ਦਿੱਤੀ, ਉਹਦਾ ਕੁਝ ਨਾ ਕੁਝ ਜਵਾਬ ਦੇਣਾ ਚਾਹੀਦਾ, ਵੀ ਕਿਤੇ ਸੰਗਤ ਦੇ ਮਨ ਦੀ ਭਾਵਨਾ ਨੂੰ ਇਹ ਬੰਦੇ ਸੱਟ ਨਾ ਮਾਰ ਜਾਣ। ਪਰ ਹੁਣ ਜਦੋਂ ਮੈਂ ਵੇਖਣਾ, ਪਿਛਲੇ ਦਿਨਾਂ ਵਿੱਚ ਮੋਰਚਾ ਲੱਗਾ ਹੋਇਆ, ਕਿਸਾਨ ਮੋਰਚਾ, ਮੈਂ ਦਿੱਲੀ ਗਿਆ ਅਤੇ ਸਿੰਘ ਗੱਲਾਂ ਕਰਦੇ ਆਪਸ ਵਿੱਚ ਵੀ ਇਸ ਵਾਰੀ ਜਿਹੜਾ 13 ਪੋਹ ਦਾ ਫਤਿਹਗੜ੍ਹ ਸਾਹਿਬ ਦਾ ਜੋੜ ਮੇਲਾ, ਉਹਦੇ 'ਤੇ ਸੰਗਤ ਨੂੰ ਕੁਝ ਫਰਕ ਪਏਗਾ, ਕਿਉਂਕਿ ਸੰਗਤ ਸਾਰੀ ਉੱਥੇ ਚਲੀ ਗਈ। ਪਰ ਉੱਥੇ ਜਾ ਕੇ ਵੇਖੋ ਸੰਗਤ ਨੂੰ ਕੋਈ ਫਰਕ ਨਹੀਂ, ਅੱਗੇ ਨਾਲੋਂ 10 ਜ਼ਿਆਦਾ ਹੀ ਹੋਣਗੇ, ਘੱਟ ਨਹੀਂ ਉੱਥੇ। ਹਾਲਾਂਕਿ ਉੱਥੇ ਕਿਸੇ ਨਹੀਂ, ਇੱਥੇ ਤਾਂ ਚਲੋ ਕੋਈ ਕਹਿੰਦਾ ਨਾ ਫਲਾਣੇ ਨੂੰ ਸੁਣਨ ਆਇਆ ਮੈਂ, ਫਲਾਣੇ ਨੂੰ, ਚਲੋ ਸਤਿਕਾਰ ਦਿੰਦੀ ਹੈ ਸੰਗਤ ਬੁਲਾਰਿਆਂ ਨੂੰ। ਪਰ ਉੱਥੇ ਕੌਣ ਕਿਹਨੂੰ ਸੁਣ ਗਿਆ? ਉੱਥੇ ਦਾ ਪਤਾ ਨਹੀਂ ਕਿੰਨੇ ਕੁ ਬੁਲਾਰੇ ਲਾਈਨਾਂ ਵਿੱਚ ਲੱਗੇ ਹੋਏ ਨੇ ਮੱਥੇ ਟੇਕਣ ਵਾਸਤੇ। ਕਿਹਨੂੰ ਸੁਣ ਗਿਆ? ਉਸ 7 ਤੇ 9 ਸਾਲ ਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਸੁਣ ਗਏ ਨੇ ਲੋਕ, ਉਹਨਾਂ ਦੀ ਕੁਰਬਾਨੀ ਨੂੰ ਸੁਣਨ ਵਾਸਤੇ ਗਏ ਨੇ। ਜਜ਼ਬਾਤ ਇਹ ਭਾਵਨਾ। ਠੀਕ ਹੈ, ਗਿਆਨ ਦੀ ਲੋੜ ਹੈ। ਗਿਆਨ ਸਿੱਖੀ ਦੇ ਵਿੱਚ
ਪਿਆਰ ਤੋਂ ਬਾਅਦ ਆਵੇ ਤੇ ਉਹਨੂੰ ਚੰਗਾ ਗਿਆਨ ਮੰਨਿਆ ਗਿਆ। ਪਿਆਰ ਤੋਂ ਬਿਨਾਂ ਗਿਆਨ ਆ ਜਾਏ ਤੇ ਉਹਨੂੰ ਨਿਕੰਮਾ ਗਿਆਨ ਮੰਨਿਆ ਗਿਆ। ਪਿਆਰ ਆਇਆ ਨਹੀਂ ਤੇ ਗਿਆਨ ਆ ਗਿਆ, ਕੰਮ ਖਰਾਬ ਹੋ ਗਿਆ। ਪਰ ਪਹਿਲਾਂ ਜੇ ਅੰਦਰ ਨਾਮ ਹੈ ਤੇ ਬੰਦਗੀ ਹੈ ਤੇ ਸੇਵਾ ਹੈ ਤੇ ਗੁਰੂ ਤੇ ਭਰੋਸਾ ਹੈ ਤੇ ਸਤਿਗੁਰੂ ਨੂੰ ਸਿਰ ਦਿੱਤਾ ਹੋਇਆ ਤੇ ਫਿਰ ਗਿਆਨ ਆਇਆ ਤੇ ਗਿਆਨ ਸੋਨੇ ਤੇ ਸੁਹਾਗਾ। ਇਹ ਨਹੀਂ ਵੀ ਗਿਆਨ ਹੈ ਨਹੀਂ ਹੈ। 1430 ਅੰਗ ਗਿਆਨ ਹੀ ਹੈ ਨਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰੂਪ ਦੇ ਵਿੱਚ। ਮੈਂ ਆਪ ਜੀ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਸੰਤ ਸਿਪਾਹੀ ਸਰੂਪ ਦੀ ਗੱਲ ਕਰਨੀ ਹੈ ਥੋੜ੍ਹੇ ਟਾਈਮ ਦੇ ਵਿੱਚ, ਪਰ ਮੈਂ ਗਿਆਨ ਦੀ ਗੱਲ ਤੁਹਾਡੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਲਿਖੀ ਹੋਈ ਬਾਣੀ ਦੇ ਵਿੱਚੋਂ ਹੀ ਇੱਕ ਸ਼ਬਦ ਦੇ ਵਿੱਚੋਂ ਹੀ ਕਰ ਦੇਣਾ ਵੀ ਗਿਆਨ ਕਦੋਂ ਜਾ ਕੇ ਆਉਂਦਾ ਸਿੱਖ ਦੇ ਵਿੱਚ, ਤੇ ਉਹ ਗੁਰੂ ਪ੍ਰਵਾਨ ਕਰਦਾ, ਦੂਜੀਆਂ ਗੱਲਾਂ ਨਹੀਂ ਪ੍ਰਵਾਨ ਕਰਦਾ। ਮਹਾਰਾਜ ਦਾ ਇੱਕ ਬਚਨ ਹੈ, ਮੈਂ ਉਸ ਮਨੁੱਖ ਨੂੰ ਧਨਤਾ ਦੇ ਯੋਗ ਕਹਿਣਾ ਜਿਹਦੇ ਕੋਲ ਦੋ ਚੀਜ਼ਾਂ ਹਨ। ਉਹ ਕਿਹੜੀਆਂ ਕਿਹੜੀਆਂ ਨੇ? ਇੱਕ ਤੇ ਉਹਦੀ ਰਸਨਾ ਤੇ ਅਕਾਲ ਪੁਰਖ ਦਾ ਨਾਮ ਹੈ, ਤੇ ਇੱਕ ਉਹਦੇ ਮਨ ਦੇ ਵਿੱਚ ਸੰਘਰਸ਼ ਹੈ। ਇੱਕ ਉਹ ਸੰਘਰਸ਼ ਕਰਦਾ, ਯੁੱਧ ਕਰਦਾ, ਮਨ ਦੇ ਵਿੱਚ ਯੁੱਧ ਦੀ ਵਿਚਾਰ ਕਰਦਾ। ਇੱਥੇ ਬਚਨ ਧਿਆਨ ਨਾਲ ਸੁਣਨਾ। ਧਨ ਜੀਓ ਤੇ ਕੋ ਜਗ ਮੈਂ, ਮੁਖ ਤੇ ਹਰ ਚਿੱਤ ਮੈਂ ਯੁੱਧ ਵਿਚਾਰੈ। ਕਲਗੀਧਰ ਪਾਤਸ਼ਾਹ ਜੀ ਕਹਿੰਦੇ ਧਨਤਾ ਦੇ ਯੋਗ ਹੈ ਉਹ ਮਨੁੱਖ ਜਿਹਦੀ ਮੁਖ ਤੇ ਹਰ, ਜਿਹਦੀ ਰਸਨਾ ਤੇ ਨਾਮ ਹੈ। ਵੇਖੋ ਪਹਿਲਾਂ ਸੰਤ ਦੀ ਗੱਲ ਕਰਦੇ ਨੇ, ਸਿਪਾਹੀ ਦੀ ਬਾਅਦ ਵਿੱਚ ਕਰਦੇ। ਪਹਿਲਾਂ ਇਹ ਨਹੀਂ ਕਿਹਾ ਯੁੱਧ, ਪਹਿਲਾਂ ਕਿਹਾ ਮੁਖ ਤੇ ਹਰ, ਫਿਰ ਕਿਹਾ ਚਿੱਤ ਮੈਂ ਯੁੱਧ ਵਿਚਾਰੈ। ਯੁੱਧ ਅੱਗੇ ਆਇਆ, ਕਿਉਂਕਿ ਯੁੱਧ ਦਾ ਬੇਸ ਜਿਹੜਾ ਨਾ ਹਰ ਇੱਕ ਥਾਂ ਤੇ ਗੁਰਮਤਿ ਵਿੱਚ ਸਿਪਾਹੀ ਦਾ ਜਾਂ ਕੋਈ ਵੀ ਗੋਣੇ ਬਾਹਰਲਾ, ਭਾਵੇਂ ਸਮਾਜ ਦੀ ਸੇਵਾ ਜਾਂ ਕੋਈ ਸੰਘਰਸ਼ ਕਿਸੇ ਵੀ ਪ੍ਰਕਾਰ ਦਾ, ਉਹਦੀ ਜੜ ਦੇ ਵਿੱਚ ਸੰਤਤਾਈ ਹੋਣੀ ਬੜੀ ਜ਼ਰੂਰੀ ਹੈ। ਜੇ ਸੰਤਤਾਈ ਨਹੀਂ ਤੇ ਇਸ ਤਰ੍ਹਾਂ ਹੀ ਜਿਵੇਂ ਰੁੱਖ ਦੀ ਕਿਸੇ ਦੀ ਤੁਸੀਂ ਟਹਿਣੀ ਵੱਢ ਕੇ ਜ਼ਮੀਨ ਵਿੱਚ ਗੱਡ ਦਿਓ, ਵੇਖਣ ਵਿੱਚ ਲੱਗੇਗਾ ਰੁੱਖ ਉੱਗਾ ਹੋਇਆ, ਪਰ 2-4 ਦਿਨਾਂ ਵਿੱਚ ਉਹਦੇ ਪੱਤੇ ਸੁੱਕ ਜਾਣੇ ਨੇ। ਨਾਮ ਤੋਂ ਬਿਨਾਂ ਜੇ ਨਿਤਨੇਮ ਨਹੀਂ, ਬੰਦਗੀ ਨਹੀਂ, ਫਿਰ ਕੋਈ ਕਰਮ ਪ੍ਰਵਾਨ ਨਹੀਂ ਹੈ। ਆਧਾਰ ਜਿਹੜਾ ਹੈ, ਬੇਸ ਜਿਹੜਾ ਕਿਸੇ ਵੀ ਕਰਮ ਦਾ ਹੈ, ਉਹ ਗੁਰੂ ਸਾਹਿਬ ਨੇ ਨਾਮ ਦੇ ਵਿੱਚ ਹੀ ਰੱਖਿਆ, ਭਜਨ ਦੇ ਵਿੱਚ ਹੀ ਰੱਖਿਆ, ਬੰਦਗੀ ਵਿੱਚ ਹੀ ਰੱਖਿਆ। ਇਸ ਲਈ ਇਹਨਾਂ ਦਿਨਾਂ ਦੇ ਵਿੱਚ ਬੇਨਤੀ ਕਰੀਦੀ, ਇਹ ਬੇਨਤੀ ਕਰ ਸਕਦੇ ਹਾਂ ਭਾਈ, ਸੰਗਤ ਸਮਰੱਥ ਹੁੰਦੀ ਹੈ ਵੀ ਇਹਨਾਂ ਦਿਨਾਂ ਵਿੱਚ ਘੱਟੋ ਘੱਟ ਕੋਈ ਨਾ ਕੋਈ ਬਾਣੀ, ਕਿਸੇ ਬਾਣੀ ਦਾ ਜਾਪ ਜ਼ਰੂਰ ਰੱਖਿਆ ਕਰੋ 1 ਮਹੀਨੇ ਵਾਸਤੇ। ਸਾਰੇ ਆਪੋ ਆਪਣੇ ਰੱਖ ਲਓ, ਜੇ ਇਕੱਠੇ ਨਹੀਂ ਹੋ ਸਕਦੇ। ਬਈ ਪੋਹ ਦਾ ਮਹੀਨਾ ਸ਼ੁਰੂ ਹੋਇਆ, ਇੱਕ ਆਪਾਂ ਸੁਖਮਣੀ ਸਾਹਿਬ ਦਾ ਜਾਪ ਰੱਖ ਲਿਆ ਵੀ 1 ਮਹੀਨਾ ਜਾਪ ਜਿੰਨੇ ਹੋ ਸਕੇ ਵੱਧ ਤੋਂ ਵੱਧ ਕਰਨੇ ਨੇ। ਬਾਅਦ ਵਿੱਚ ਅਰਦਾਸ ਕਰ ਦਿੱਤੀ ਮਹਾਰਾਜ ਦੇ ਚਰਨ। ਜਪਜੀ ਸਾਹਿਬ ਦਾ ਜਾਪ ਰੱਖ ਲਓ। ਇਹ ਨਾ ਸੁਣਿਆ ਕਰੋ ਸਾਡੇ ਵਰਗੇ ਗਿਆਨਵਾਨਾਂ ਦੀਆਂ ਜੀ ਗਿਣ ਕੇ ਪਾਠ ਨਹੀਂ ਕਰਨੇ ਚਾਹੀਦੇ ਜੇ। ਇਹ ਤੇ ਵਿਚਾਰੇ ਨਾਲੇ ਤੇ ਗੁਰੂ ਦਾ ਲੈ ਕੇ ਖਾਂਦੇ, ਨਾਲੇ ਗੁਰੂ ਦੀ ਨਿੰਦਿਆ ਕਰਦੇ ਨੇ। ਨਾਮ ਤੋਂ ਬਿਨਾਂ ਕੁਝ ਪ੍ਰਵਾਨ ਨਹੀਂ ਹੈ। ਮੈਂ ਬਾਣੀ ਵਿੱਚੋਂ, ਤੁਸੀਂ ਰਹਿ ਰਾਸ ਸਾਹਿਬ ਦੇ ਵਿੱਚ ਬਾਣੀ ਪੜ੍ਹਦੇ ਹੋ, ਆਧਾਰ ਕੀ ਹੈ? ਇੱਥੋਂ ਤੱਕ ਵੀ ਚੰਗੇ ਗੁਣਾਂ ਦਾ ਵੀ ਆਧਾਰ ਨਾਮ ਹੀ ਮੰਨਿਆ ਗੁਰੂ ਕੀ ਬਾਣੀ ਨੇ। ਆਪਾਂ ਬਾਣੀ ਪੜ੍ਹਦੇ ਹਾਂ, ਥਾਲ ਵਿੱਚ 3 ਵਸਤੂ ਪਈਓ। ਕਿਹੜੀਆਂ ਕਿਹੜੀਆਂ? ਸਤ, ਸੰਤੋਖ, ਵਿਚਾਰੋ। ਇਹ 3 ਗੁਣ ਬੜੇ ਸੋਹਣੇ ਨੇ। ਸਤ ਮੈਨੇ ਕਰੈਕਟਰ ਹੈ, ਬੰਦੇ ਦਾ ਚਰਿੱਤਰ ਜਿਸ ਨੂੰ ਕਹਿ ਲਓ, ਕਰੈਕਟਰ ਕਹਿ ਲਓ, ਇੱਕੋ ਹੀ ਗੱਲ ਹੈ। ਮਤਲਬ ਜੀਵਨ ਉੱਚਾ ਹੋਣਾ ਚਾਹੀਦਾ ਬਈ ਆਪਣਾ ਸਰੀਰ ਉਹਦਾ ਜਿਹੜਾ ਉਹ ਹਰ ਇੱਕ ਉਹਦਾ ਜਿਹੜਾ ਵਿਕਾਰ ਹੈ ਕੰਟਰੋਲ ਵਿੱਚ ਹੋਣਾ ਚਾਹੀਦਾ ਹੈ। ਇਹਨੂੰ ਕਰੈਕਟਰ ਕਹਿੰਦੇ। ਜਾਂ ਉਹ ਕਿਸੇ ਦਾ ਹੱਕ ਨਹੀਂ ਖੋਹਦਾ, ਕਿਸੇ ਬੰਦੇ ਦਾ ਖੂਨ ਨਹੀਂ ਪੀਂਦਾ, ਕਿਸੇ ਦਾ ਹੱਕ ਨਹੀਂ ਖਾਂਦਾ। ਇਹ ਕਰੈਕਟਰ ਹੈ। ਸਤ, ਇਹਨੂੰ ਸਤ ਕਹਿੰਦੇ ਨੇ। ਤੇ ਸਤ ਤੋਂ ਅੱਗੇ ਹੈ ਸੰਤੋਖ। ਮਹਾਰਾਜ ਕਹਿੰਦੇ ਦੂਜਾ ਭੋਜਨ ਜਿਹੜਾ ਸੰਤੋਖ ਹੈ, ਸੰਤੋਖ ਇੱਕ ਏਡਾ ਵੱਡਾ ਭੋਜਨ ਹੈ। ਸੰਤੋਖ ਦੇ ਵਿੱਚੋਂ ਸ਼ਹੀਦ ਪੈਦਾ ਹੋਏ ਨੇ। ਨਹੀਂ ਤਾਂ ਸੰਘਰਸ਼ ਤੇ ਬੜੇ ਲੋਕਾਂ ਨੇ ਕੀਤੇ ਨੇ, ਪਰ ਸੰਤੋਖ ਨਾ ਹੋਣ ਕਰਕੇ ਉਹ ਰਾਹ ਵਿੱਚ ਹੀ ਰਹਿ ਗਏ। ਕਿਉਂਕਿ ਹੁਣ ਸਾਹਿਬਜ਼ਾਦਿਆਂ ਨੂੰ ਕਿਤੇ ਸੰਤੋਖ ਤੋਂ
ਡੇਗਣ ਵਾਸਤੇ ਕੀ ਸੂਬੇ ਨੇ ਜ਼ੋਰ ਨਹੀਂ ਸੀ ਲਾਇਆ? ਕਦੀ ਸੋਚੋ, ਵਜੀਦ ਖਾਂ ਕਹਿੰਦਾ ਹੈ ਵੀ ਤੁਸੀਂ ਮੇਰੇ ਨਾਲ ਰਵੋ, ਮੈਂ ਤੁਹਾਨੂੰ ਆਪਣੀਆਂ ਲੜਕੀਆਂ ਦੇ ਡੋਲੇ ਦੇ ਦਿਆਂਗਾ, ਮਹਿਲ ਦੇ ਦਿਆਂਗਾ, ਸੂਬੇਦਾਰੀ ਦੇ ਦਿਆਂਗਾ। ਕਦੀ ਸੋਚ ਕੇ ਵੇਖੋ, ਅੱਜ ਵੀ ਇਸੇ ਤਰ੍ਹਾਂ ਦੇ ਲੋਕ ਦੋਵੇਂ ਤਰ੍ਹਾਂ ਦੇ ਹਨ। ਅੱਜ ਵੀ ਵੇਖੋ, ਕਿਸੇ ਨੂੰ ਤੁਸੀਂ ਕਹੋ ਸੂਬੇਦਾਰੀ ਤੇ ਬੜੀ ਦੂਰ ਦੀ ਗੱਲ ਹੈ। ਸੂਬੇਦਾਰੀ ਦਾ ਮਤਲਬ ਜਿਵੇਂ ਅੱਜ ਤੱਕ ਮਤਲਬ CM ਬਣ ਜਾਏ, ਮੁੱਖ ਮੰਤਰੀ ਬਣ ਜਾਏ। ਅੱਜ ਤੇ ਕੋਈ ਕਿਸੇ ਨੂੰ ਕਹਿਦਾ ਹੈ ਵੀ ਤੈਨੂੰ ਮੰਡੀ ਬੋਰਡ ਦਾ ਚੇਅਰਮੈਨ ਬਣਾ ਦੇਣਾ, ਤੇ ਉਹ ਸਾਰਾ ਕੁਝ ਕਰਨ ਨੂੰ ਤਿਆਰ ਹੈ। ਕਿਉਂ? ਸੰਤੋਖ ਨਹੀਂ ਹੈ ਤਾਂ ਹੀ ਹੈ ਨਾ। ਇਹ ਨਹੀਂ ਕਿ ਚੇਅਰਮੈਨ ਬਣਨਾ ਪਾਪ ਹੈ, ਚੇਅਰਮੈਨ ਵੀ ਬੰਦਿਆਂ ਨੇ ਬਣਨਾ, ਪਰ ਬਣੇ ਕਿਸੇ ਆਪਣੇ ਪੈਰਾਂ ਤੇ ਖਲੋ ਕੇ ਬੰਦਾ ਬਣੇ, ਉਹ ਗੱਲ ਹੋਰ ਹੈ, ਤੇ ਧਰਮ ਨੂੰ ਵੇਚ ਕੇ ਬਣੇ, ਉਹ ਹੋਰ ਗੱਲ ਹੈ। ਇਹ ਸੰਤੋਖ ਤੋਂ ਹੀਣ ਜਿਹੜੀ ਜੀਵਨ ਦੀ ਕਲਾ ਹੈ, ਉਹਦੇ ਵਿੱਚ ਬੰਦਾ ਸਮਝੌਤੇ ਕਰਦਾ ਇਸ ਤਰ੍ਹਾਂ ਦੇ। ਤੇ ਜਿੱਥੇ ਨਹੀਂ, ਜਿੱਥੇ ਸੰਤੋਖ ਹੈ, ਉੱਥੇ ਉਹ ਮਨੁੱਖ ਸਦਾ ਕਾਇਮ ਹੈ ਹਰ ਇੱਕ ਪੱਖ ਦੇ ਵਿੱਚ। ਉਹਨੇ ਸਾਰਾ ਕੁਝ ਪੇਸ਼ ਕਰ ਦਿੱਤਾ ਹੈ, ਪਰ ਸਾਹਿਬਜ਼ਾਦਿਆਂ ਦੇ ਅੰਦਰ ਜਿੱਥੇ ਸੂਰਮਤਾਈ ਗੁਰੂ ਕਲਗੀਧਰ ਪਾਤਸ਼ਾਹ ਨੇ, ਮਾਤਾ ਗੁਜਰ ਕੌਰ ਜੀ ਨੇ ਭਰੀ ਹੈ, ਉੱਥੇ ਅੰਦਰ ਇੱਕ ਸੰਤੋਖ ਵੀ ਭਰਿਆ ਹੈ ਕਿ ਆਪਣੇ ਈਮਾਨ ਨੂੰ ਵੇਚਣਾ ਨਹੀਂ ਕਦੀ, ਦੁਨੀਆ ਦੇ ਪਦਾਰਥਾਂ ਵਾਸਤੇ ਆਪਣੇ ਆਪੇ ਨੂੰ ਵੇਚਣਾ ਨਹੀਂ, ਆਪਣੇ ਆਪ ਨੂੰ ਵੇਚਣਾ ਨਹੀਂ। ਆਪਣੀ ਅੱਜ ਤੇ ਜ਼ਮੀਨ ਦੀ ਗੱਲ ਹੈ ਨਾ, ਅੱਜ ਵੀ ਕਈ ਲੋਕ ਹੋਣਗੇ, ਵੈਸੇ ਹੁਣ ਤੇ ਪੰਜਾਬ ਦੇ ਲੋਕਾਂ ਨੇ ਸਾਰਾ ਹੱਥ ਵਿੱਚ ਲੈ ਲਿਆ ਨਾ, ਨਹੀਂ ਤੇ ਵਿਕਣ ਵਾਲੇ ਤੇ ਅੱਜ ਵੀ ਬੜੇ ਨੇ, ਵਿਕਣ ਨੂੰ ਅੱਜ ਵੀ ਬੜੇ ਹੋਣਗੇ। ਪਰ ਹੁਣ ਸੰਗਤ ਨਹੀਂ ਸਾਰਾ ਕੁਝ ਇੰਨਾ ਦੁਆਲਿਓਂ ਇਕੱਠਾ ਕਰ ਲਿਆ ਵੀ ਵਿਕਣ ਵਾਲਾ ਰਾਹ ਹੀ ਕੋਈ ਨਹੀਂ ਛੱਡਿਆ, ਕੋਈ ਵਿਕ ਸਕਦਾ ਹੀ ਨਹੀਂ। ਜਿਹੜਾ ਵਿਕਿਆ ਉਹ ਇਸ ਜਹਾਨ ਨੂੰ ਹੀ ਗਿਆ, ਉਸੇ ਵੇਲੇ ਕੰਮ ਇਹ ਬਣਿਆ ਹੋਇਆ ਅੱਜ। ਨਹੀਂ ਤੇ ਸਾਰੀਆਂ ਗੱਲਾਂ ਚੱਲਦੀਆਂ ਨੇ। ਉਦੋਂ ਵੀ ਖਰੀਦਣ ਦਾ ਯਤਨ ਸਾਹਿਬਜ਼ਾਦਿਆਂ ਨੂੰ ਕੀਤਾ ਗਿਆ ਸੀ, ਹਮੇਸ਼ਾ ਹੀ ਕੀਤਾ ਗਿਆ, ਅੱਜ ਦੀ ਗੱਲ ਨਹੀਂ। ਛੋਟੀ ਜੀ ਗੱਲ ਮੇਰੇ ਖਿਆਲ ਵਿੱਚ ਆ ਗਈ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿਵੇਂ ਦਾ ਸਿਪਾਹੀ ਹੈ, ਜੋ ਪਹਿਲਾਂ ਸੰਤ ਵੀ ਹੈ। ਜੇ ਇਕੱਲਾ ਸਿਪਾਹੀ ਹੁੰਦਾ ਤੇ ਸਾਧ ਸੰਗਤ ਜੀ, ਔਰੰਗਜ਼ੇਬ ਨੇ ਸੁਨੇਹਾ ਭੇਜਿਆ ਸੀ, ਔਰੰਗਜ਼ੇਬ ਨੇ ਕਿਹਾ ਸੀ ਵੀ ਦੱਸੋ ਕੀ ਚਾਹੀਦਾ ਹੈ, ਕਿਹੜਾ ਇਲਾਕਾ ਚਾਹੀਦਾ ਤੁਹਾਨੂੰ, ਉੱਥੋਂ ਦੀ ਸੂਬੇਦਾਰੀ ਦੇ ਦਿੰਦੇ ਆ। ਕੁਰਾਨ ਭੇਜੀ ਸੀ ਸਾਈਨ ਕਰਕੇ, ਸਹੁੰ ਚੁੱਕਿਆ ਸੀ ਵੀ ਤੁਸੀਂ ਦੱਸੋ ਤੁਹਾਨੂੰ ਚਾਹੀਦਾ ਕੀ ਹੈ। ਮਹਾਰਾਜ ਕਹਿੰਦੇ ਸਾਨੂੰ ਚਾਹੀਦਾ ਕੀ ਹੈ, ਸਾਡੇ ਕੋਲ ਜੋ ਕੁਝ ਚਾਹੀਦਾ ਉਹ ਸਾਡੇ ਕੋਲ ਹੈ, ਤੂੰ ਸਾਨੂੰ ਦੇ ਹੀ ਕੁਝ ਨਹੀਂ ਸਕਦਾ, ਜੋ ਕੁਝ ਤੇਰੇ ਕੋਲ ਹੈ ਉਹ ਸਾਰਾ ਝੂਠ ਦੇ ਆਧਾਰ 'ਤੇ ਖੜਾ ਹੈ, ਤੇ ਸਾਡੇ ਕੋਲ ਜੋ ਕੁਝ ਹੈ ਉਹ ਅਕਾਲ ਪੁਰਖ ਦਾ ਪਿਆਰ ਹੈ, ਉਹਦੀ ਬੰਦਗੀ ਹੈ। ਅਸੀਂ ਐਸ਼ ਵਿੱਚ ਹਾਂ। ਵੇਖੋ ਕਦੀ ਉਹਨਾਂ ਦੇ ਬਚਨ ਜਫਰਨਾਮੇ ਦੇ ਵਿੱਚ ਐਸ਼ ਸ਼ਬਦ ਜਦੋਂ ਆਉਂਦਾ, ਉਦੋਂ ਧਿਆਨ ਜਾਂਦਾ ਵੀ ਕਿਸੇ ਵਿਕਾਰੀ ਬੰਦੇ ਵੱਲ ਹੀ ਜਾਏਗਾ, ਵੀ ਐਸ਼ ਕਰਦਾ। ਜਾਂ ਆਪਾਂ ਕਿਸੇ ਨੂੰ ਕਹਿੰਦੇ ਫਲਾਣਾ ਬੰਦਾ ਐਸ਼ ਕਰਦਾ ਹੈ, ਕਿਵੇਂ ਕਰਦਾ ਹੈ, ਵੀ ਇਸ ਵੇਲੇ ਉਹਨੇ ਵੱਡੀ ਮਹਿੰਗੀ ਬੋਤਲ ਖੋਲ੍ਹ ਕੇ ਮੇਜ਼ 'ਤੇ ਰੱਖੀ ਹੋਈ ਹੈ, ਤੇ ਉਹ ਸਾਰੇ ਉਹਦੇ ਕੋਲ ਆਪਣਾ ਸਰੀਰ ਦੇ ਰਸ ਲੈਣ ਦੇ ਸਾਧਨ ਹਨ, ਉਹਨੂੰ ਕਹਿੰਦੇ ਐਸ਼ ਕਰਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਸਿੱਖ ਨੂੰ ਕਹਿੰਦੇ, ਉਹ ਗੁਰੂ ਕੇ ਸਿੱਖਾ ਉਹ ਖਾਲਸਾ, ਮੈਂ ਤੈਨੂੰ ਕੱਲਾ ਸੁੱਕਾ ਪੁੱਕਾ ਖਾਲਸਾ ਨਹੀਂ ਬਣਾਇਆ, ਮੈਂ ਤੈਨੂੰ ਐਸ਼ ਦਿੱਤੀ ਹੈ, ਮੈਂ ਆਪ ਵੀ ਐਸ਼ ਕਰਨਾ ਤੇ ਤੈਨੂੰ ਵੀ ਐਸ਼ ਵਿੱਚ ਹੀ ਪਾਇਆ। ਹਾਂ, ਉਹ ਐਸ਼ ਅੰਦਰਲੀ ਹੈ, ਉਹ ਬਾਹਰਲੇ ਸਾਧਨਾਂ 'ਤੇ ਨਹੀਂ ਖੜੀ। ਸਾਧਨ ਜ਼ਰੂਰ ਚਾਹੀਦੇ ਨੇ, ਇਹਦਾ ਮਤਲਬ ਇਹ ਨਾ ਆਪਾਂ ਪੱਖ ਨੂੰ ਨਾਲ ਲੈ ਕੇ ਵਿਚਾਰ ਕਰਾਂਗੇ ਕਿ ਬਾਹਰਲੇ ਪੱਖਾਂ ਨੂੰ ਗੁਰੂ ਸਾਹਿਬ ਨੇ ਨਕਾਰਿਆ ਨਹੀਂ। ਸਿੱਖ ਨੂੰ ਚੰਗਾ ਮਕਾਨ ਵੀ ਚਾਹੀਦਾ, ਚੰਗਾ ਵਸਤਰ ਵੀ ਚਾਹੀਦਾ, ਚੰਗੀ ਗੱਡੀ ਵੀ ਚਾਹੀਦੀ ਹੈ। ਮਹਾਰਾਜ ਨੇ ਆਪ ਕਲਗੀਆਂ ਲਾਈਆਂ ਨੇ, ਪ੍ਰਸ਼ਾਦੀ ਹਾਥੀ ਰੱਖੇ ਨੇ, ਦਲ ਵਿਡਾਰ ਵਰਗੇ ਘੋੜੇ ਰੱਖੇ ਨੇ, ਗੁਰੂ ਸਾਹਿਬ ਨੇ ਹੀਰੇ ਰੱਖੇ ਨੇ, ਆਪਣੇ ਕੋਲ ਜਵਾਹਰਾਤ ਰੱਖੇ ਨੇ, ਸਭ ਕੁਝ ਰੱਖਿਆ। ਪਰ ਇਹਨੂੰ ਉਹਨਾਂ ਨੇ ਸੱਚ ਨਹੀਂ ਸਮਝਿਆ। ਇਹਨੂੰ ਕਿਹਾ ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਇਹ ਸਾਰਾ ਤਮਾਸ਼ਾ ਹੀ ਹੈ, ਕੁਝ ਵੀ ਨਹੀਂ ਹੈ। ਪਰ ਇਹਨੂੰ ਰੱਖਣਾ ਨਾਲ ਹੀ ਹੈ। ਦੁਨੀਆ ਵਿੱਚ ਰਹਿਣਾ ਹੈ, ਪਦਾਰਥ ਵਿੱਚ ਰਹਿਣਾ ਹੈ,
ਪਦਾਰਥ ਚਾਹੀਦਾ। ਉਹ ਕੌਮ ਜ਼ਮੀਨ ਤੋਂ, ਇਸ ਤਖਤੇ ਤੋਂ, ਧਰਤੀ ਤੋਂ ਉਹ ਮੰਗਤਿਆਂ ਦੀ ਕੌਮ ਬਣ ਜਾਂਦੀ ਹੈ ਜਿਨ੍ਹਾਂ ਦੇ ਕੋਲ ਪਦਾਰਥ ਨਹੀਂ ਹੁੰਦਾ। ਉਹ ਸੰਸਾਰੀਆਂ ਤੋਂ ਮੰਗਦੀ ਫਿਰਦੀ ਹੈ। ਮਹਾਰਾਜ ਕਹਿੰਦੇ ਮੈਂ ਆਪਣੇ ਸਿੱਖ ਨੂੰ ਸੰਸਾਰੀਆਂ ਦਾ ਮੰਗਤਾ ਕਿਉਂ ਬਣਾਵਾਂ, ਇਹ ਆਪ ਦਾਤਾ ਬਣੇ। ਐਡੀ ਛੋਟੀ ਕੌਮ ਹੈ, ਵੇਖੋ ਤੁਸੀਂ ਅੱਜ ਵੀ ਤੁਸੀਂ ਇਸ ਸਮੇਂ ਵਿੱਚ ਜਦੋਂ ਆ ਬਿਮਾਰੀ ਚੱਲੀ ਹੈ ਦੁਨੀਆ ਦੇ ਵਿੱਚ, ਇਹਦੀ ਖਬਰ ਗਈ ਹੈ ਕਿ 1-2 ਕਰੋੜ ਦੀ ਕੌਮ ਹੈ, 1.5 ਕਰੋੜ ਕੋਈ ਅਰਥ ਨਹੀਂ ਰੱਖਦਾ ਐਡੀ ਵੱਡੀ ਦੁਨੀਆ ਦੇ ਵਿੱਚ ਗਿਣਤੀ ਦੇ ਪੱਖ ਵਿੱਚ। ਪਰ ਕੁਆਲਿਟੀ ਹੈ, ਕੁਆਲਿਟੀ ਨੇ ਤੁਹਾਡਾ ਨਾਂ ਲੈ ਆਉਂਦਾ ਇਸ ਜ਼ਮੀਨ ਦੇ ਉੱਤੇ ਵੀ ਕੋਈ ਸਿੱਖ ਹਨ ਜਿਨ੍ਹਾਂ ਦੇ ਗੁਰਦੁਆਰਿਆਂ ਦੇ ਵਿੱਚੋਂ ਲੰਗਰ ਨਹੀਂ ਮੁੱਕਦਾ। ਦਿੱਤਾ ਤੇ ਗੁਰੂ ਦਾ ਹੈ ਨਾ, ਤੇ ਲੰਗਰ ਤਾਂ ਹੀ ਆਇਆ ਜੇ ਸਿੱਖ ਕਿਰਤ ਕਰਦਾ ਤੇ ਸਿੱਖ ਸਰਮਾਏਦਾਰ ਹੈ, ਉਹ ਦਸਵੰਧ ਦਿੰਦਾ, ਉਹਦੇ ਕੋਲ ਕੁਝ ਹੈ ਤਾਂ ਹੀ ਲੰਗਰ ਚੱਲੇ ਨਾ। ਦਿੱਤਾ ਗੁਰੂ ਦਾ ਤੇ ਗੁਰੂ ਨੇ ਕਿਰਤ ਸਿਖਾਈ ਹੈ। ਇਹ ਵੀ ਇੱਕ ਤਰੀਕਾ ਹੈ ਕੌਮ ਨੂੰ ਦੁਨੀਆ ਦੇ ਸਾਹਮਣੇ ਲਿਆਉਣ ਦਾ। ਕੌਮ ਨੂੰ ਦੁਨੀਆ ਦੇ ਲਿਆਉਣ ਦਾ ਪਦਾਰਥ ਵੀ ਇੱਕ ਕਈ ਵਾਰੀ ਕੰਮ ਕਰ ਜਾਂਦਾ ਹੈ, ਪਰ ਜਦੋਂ ਪਦਾਰਥ ਦੇ ਥੱਲੇ ਆ ਕੇ ਮਨੁੱਖ ਧਰਮ ਨੂੰ ਤਿਆਗ ਦਿੰਦਾ, ਗੁਰੂ ਸਾਹਿਬ ਕਹਿੰਦੇ ਤੇਰੇ ਪਦਾਰਥ ਨੂੰ ਅੱਗ ਲੱਗ ਜਾਏ। ਇਹ ਵੀ ਬਚਨ ਬਾਣੀ ਵਿੱਚ ਆਏ ਨੇ, ਮੈਂ ਕੋਲੋਂ ਨਹੀਂ ਕਹੇ ਅੱਗ ਲੱਗ ਜਾਏ ਸ਼ਬਦ। ਆਗ ਲੱਗੋ ਤੇ ਧੌਲ ਹਰ ਜਿਤ ਹਰ ਬਿਸਰਾਏ। ਕਹਿਣ ਲੱਗੇ ਤੇਰੀ ਚਿੱਟੀ ਕੋਠੀ ਨੂੰ ਅੱਗ ਲੱਗ ਜਾਏ ਜੇ ਤੂੰ ਇਹਦੇ ਵਿੱਚ ਬਹਿ ਕੇ ਜਪਜੀ ਸਾਹਿਬ ਨਹੀਂ ਪੜ੍ਹਦਾ। ਇਹ ਬਾਣੀ ਦੇ ਬਚਨ ਆਏ ਨੇ ਜਿੱਥੇ ਮੱਥਾ ਤੁਸੀਂ ਟੇਕਿਆ ਹੋਣਾ। ਤੇ ਜੇ ਤੂੰ ਪੜ੍ਹਨਾ ਹੈ ਫਿਰ ਕਹਿੰਦੇ ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ। ਫਿਰ ਭਾਵੇਂ ਇਹਦੇ ਵਿੱਚ ਬਹੁ ਤੇਰੇ ਮਕਾਨ ਸੋਹਣੇ ਹੋਣ, ਹੀਰੇ ਲੱਗੇ ਹੋਣ, ਭਾਵੇਂ ਤੇਰੀਆਂ ਕੰਧਾਂ ਨੂੰ, ਮੈਨੂੰ ਕੋਈ ਇਹਦਾ ਵਿੱਚ ਕੋਈ ਗੁਰੂ ਸਾਹਿਬ ਨੂੰ ਕੋਈ ਫਰਕ ਨਹੀਂ ਪੈਂਦਾ ਵੀ ਮੇਰੇ ਹੀਰਾ ਰੱਖਣਾ ਪਾਪ ਹੈ, ਜਵਾਹਰਾਤ ਰੱਖਣੇ ਪਾਪ ਨੇ। ਨਹੀਂ, ਗੁਰੂ ਸਾਹਿਬ ਦੇ ਤੇ ਉਹ ਜਿਹੜਾ ਗੁਲ ਸ਼ਤਰਾਣ ਜਿਹੜਾ ਤੀਰ ਚਲਾਉਣ ਲੱਗਿਆ ਅੰਗੂਠੇ ਤੇ ਪਾਉਂਦੇ, ਉਹਨੂੰ ਹੀਰਾ ਲੱਗਾ ਹੋਇਆ ਸੀ। ਉਹ ਮਹਾਰਾਜ ਦੇ ਮਾਛੀਵਾੜੇ ਦੇ ਜੰਗਲ ਦੇ ਵਿੱਚ ਵੀ ਨਾਲ ਹੀ ਸੀ। ਤਾਂ ਗੱਲ ਇਹ ਹੈ ਕਿ ਜਦੋਂ ਬੰਦੇ ਦੇ ਜੀਵਨ ਦੇ ਵਿੱਚ ਧਰਮ ਦੀ ਕੀਮਤ ਵੱਧ ਜਾਂਦੀ ਹੈ, ਉਦੋਂ ਫਿਰ ਉਹ ਭਾਵੇਂ ਸਿਪਾਹੀ ਬਣੇ ਤੇ ਭਾਵੇਂ ਸਰਮਾਏਦਾਰ ਬਣੇ, ਤੇ ਉਦੋਂ ਉਹਨੂੰ ਕੋਈ ਚੀਜ਼ ਪ੍ਰਭਾਵਿਤ ਨਹੀਂ ਕਰ ਸਕਦੀ, ਉਹਦੇ ਉੱਤੇ ਅਸਰ ਨਹੀਂ ਕਰ ਸਕਦੀ। ਉਹ ਰਹੇਗਾ ਸੰਸਾਰ ਦੇ ਵਿੱਚ, ਸੰਸਾਰ ਉਹਨੂੰ ਖਰੀਦ ਨਹੀਂ ਸਕੇਗਾ, ਉਹਦੀ ਜ਼ਮੀਰ ਨੂੰ ਨਹੀਂ ਖਰੀਦ ਸਕੇਗਾ। ਮੈਂ ਪਹਿਲਾਂ ਕਿਹਾ ਸੀ ਆਪਾਂ ਦੇ ਚੇਅਰਮੈਨ ਪਿੱਛੇ ਡਿੱਗ ਪੈਂਦੇ ਹਾਂ, ਪਰ ਜਿੱਥੇ ਗੁਰੂ ਦੀ ਜੋਤ ਅੱਜ ਵੀ ਵਸ ਜਾਂਦੀ ਹੈ, ਅੱਜ ਵੀ ਗੁਰੂ ਦੀ ਜੋਤ ਵਸ ਜਾਂਦੀ ਹੈ, ਅੱਜ ਵੀ ਉਹ ਪਰਸਨੈਲਿਟੀ ਸਿੱਖਾਂ ਦੇ ਵਿੱਚ ਕਦੀ ਕਦੀ ਪੈਦਾ ਹੁੰਦੀ ਰਹਿੰਦੀ ਹੈ। ਠੀਕ ਹੈ, ਕੋਈ ਟਾਈਮ ਸੀ ਜਦੋਂ ਰਾਜ ਨੂੰ ਲੱਤ ਮਾਰਨੀ ਗਲਤੀ ਸੀ, ਜਦੋਂ 1947 ਸੀ, ਉਦੋਂ ਆਪਣਾ ਖਿੱਤਾ ਛੱਡ ਦੇਣਾ ਬੜੀ ਵੱਡੀ ਗਲਤੀ ਸੀ। ਅਜੇ ਤੱਕ ਸਿੱਖ ਪਛਤਾ ਰਹੇ ਨੇ। ਪਰ ਇੱਕ ਸਮਾਂ ਆਇਆ, ਉਸ ਸਮੇਂ ਦੇ ਵਿੱਚ ਜਦੋਂ ਸੰਤ ਬਾਬਾ ਜਰਨੈਲ ਸਿੰਘ ਨੂੰ ਸਮੇਂ ਦੀ ਸਰਕਾਰ, ਜਦੋਂ ਸੰਤ ਸ੍ਰੀ ਅਕਾਲ ਤਖਤ ਸਾਹਿਬ ਤੇ ਸਨ ਤੇ ਫੌਜਾਂ ਨੇ ਦੁਆਲੇ ਘੇਰਾ ਪਾ ਲਿਆ ਸੀ, ਉਦੋਂ ਦੀ ਗੱਲ ਹੈ। ਉਸ ਵਕਤ ਅੰਦਰ ਸਰਕਾਰ ਨੇ ਆਪਣੇ ਏਲਚੀ, ਆਪਣੇ ਬੰਦੇ ਭੇਜੇ ਸਨ ਵੀ ਜਾਓ ਬਾਬੇ ਜਰਨੈਲ ਸਿੰਘ ਨੂੰ ਕਹੋ ਆ ਪੇਸ਼ਕਸ਼ ਹੈ ਕਿ ਤੁਹਾਨੂੰ ਯੂਰਪ ਦੇ ਕਿਸੇ ਵੀ ਦੇਸ਼ ਦੇ ਵਿੱਚ ਜਿੰਨੇ ਕਹਿੰਦੇ ਉਹ ਬੰਗਲੇ ਤੁਹਾਡੇ ਨਾਂ ਲਵਾ ਦਿੰਦੇ ਆ ਤੇ ਬਾਹਰਲਾ ਵੀਜ਼ਾ ਲਵਾ ਦਿੰਦੇ ਆ ਤੇ ਸਿੱਧਾ ਇੱਥੋਂ ਹੀ ਜਹਾਜ਼ ਜਾਏਗਾ, ਉੱਥੇ ਐਸ਼ ਕਰੋ ਤੇ ਉੱਥੇ ਰਹੋ, ਆ ਮਨਜ਼ੂਰ ਕਰ ਲਓ। ਜਦੋਂ ਉਹਨਾਂ ਨੂੰ ਕਿਹਾ ਤੇ ਸੰਤ ਹੱਸ ਪਏ, ਕਹਿਣ ਲੱਗੇ ਉਹਨਾਂ ਨੂੰ ਜਾ ਕੇ ਦੱਸੋ ਜਿਨ੍ਹਾਂ ਕੋਲ ਅੰਦਰਲਾ ਰਾਜ ਨਹੀਂ। ਜਰਨੈਲ ਸਿੰਘ ਤੇ ਅੰਦਰਲੇ ਸਿੰਘਾਸਨ ਤੇ ਬੈਠਾ ਹੋਇਆ, ਇਹਨੂੰ ਬਾਹਰਲੇ ਸਿੰਘਾਸਨਾਂ ਦੀ ਹੁਣ ਲੋੜ ਰਹੀ ਨਹੀਂ। ਬਾਹਰੋਂ ਠੀਕ ਹੈ ਨਜ਼ਰ ਨਹੀਂ ਸੀ ਆਉਂਦਾ। ਸ਼ਹੀਦ ਕਿਵੇਂ ਹੋਏ ਨੇ ਲਾਲ, ਕੀ ਕਾਰਨ ਹੈ? ਵਜੀਦ ਖਾਨ ਨੂੰ ਲੱਗਦਾ ਸੀ ਮੈਂ ਖਤਮ ਕਰ ਦਿਆਂਗਾ, ਪਰ ਉਹ ਤਾਂ ਹੱਸਦੇ ਸੀ ਵੀ ਇਹ ਕਿਹੜੇ ਭੁਲੇਖੇ ਵਿੱਚ ਪੈ ਗਿਆ। ਉਹਨਾਂ ਨੇ ਠੁਕਰਾ ਦਿੱਤਾ, ਕਹਿੰਦੇ ਮੈਨੂੰ ਨਹੀਂ ਚਾਹੀਦੇ ਜਰਮਨ ਦੇ ਬੰਗਲੇ, ਭਾਵੇਂ ਅੱਜ ਬੜੇ ਲੋਕ ਜਾ ਕੇ ਉੱਥੇ ਬੈਠੇ ਹੋਏ ਨੇ। ਆਪੋ ਆਪਣੀ ਜ਼ਿੰਦਗੀ ਹੈ, ਹੁਣ ਸਾਰੇ ਸੰਤ ਜਰਨੈਲ ਸਿੰਘ ਤੇ ਬਣ ਨਹੀਂ ਸਕਦੇ। ਫਿਰ ਉਹਨਾਂ ਨੂੰ ਕਿਹਾ ਸੀ ਵੀ ਜੇ ਤੁਸੀਂ ਕਹਿੰਦੇ ਹੋ ਤੇ ਤੁਹਾਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੰਦੇ ਆ। ਉਹਨੂੰ ਵੀ ਨਕਾਰਿਆ
ਉਹਦਾ ਇੱਕ ਕਾਰਨ ਸੀ, ਇੱਕ ਪਹਿਲਾਂ ਉਹਨਾਂ ਨੇ ਬਚਨ ਕੀਤਾ ਹੋਇਆ ਸੀ ਸੰਗਤ ਦੇ ਵਿੱਚ, ਇਹ ਵੀ ਇੱਕ ਕਾਰਨ ਸੀ, ਨਹੀਂ ਤਾਂ ਸ਼ਾਇਦ ਉਹ ਵਿਚਾਰ ਕਰ ਸਕਦੇ ਸਨ। ਇੱਕ ਬਚਨ ਉਹਨਾਂ ਨੇ ਕੀਤਾ ਸੀ ਕਿ ਮੈਂ ਅਕਾਲੀ ਦਲ ਵਾਸਤੇ ਤੇ ਸ਼੍ਰੋਮਣੀ ਕਮੇਟੀ ਵਾਸਤੇ ਕਦੀ ਚੋਣ ਨਹੀਂ ਲੜਾਂਗਾ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਉਹਨਾਂ ਨੇ ਕਿਹਾ ਸੀ। ਇਹ ਵੀ ਇੱਕ ਕਾਰਨ ਸੀ। ਦੂਜਾ ਕਾਰਨ ਸੀ ਕਿ ਇਹ ਰਾਜ ਜਿਹੜਾ ਹੈ ਇਸ ਤਰ੍ਹਾਂ ਦਾ ਸੀ ਜਿਹੜਾ ਉਹਨਾਂ ਨੂੰ ਗੁਲਾਮ ਕਰਨ ਵਾਸਤੇ ਦਿੱਤਾ ਜਾ ਰਿਹਾ ਸੀ। ਇੱਕ ਸਿੱਖ ਹੱਕ ਦੇ ਤੌਰ ਤੇ ਲੈਂਦਾ, ਇਸ ਲਈ ਉਹਨਾਂ ਨੇ ਲੱਤ ਮਾਰ ਦਿੱਤੀ, ਜਵਾਬ ਦੇ ਦਿੱਤਾ। ਖਰੀਦ ਨਹੀਂ ਸਕਦਾ ਸੰਤ ਨੂੰ ਕੋਈ। ਖਰੀਦਿਆ ਮਨੁੱਖ ਜਾਂਦਾ ਹੀ ਉਦੋਂ ਹੈ ਜਦੋਂ ਇਕੱਲਾ ਸਿਪਾਹੀ ਹੁੰਦਾ, ਜਦੋਂ ਉਹ ਸੰਤ ਨਹੀਂ ਹੁੰਦਾ ਉਦੋਂ ਹੀ ਖਰੀਦਿਆ ਜਾਂਦਾ। ਅੱਜ ਅਸੀਂ ਵੀ ਤਾਂ ਹੀ ਖਰੀਦੇ ਜਾਵਾਂਗੇ, ਨਹੀਂ ਤੇ ਸਾਡੇ ਵਿੱਚ ਸ਼ੁਭ ਗੁਣ ਪੈਦਾ ਹੋਣਗੇ, ਸਾਨੂੰ ਕੋਈ ਖਰੀਦ ਨਹੀਂ ਸਕਦਾ। ਅੱਜ ਸਾਨੂੰ ਇਹ ਚੀਜ਼ਾਂ, ਅੱਜ ਠੀਕ ਹੈ ਅਸੀਂ ਕਿਸਾਨ ਸੰਘਰਸ਼ ਕਰ ਰਹੇ ਹਾਂ, ਕਰਨਾ ਚਾਹੀਦਾ, ਆਪਣੇ ਹੱਕ ਲੈਣੇ ਚਾਹੀਦੇ ਨੇ, ਪਰ ਜਦੋਂ ਇਹ ਸੰਘਰਸ਼ ਖਤਮ ਹੋ ਜਾਏਗਾ, ਅੱਜ ਚਲੋ ਇਹਨਾਂ ਚੀਜ਼ਾਂ ਤੇ ਆਪਾਂ ਬਹੁਤਾ ਨਹੀਂ ਕਹਿਣਾ, ਪਰ ਉਦੋਂ ਇਹ ਵੀ ਵਿਚਾਰ ਕਰਨੀ ਹੋਵੇਗੀ ਕਿ ਅਸੀਂ ਸਿੱਖ ਹੋ ਕੇ ਪੰਜਾਬ ਦੀ ਧਰਤੀ ਤੇ ਕਿਸਾਨ ਹੋ ਕੇ ਅਸੀਂ ਗੁਰੂ ਕੀ ਸਿੱਖੀ ਧਾਰਨ ਕਰਕੇ ਕੀ ਆਪਣੇ ਜੀਵਨ ਤੇ ਜਿਹੜਾ ਰਹਿਣ ਬਹਿਣ, ਜਿਹਨੂੰ ਗੁਰੂ ਸਾਹਿਬ ਨੇ ਰਹਿਤ ਬਹਿਤ ਕਿਹਾ ਹੈ, ਕੀ ਉਹ ਸਿੱਖਾਂ ਵਾਲੀ ਰੱਖੀ ਹੈ? ਕੀ ਸਾਡੇ ਜਿਹੜੇ ਵਿਆਹ ਹੋ ਰਹੇ ਨੇ, ਸ਼ਾਦੀਆਂ ਹੋ ਰਹੀਆਂ ਨੇ, ਉਹਨਾਂ ਦੇ ਵਿੱਚ ਜਿਹੜੇ ਲੱਖਾਂ ਰੁਪਈਆਂ ਦੇ ਦਾਜ ਮੰਗੇ ਨੇ, ਕੀ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਨਾਲ ਮੇਲ ਖਾਂਦੀ? ਅੱਜ ਜਿਹੜੇ ਸਾਡੇ ਵਿਆਹਾਂ ਦੇ ਵਿੱਚ ਵੱਡੀਆਂ ਵੱਡੀਆਂ ਸਟੇਜਾਂ ਲਾ ਕੇ ਤੇ ਆਰਕੈਸਟਰਾ ਨੱਚਦੀਆਂ ਨੇ ਤੇ ਗਾਉਣ ਵਾਲੇ, ਚਲੋ ਹੁਣ ਤੇ ਉਹਨਾਂ ਨੂੰ ਗੁਰੂ ਸਾਹਿਬ ਨੇ ਉਹਨਾਂ ਨੂੰ ਵੀ ਮੱਤ ਬਖਸ਼ ਦਿੱਤੀ, ਹੁਣ ਤੇ ਦੌਰ ਹੀ ਐਸਾ ਇਹਨਾਂ ਦਿਨਾਂ ਵਿੱਚ ਚੱਲਦਾ ਵੀ ਉਹ ਵੀ ਚੰਗੇ ਕੰਮ, ਚੰਗੀ ਗੱਲ ਕਰ ਰਹੇ ਨੇ, ਪਰ ਲੱਖਾਂ ਰੁਪਈਏ ਦੇ ਕੇ ਤੇ ਉਹ ਲੱਚਰ ਗਾਇਕੀ ਲਿਆ ਕੇ ਪਰੋਸਣੀ, ਕੀ ਇਹ ਸਾਡੀ ਕਿਸਾਨੀ ਦੇ ਅਸੀਂ ਆਪ ਨਹੀਂ ਘਾਣ ਕੀਤਾ, ਆਪਣੀ ਜਾਇਦਾਦ ਦਾ, ਆਪਣੀ ਵਿਰਾਸਤ ਦਾ ਆਪ ਨਹੀਂ ਘਾਣ ਕੀਤਾ ਸੀ? ਅਸੀਂ ਲੋਕ ਸੋਚਦੇ ਹਾਂ ਵੀ ਜੇ ਅਸੀਂ ਇਹ ਨੱਚ ਟੱਪ, ਇਹ ਸ਼ਰਾਬ ਕਬਾਬ ਛੱਡ ਦਿੱਤਾ ਤੇ ਅਸੀਂ ਕੋਈ ਇਸ ਤਰ੍ਹਾਂ ਦੇ ਮੈਲੇ ਕਚੈਲੇ ਕੱਪੜਿਆਂ ਵਾਲੇ ਫਕੀਰ ਬਣ ਜਾਵਾਂਗੇ। ਕੀ ਫਿਰ ਗੁਰੂ ਸਾਹਿਬ ਇਸ ਤਰ੍ਹਾਂ ਦੇ ਫਕੀਰ ਬਣੇ ਸਨ? ਮਹਾਰਾਜ ਨੇ ਤੇ ਬਾਦਸ਼ਾਹਤ ਮਾਣੀ ਹੈ। ਮਹਾਰਾਜ ਦੇ ਕੋਲ ਤੇ ਉਸ ਟਾਈਮ ਤੇ ਕਰੋੜਾਂ ਦੇ ਘੋੜੇ ਸਨ ਜਿਨ੍ਹਾਂ ਤੇ ਗੁਰੂ ਸਾਹਿਬ ਸਵਾਰੀ ਕਰਦੇ ਸਨ। ਮਹਾਰਾਜ ਦੇ ਕੋਲ ਉਸ ਟਾਈਮ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਢਾਡੀ ਕਹਿੰਦੇ ਸਨ, ਪੱਗ ਤੇਰੀ ਕੀ ਜਹਾਂਗੀਰ ਦੀ, ਜਹਾਂਗੀਰ ਦਾ ਦਰਬਾਰ ਵੀ ਤੇਰੇ ਸਾਹਮਣੇ ਕੁਝ ਅਰਥ ਨਹੀਂ ਰੱਖਦਾ, ਤੇਰੇ ਕੋਲ ਉਹ ਦਰਬਾਰ ਹੈ, ਤੇਰੇ ਕੋਲ ਉਹ ਜਲੌ ਹੈ, ਸੰਸਾਰਕ ਪੱਖ ਹੈ ਤੇਰੇ ਕੋਲ। ਪਰ ਅਸੀਂ ਅੱਜ ਸੰਸਾਰੀ, ਅਸੀਂ ਸੋਚਿਆ ਵੀ ਜਿਹੜਾ ਪੱਛਮ ਦਾ ਸੱਭਿਆਚਾਰ ਹੈ ਬਸ ਸੰਸਾਰੀ ਤੇ ਉਹਦੇ ਨਾਲ ਹੀ ਬਣਿਆ ਜਾ ਸਕਦਾ, ਸਾਡਾ ਆਪਣਾ ਤੇ ਸੱਭਿਆਚਾਰ ਅਸੀਂ ਸਮਝੇ ਨਹੀਂ ਵੀ ਸਾਡਾ ਵੀ ਕੋਈ ਸੱਭਿਆਚਾਰ ਹੈ ਜਿਹਦੇ ਨਾਲ ਅਸੀਂ ਵੀ ਸੰਸਾਰੀ ਵੀ ਰਹਿ ਸਕਦੇ ਹਾਂ ਤੇ ਧਰਮੀ ਵੀ ਰਹਿ ਸਕਦੇ ਹਾਂ, ਉਹਦੇ ਤੋਂ ਦੂਰ ਚਲੇ ਗਏ। ਇਹ ਨਹੀਂ ਕਿ ਸਿੱਖ ਨੂੰ ਛਡਾ ਦਿੱਤਾ, ਮੈਂ ਗੱਲ ਐਸ਼ ਦੀ ਕਰ ਰਿਹਾ ਸੀ। ਇਸ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਔਰੰਗਜ਼ੇਬ ਨੂੰ ਕਹਿੰਦੇ ਨੇ, ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼। ਤੂੰ ਸੋਚਦਾ ਹੋਵੇਂਗਾ ਅੱਜ ਵੀ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲੋਂ ਸਾਜ ਬਾਜ ਘੋੜੇ ਤੇ ਚੰਗੇ ਦਲੀਚੇ ਜਿਹੜੇ ਸੀ ਖੋਹ ਲੈਣੇ, ਮਹਾਰਾਜ ਨੰਗੇ ਪੈਰੀ ਆ ਰਹੇ ਨੇ ਮਾਛੀਵਾੜੇ ਤੇ ਘੋੜਾ ਕੋਲ ਕੋਈ ਨਹੀਂ, ਫੌਜ ਕੋਈ ਨਹੀਂ, ਸਿੰਘ ਕੋਈ ਨਹੀਂ, ਬੜਾ ਖੁਸ਼ ਹੋਵੇਂਗਾ ਤੂੰ। ਇਹ ਸੋਚਦਾ ਵੀ ਸੀ ਉਹ, ਕਿਉਂਕਿ ਉਹ ਆਪਣੀ ਹੋਂਦ, ਇਹ ਜਿਹੜਾ ਸੰਸਾਰੀ ਸੋਚ ਵਾਲਾ ਬੰਦਾ ਹੈ ਉਹ ਆਪਣੀ ਹੋਂਦ ਨੂੰ ਸੰਸਾਰ ਦੇ ਪਦਾਰਥਾਂ ਨਾਲ ਜੋੜਦਾ ਹੈ, ਤੇ ਜਿਹੜਾ ਰੱਬ ਦੇ ਪਿਆਰ ਵਾਲਾ ਹੈ ਉਹ ਇਹ ਚੀਜ਼ਾਂ ਹੋਣ ਤਾਂ ਵੀ ਖੁਸ਼, ਜੇ ਨਾ ਹੋਣ ਤੇ ਉਹਦੀ ਬਾਦਸ਼ਾਹੀ ਨੂੰ ਫਿਰ ਵੀ ਕੋਈ ਨਹੀਂ ਖੋ ਸਕਦਾ। ਉਹ ਅੰਦਰੋਂ ਬਾਦਸ਼ਾਹ ਬੇਪਰਵਾਹ, ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼। ਪਰ ਇੱਕ ਚੀਜ਼ ਹੋਰ ਹੈ ਸੀ, ਕੱਲਾ ਇਹ ਨਹੀਂ ਵੀ ਇਹ ਤਿਆਗਿਆ ਹੀ ਹੈ, ਕੁਝ ਹੈ ਵੀ ਸੀ ਕੋਲ। ਜਦੋਂ ਉਹ ਚੀਜ਼ ਆਵੇਗੀ ਉਦੋਂ ਇਹ ਚੀਜ਼ਾਂ ਛੋਟੀਆਂ ਲੱਗਣਗੀਆਂ, ਉਹਦੇ ਤੋਂ ਪਹਿਲਾਂ ਸੰਸਾਰ ਵੱਡਾ ਲੱਗਦਾ ਸਾਨੂੰ। ਜਦੋਂ ਸਿੱਖੀ ਦਾ ਸਰੂਪ ਸੋਹਣਾ ਲੱਗੇਗਾ ਨਾ, ਉਦੋਂ ਦੁਨੀਆ ਦੇ ਫੈਸ਼ਨ ਪ੍ਰਸਤੀ ਚੰਗੀ ਨਹੀਂ ਲੱਗੇਗੀ, ਤੇ ਜਿੰਨਾ ਚਿਰ ਸਿੱਖੀ ਦਾ ਅੰਦਰ ਰਸ ਨਹੀਂ ਆਇਆ ਉਹਨਾਂ ਚਿਰ ਬਾਹਰਲੀ ਦੁਨੀਆ ਤੋਂ ਅਸੀਂ ਪ੍ਰਭਾਵਿਤ ਹੋਵਾਂਗੇ। ਬਾਹਰਲੀ ਚੀਜ਼ ਪ੍ਰਭਾਵ ਹੀ ਤਾਂ ਪਾਉਂਦੀ ਹੈ ਜੇ ਜੜ ਦੇ ਵਿੱਚ ਨੁਕਸ ਹੈ ਕਿਤੇ ਤੇ। ਇਸ ਲਈ ਮਹਾਰਾਜ ਕਹਿੰਦੇ ਇੱਕ ਚੀਜ਼ ਔਰੰਗਜ਼ੇਬ ਉਹ ਮੇਰੇ ਕੋਲ ਹੈ,
ਉਹ ਤੇਰੇ ਕੋਲ ਹੈ ਨਹੀਂ। ਉਹ ਕਿਹੜੀ ਏ? ਖੁਦਾਵੰਦ ਬਖਸ਼ੰਦ ਏ। ਮੇਰੇ ਕੋਲ ਖੁਦਾਵੰਦ, ਉਹਦੀ ਭਾਸ਼ਾ ਵਿੱਚ ਗੱਲ ਕਰਦੇ ਹੋ। ਖੁਦਾ ਕਹਿੰਦੇ ਪਰਮਾਤਮਾ ਨੂੰ। ਮੇਰੇ ਕੋਲ ਮੇਰੇ ਖੁਦਾ ਦੀ ਬਖਸ਼ਿਸ਼ ਹੈ, ਤੇਰੇ ਕੋਲ ਹੈ ਨਹੀਂ। ਤੂੰ ਝੂਠ ਤੇ ਫਰੇਬ ਦੇ ਸਿਰ ਤੇ ਆਪਣਾ ਰਾਜ ਕਾਇਮ ਕੀਤਾ ਹੋਇਆ ਹੈ। ਤੂੰ ਮੁਸਲਮਾਨ ਵੀ ਨਹੀਂ ਹੈ। ਇਹ ਵੀ ਗਲਤ ਹੈ ਕਿ ਅੱਜ ਅਸੀਂ ਔਰੰਗਜ਼ੇਬ ਨੂੰ ਮੁਸਲਮਾਨ ਕਹੀਏ, ਜਾਂ ਆਪਾਂ ਕਈ ਵਾਰੀ ਲਫ਼ਜ਼ਾਂ ਵਿੱਚ ਕਹਿ ਜਾਂਦੇ ਹਾਂ ਉਦੋਂ ਮੁਸਲਮਾਨਾਂ ਦਾ ਰਾਜ ਸੀ। ਨਹੀਂ, ਮੁਸਲਮਾਨ ਤੇ ਉਦੋਂ ਪੀਰ ਬੁੱਧੂ ਸ਼ਾਹ ਵੀ ਆਇਆ ਸੀ, ਜਿਹੜਾ ਆਪਣੇ ਭਰਾ ਸ਼ਹੀਦ ਕਰਾਇਆ ਸੀ ਭੰਗਾਣੀ ਦੇ ਜੰਗ ਦੇ ਵਿੱਚ। ਮੁਸਲਮਾਨ ਤਾਂ ਹੋਰ ਵੀ ਪੀਰ ਭੀਖਣ ਸ਼ਾਹ ਵੀ ਸੀ, ਜਿਹੜਾ ਗੁਰੂ ਸਾਹਿਬ ਦੇ ਜਨਮ ਦੇ ਸਮੇਂ ਪਟਨਾ ਸਾਹਿਬ ਗਿਆ ਸੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ। ਇਹ ਮੁਸਲਮਾਨਾਂ ਰਾਜ ਦਾ ਸੰਬੰਧ, ਜਦੋਂ ਕੋਈ ਰਾਜਨੀਤਿਕ ਬੰਦਾ ਭ੍ਰਸ਼ਟ ਹੋ ਜਾਂਦਾ ਹੈ ਨਾ, ਉਹਦਾ ਨਾ ਮੁਸਲਮਾਨਾਂ ਨਾਲ ਸੰਬੰਧ ਹੁੰਦਾ ਹੈ, ਨਾ ਸਿੱਖਾਂ ਨਾਲ ਤੇ ਨਾ ਹਿੰਦੂਆਂ ਦੇ ਨਾਲ। ਉਹ ਤਾਂ ਉਹਨਾਂ ਚੀਜ਼ਾਂ ਦੀ ਸਿਰਫ ਵਰਤੋਂ ਕਰਦਾ ਹੈ। ਅੱਜ ਸਿੱਖਾਂ ਦੀ ਵੀ ਵਰਤੋਂ ਹੋ ਰਹੀ ਹੈ। ਅੱਜ ਵੀ ਵਰਤੋਂ ਹੋ ਰਹੀ ਵੀ ਨੀਲੀ ਪੱਗ ਦੀ ਵਰਤੋਂ ਕਰ ਲਓ, ਇਹਦੇ ਨਾਲ ਹੀ ਤੁਸੀਂ ਸਿੱਖਾਂ ਨੂੰ ਕਾਬੂ ਕਰ ਲਓ ਸਾਰਿਆਂ ਨੂੰ। ਬਈ ਕੰਮ ਸਿੱਖਾਂ ਵਾਲੇ ਕਰੋਗੇ ਤਾਂ ਇਸ ਪੱਗ ਦਾ ਮੁੱਲ ਪੈਣਾ। ਪੱਗ ਤੇ ਗੁਰੂ ਦੀ ਹੀ ਨੀਲੀ, ਪਰ ਇਹਨੇ ਕੰਮ ਤਾਂ ਦੇਣਾ ਜੇ ਅੰਦਰ ਗੱਲ ਹੋਈ। ਜੇ ਅੰਦਰ ਹੋਇਆ ਝੂਠ ਤੇ ਫਰੇਬ, ਇਹ ਪੱਗ ਬਹੁਤੀ ਚਿਰ ਚੱਲਣੀ ਨਹੀਂ। ਫਿਰ ਹਾਂ, ਖਾਲਸੇ ਦੇ ਕੋਲ ਰਹਿ ਗਈ ਹੈ। ਇਸ ਪੱਗ ਨੂੰ ਵੈਸੇ ਕੋਈ ਹਿਲਾਉਣ ਵਾਲਾ ਨਹੀਂ, ਪਰ ਇਸ ਪੱਗ ਦਾ ਓਠ ਲੈ ਕੇ ਜੇ ਫਰੇਬ ਦਾ ਰਾਜ ਕਾਇਮ ਕਰਨਾ, ਉਹ ਬਹੁਤਾ ਲੰਮਾ ਚਿਰ ਨਹੀਂ ਚੱਲਦਾ। ਥੋੜਾ ਚਿਰ ਲੋਕ ਧੋਖੇ ਵਿੱਚ ਆ ਜਾਂਦੇ ਨੇ ਵੇਖ ਕੇ। ਤਾਂ ਔਰੰਗਜ਼ੇਬ ਨੂੰ ਮਹਾਰਾਜ ਕਹਿੰਦੇ ਤੂੰ ਕੋਈ ਮੁਸਲਮਾਨ ਥੋੜ੍ਹੀ ਹੈ। ਤੂੰ ਕਿਹੜਾ ਹੱਜ ਕਰਦਾ ਫਿਰਨਾ, ਤੂੰ ਕਿਹੜੀ ਨਮਾਜ਼ ਪੜ੍ਹਨਾ ਹੈ। ਤੂੰ ਇਹ ਸਾਰਾ ਝੂਠ ਫਰੇਬ ਲੋਕਾਂ ਨੂੰ ਵਿਖਾ ਰਿਹਾ ਕਰ ਕਰਕੇ। ਇਹ ਕਰਨਾ ਪੈਂਦਾ, ਇਹਨਾਂ ਲੋਕਾਂ ਨੂੰ ਵਿਖਾਉਣਾ ਪੈਂਦਾ, ਸਾਰਾ ਕੁਝ ਕਹਿੰਦੇ ਕਰਨਾ ਪੈਂਦਾ। ਇਸ ਲਈ ਕਿਸੇ ਨੇ ਕਿਹਾ ਸੀ ਵੀ ਇੱਕ ਬੰਦਾ ਜਾ ਰਿਹਾ ਸੀ, ਉਹਨੇ ਉੱਤੋਂ ਦੀ ਗਾਤਰਾ ਵੀ ਪਾਇਆ ਹੋਇਆ ਸੀ ਤੇ ਤਿਲਕ ਵੀ ਲਾਇਆ ਹੋਇਆ ਸੀ ਮੱਥੇ ਤੇ, ਮੰਦਰ ਵਾਲਾ ਉਹ ਵੀ ਗਲ ਵਿੱਚ ਪਰਨਾ ਵੀ ਪਾਇਆ ਹੋਇਆ ਸੀ ਤੇ ਮਸੀਤ ਵਾਲਿਆਂ ਵਾਲਾ ਵੀ ਪਾਇਆ ਹੋਇਆ ਸੀ। ਉਹ ਪਾਉਣਾ ਪੈਂਦਾ ਇਹਨਾਂ ਲੋਕਾਂ ਨੂੰ ਖੁਸ਼ ਕਰਨ ਵਾਸਤੇ। ਤਾਂ ਇਹ ਜਿਹੜੇ ਗੁਰੂ ਸਾਹਿਬ ਕਹਿੰਦੇ ਬਈ ਤੂੰ ਆਪਣੇ ਭਰਾਵਾਂ ਨੂੰ ਮਾਰਿਆ ਗੱਦੀ ਵਾਸਤੇ, ਧਰਮ ਨੂੰ ਤੂੰ ਮਾਰ ਦਿੱਤਾ। ਭਰਾ ਇਹਨੇ ਮਾਰ ਦਿੱਤੇ ਸੀ ਔਰੰਗਜ਼ੇਬ ਨੇ। ਪਹਿਲਾਂ ਇਹਨੇ ਆਪਣਾ ਪਿਤਾ ਮਾਰਿਆ ਸੀ, ਜਿਹੜਾ ਸ਼ਾਹਜਹਾਨ ਸੀ। ਸ਼ਾਹਜਹਾਨ ਨੂੰ ਪਹਿਲਾਂ ਇਹਨੇ ਮਾਰਿਆ, ਉਹਨੂੰ ਕੈਦ ਕੀਤਾ ਪਹਿਲਾਂ। ਫਿਰ ਆਪਣਾ ਭਰਾ ਜਿਹੜਾ ਦਾਰਾ ਸ਼ਿਕੋਹ ਸੀ, ਦਾਰਾ ਸ਼ਿਕੋਹ ਗੁਰੂ ਸਾਹਿਬ ਦੇ ਕੋਲ, ਗੁਰੂ ਸਾਹਿਬ ਦਾ ਸ਼ਰਧਾਲੂ ਸੀ, 7ਵੇਂ ਪਾਤਸ਼ਾਹ ਦਾ, ਗੁਰੂ ਹਰਿਰਾਏ ਸਾਹਿਬ ਮਹਾਰਾਜ। ਇਹ ਦਾਰਾ ਸ਼ਿਕੋਹ ਨੂੰ ਪਹਿਲਾਂ ਔਰੰਗਜ਼ੇਬ ਨੇ ਮਰਵਾਉਣਾ ਚਾਹਿਆ ਸੀ। ਉਹਨੂੰ ਇਹਨੇ ਖਵਾ ਦਿੱਤਾ ਸੀ ਸ਼ੇਰ ਦੀ ਮੁੱਛ ਦਾ ਵਾਲ, ਹਕੀਮਾਂ ਤੋਂ ਮਿਲਦਾ, ਜਿਹੜੇ ਸ਼ੇਰਾਂ ਦੇ ਸ਼ਿਕਾਰ ਕਰਦੇ ਉਹਨਾਂ ਕੋਲ ਮਿਲ ਜਾਂਦਾ। ਉਹ ਵਾਲ ਜਿਹੜਾ ਬੰਦਾ ਖਾ ਜਾਏ ਭੋਜਨ ਵਿੱਚ, ਧੋਖੇ ਨਾਲ ਇਹਨੂੰ ਖਵਾ ਦਿੱਤਾ ਦਾਰਾ ਸ਼ਿਕੋਹ ਨੂੰ। ਉਹ ਬੰਦਾ ਫਿਰ ਬਚਦਾ ਨਹੀਂ, ਮੰਜੇ ਤੇ ਪੈ ਕੇ ਮਰ ਜਾਂਦਾ। ਉਹ ਦਾਰਾ ਸ਼ਿਕੋਹ ਨੂੰ ਖਵਾ ਦਿੱਤਾ, ਉਹ ਵਿਚਾਰਾ ਬਿਮਾਰ ਪੈ ਗਿਆ। ਜਦੋਂ ਉਹਦਾ ਇਲਾਜ ਨਾ ਹੋਇਆ ਤਾਂ ਫਿਰ ਕਿਸੇ ਹਕੀਮ ਨੇ ਕਿਹਾ ਵੀ ਇਹਦੇ ਵਾਸਤੇ ਇੱਕ ਜਿਹੜੀ ਹਾਥੀ ਦੇ ਸਿਰ ਦੇ ਵਿੱਚੋਂ ਮੋਤੀ ਨਿਕਲਦਾ ਉਹ ਚਾਹੀਦਾ। ਉਹ ਸਾਰੇ ਹਿੰਦੁਸਤਾਨ ਵਿੱਚੋਂ ਲੱਭਿਆ, ਮਿਲਿਆ ਨਾ। ਉਹ ਮਿਲਿਆ ਗੁਰੂ ਹਰਿਰਾਏ ਸਾਹਿਬ ਜੀ ਦੇ ਕੋਲੋਂ। ਇੱਥੇ ਦਵਾਖਾਨਾ ਸੀ ਕੀਰਤਪੁਰ ਸਾਹਿਬ ਦੇ ਵਿੱਚ, ਉੱਥੋਂ ਇਹ ਬਚਿਆ ਸੀ। ਉਹ ਖਾ ਕੇ ਤੇ ਫਿਰ ਗੁਰੂ ਸਾਹਿਬ ਦਾ ਸ਼ਰਧਾਲੂ ਬਣਿਆ ਸੀ ਤੇ ਗੁਰੂ ਸਾਹਿਬ ਨੂੰ ਮਿਲਣ ਆਇਆ ਤੇ ਮਹਾਰਾਜ ਨੇ ਇਹਨੂੰ, ਇਹ ਸੀ ਰੱਬ ਦਾ ਨਾਮ ਜਪਣ ਵਾਲਾ ਦਾਰਾ ਸ਼ਿਕੋਹ, ਜਿਹੜਾ ਔਰੰਗਜ਼ੇਬ ਦਾ ਭਰਾ ਹੈ। ਤੇ ਗੁਰੂ ਸਾਹਿਬ ਨੇ ਇਹਨੂੰ ਬੜਾ ਸਤਿਕਾਰ ਦਿੱਤਾ। ਤੇ ਔਰੰਗਜ਼ੇਬ ਬੜਾ ਵਹਿਮੀ ਸੀ, ਇਹਨੇ ਕਿਹਾ ਵੀ ਤੇ ਗੁਰੂ ਸਾਹਿਬ ਦੇ ਨਾਲ ਇਹਦੀ ਗੱਲਬਾਤ ਹੈ ਤੇ ਕਿਤੇ ਗੁਰੂ ਸਾਹਿਬ ਨੂੰ ਮਿਲ ਕੇ ਤੇ ਮੇਰੇ ਤੋਂ ਤਖਤ ਨਾ ਖੋਹ ਲਵੇ। ਇਹਨੇ ਦਾਰਾ ਸ਼ਿਕੋਹ ਨੂੰ ਵੀ ਫੜ ਲਿਆ। ਉਹ ਫਕੀਰ ਸੀ ਬੰਦਾ, ਉਹਨੂੰ ਵੀ ਇਹਨੇ ਮਰਵਾ ਦਿੱਤਾ ਸੀ। ਤਾਂ ਗੁਰੂ ਸਾਹਿਬ ਕਹਿੰਦੇ ਔਰੰਗਜ਼ੇਬ ਤੇਰਾ ਕਾਹਦਾ ਤਖਤ ਹੈ, ਕਾਹਦਾ ਤੇਰਾ ਰਾਜ ਹੈ, ਭਰਾ ਤੂੰ ਮਾਰੇ ਨੇ। ਭੈਣ ਆਪਣੀ ਇਹਨੇ ਮਾਰ ਦਿੱਤੀ ਸੀ ਔਰੰਗਜ਼ੇਬ ਨੇ, ਕਿਉਂਕਿ ਇਹਨਾਂ ਲੋਕਾਂ ਵਾਸਤੇ ਇੱਕ ਚੀਜ਼ ਸਭ ਤੋਂ ਵੱਡੀ ਹੁੰਦੀ, ਉਹਨੂੰ ਕਹਿੰਦੇ ਰਾਜ ਗੱਦੀ। ਉਹਦੇ ਵਾਸਤੇ ਇਹ ਭੈਣ ਭਰਾ ਨੂੰ ਜਾਂ ਕਿਸੇ ਨੂੰ, ਇਹਨਾਂ ਵਾਸਤੇ ਕੁਝ ਨਹੀਂ ਅਰਥ ਰੱਖਦਾ, ਵਿਸ਼ਵਾਸ ਨਹੀਂ। ਇੱਕ ਇਹਨਾਂ ਨੂੰ ਇਹ ਸਿਖਾਇਆ ਜਾਂਦਾ ਵੀ ਕਿਸੇ ਦਾ ਭਰੋਸਾ ਨਹੀਂ ਕਰਨਾ।
ਤੇ ਜੇ ਕੋਈ ਬੰਦਾ ਆਪਣੇ ਗੱਦੀ ਵਾਸਤੇ ਪਰਿਵਾਰ ਨੂੰ ਔਰੰਗਜ਼ੇਬ ਨੇ ਖਤਮ ਕੀਤਾ ਤੇ ਕੋਈ ਵੱਡੀ ਗੱਲ ਨਹੀਂ। ਹੁਣ ਵਾਲਿਆਂ ਨੇ ਤੇ ਆਪਣੇ ਗੁਰੂ ਦੀ ਵੀ ਬੇਅਦਬੀ ਕਰਾ ਦਿੱਤੀ ਆਪਣੀ ਗੱਦੀ ਵਾਸਤੇ, ਉਹਦੇ ਤੋਂ ਵੀ ਗੁਰੇਜ਼ ਨਹੀਂ ਕੀਤਾ। ਤੇ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਉਹਨਾਂ ਨੂੰ ਬਚਾਇਆ ਵੀ ਇਹਨਾਂ ਨੂੰ ਕੁਝ ਆਖੇ ਨਾ, ਕਿਉਂ? ਵੋਟਾਂ ਮਿਲਣੀਆਂ ਸਨ ਉਹਨਾਂ ਕੋਲੋਂ। ਇਸ ਲਈ ਇਹ ਰਾਜਨੀਤੀ ਗੁਰੂ ਸਾਹਿਬ ਨੇ ਨਹੀਂ ਸੀ ਦੱਸੀ। ਜਿਹੜੀ ਧਰਮ ਤੇ ਰਾਜਨੀਤੀ ਇਕੱਠੀ ਕੀਤੀ ਸੀ ਉਹਦੇ ਅਰਥ ਹੋਰ ਸਨ ਕਿ ਰਾਜਨੀਤੀ ਧਰਮ ਦੇ ਅਧੀਨ ਚੱਲੇਗੀ, ਥੱਲੇ ਚੱਲੇਗੀ, ਧਰਮ ਦੇ ਅਨੁਸਾਰ ਚੱਲੇਗੀ ਹੀ। ਕਿ ਰਾਜਨੀਤੀ ਦੇ ਆਪਣੇ ਇੱਕ ਅਲੱਗ ਤੋਂ ਚੀਜ਼ਾਂ ਹੁੰਦੀਆਂ ਨੇ, ਉਹ ਕਰਨੀਆਂ ਪੈਂਦੀਆਂ। ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਇੰਨੀ ਰਾਜਨੀਤੀ ਬਫਰ ਜਾਏ, ਇੰਨੀ ਉਹ ਉੱਤੇ ਚੜ੍ਹ ਜਾਏ ਕਿ ਉਹ ਧਰਮ ਨੂੰ ਜਾ ਕੇ ਹੱਥ ਪਾ ਲਏ। ਇਸ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਔਰੰਗਜ਼ੇਬ ਤੇਰੇ ਕੋਲ ਰੱਬ ਦੀ ਬਖਸ਼ਿਸ਼ ਹੈ ਨਹੀਂ, ਸਾਡੇ ਕੋਲ ਰੱਬ ਦੀ ਬਖਸ਼ਿਸ਼ ਹੈ। ਖੁਦਾਵੰਦ ਬਖਸ਼ੰਦੇ ਐਸ਼ ਅਰਸ਼, ਸਾਡੇ ਕੋਲ ਅਰਸ਼ ਦੀ ਐਸ਼ ਹੈ, ਸਾਡੇ ਕੋਲ ਰੱਬ ਦੇ ਘਰ ਦੀ ਐਸ਼ ਹੈ। ਮੈਂ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੀ ਕਿ ਜਿਹਦੇ ਅੰਦਰ ਇਹ ਸ਼ਹੀਦੀਆਂ ਹੋਈਆਂ ਤਾਂ ਨੇ। ਮੈਂ ਸ਼ੁਰੂ ਗੱਲ ਇੱਥੋਂ ਕੀਤੀ ਸੀ ਕਿ ਬੇਪਰਵਾਹ ਸਦਾ ਰੰਗ ਹਰਕ ਹੈ। ਉਹ ਬੇਪਰਵਾਹੀ ਕਰਕੇ ਸ਼ਹੀਦੀਆਂ ਹੋਈਆਂ ਨੇ, ਵੀ ਪਰਵਾਹ ਨਹੀਂ ਕਿਸੇ ਦੀ ਕਰਨੀ। ਹਾਂ, ਹੰਕਾਰ ਨਹੀਂ ਕਰਨਾ, ਨਿਮਰਤਾ ਵੀ ਰੱਖਣੀ ਹੈ ਤੇ ਬੇਪਰਵਾਹ ਵੀ ਰਹਿਣਾ। ਸੰਤ ਸਿਪਾਹੀ ਦੀ ਨਿਸ਼ਾਨੀ ਹੈ। ਇਹ ਗੁਰੂ ਸਾਹਿਬ ਦੇ ਵਿੱਚ ਇਹ ਬੇਪਰਵਾਹੀਆਂ ਸਨ, ਕਲਗੀਧਰ ਪਾਤਸ਼ਾਹ ਦੇ ਵਿੱਚ। ਪਹਿਲੇ ਦਿਨ ਤੋਂ ਹੀ ਉਹ IAS ਕੰਮ ਵਾਸਤੇ ਸਨ। ਉਹਨਾਂ ਨੇ ਆਪਣੀ ਸ਼ੁਰੂਆਤ ਤੋਂ ਲੈ ਕੇ ਹੀ ਇਹ ਕੰਮ ਸ਼ੁਰੂ ਕਰ ਦਿੱਤਾ ਸੀ। ਔਰ ਇੱਕ ਗੱਲ ਮੈਂ ਵਿਕਣ ਦੀ ਗੱਲ ਕਰ ਰਿਹਾ ਸੀ ਵੀ ਧਰਮੀ ਬੰਦੇ ਨੂੰ ਖਰੀਦਿਆ ਨਹੀਂ ਜਾ ਸਕਦਾ। ਇਸੇ ਕਰਕੇ ਹੀ ਜਿਹੜੇ ਰਾਜਨੀਤਿਕ ਲੋਕ ਨੇ ਇਹ ਤਿੰਨ ਚੀਜ਼ਾਂ ਦਾ ਪਹਿਲਾਂ ਇਹਨਾਂ ਸਾਰੀਆਂ ਦਾ ਪ੍ਰਯੋਗ ਕਰਦੇ ਨੇ। ਸ਼ਾਮ, ਦਾਮ ਤੇ ਦੰਡ ਭੇਦ, ਇਹ ਚਾਰ ਚੀਜ਼ਾਂ ਦੀ ਵਰਤੋਂ ਕਰਦੇ ਨੇ ਆਪਣੇ ਵਿਰੋਧੀ ਨੂੰ ਖਤਮ ਕਰਨ ਵਾਸਤੇ। ਸ਼ਾਮ, ਦਾਮ, ਸ਼ਾਮ ਦਾ ਮਤਲਬ ਹੁੰਦਾ ਉਹਦੀ ਸ਼ਰਨ ਵਿੱਚ ਪੈ ਜਾਣਾ, ਉਹਦੇ ਵਿੱਚ ਵੜ ਜਾਣਾ, ਉਹਦੇ ਪੈਰ ਫੜ ਲੈਣੇ। ਇਸ ਤਰ੍ਹਾਂ ਵੀ ਆਪਣੇ ਦੁਸ਼ਮਣ ਨੂੰ ਮਾਰਦੇ ਨੇ। ਦਾਮ, ਪੈਸੇ ਦੇ ਕੇ ਬੰਦੇ ਨੂੰ ਖਰੀਦਣਾ। ਤੇ ਦੰਡ, ਫਿਰ ਜ਼ੋਰ ਦੀ ਵਰਤੋਂ ਕਰਨੀ, ਤਾਕਤ ਦੀ ਵਰਤੋਂ ਕਰਨੀ। ਸ਼ਾਮ, ਦਾਮ, ਦੰਡ। ਤੇ ਜਦੋਂ ਦੰਡ ਦੇ ਨਾਲ ਵੀ ਕੋਈ ਕਾਬੂ ਨਾ ਆਵੇ, ਫਿਰ ਚੌਥੀ ਇਹਨਾਂ ਕੋਲ ਤਰੀਕਾ, ਉਹਨੂੰ ਕਹਿੰਦੇ ਭੇਦ। ਭੇਦ ਮੈਨੇ ਭੇਦਣਾ, ਵਿੱਚ ਵੜ ਜਾਣਾ, ਉਹਨਾਂ ਵਾਲੇ ਕੱਪੜੇ ਪਾ ਕੇ ਉਹਨਾਂ ਨੂੰ ਮਾਰਨਾ, ਉਹਨਾਂ ਵਾਲੇ ਕੱਪੜਿਆਂ ਦੇ ਵਿੱਚ ਉਹਨਾਂ ਦਾ ਨੁਕਸਾਨ ਕਰਨਾ। ਤੇ ਗੁਰੂ ਸਾਹਿਬ ਨੂੰ, ਕਲਗੀਧਰ ਪਾਤਸ਼ਾਹ ਨੂੰ ਸਾਰੇ ਇਹ ਹਥਿਆਰ ਵਰਤੇ ਸਨ ਮੁਗਲਾਂ ਨੇ, ਜਿਹੜੇ ਔਰੰਗਜ਼ੇਬ ਨੇ ਖਤਮ ਕਰਨ ਵਾਸਤੇ ਸਾਰੀ ਤਰ੍ਹਾਂ ਦੇ ਤਰੀਕੇ ਵਰਤੇ ਸਨ। ਸ਼ਾਮ ਵਿੱਚ ਵੀ ਆਏ, ਗੁਰੂ ਸਾਹਿਬ ਦੇ ਕੋਲ ਕੁਰਾਨ ਵੀ ਭੇਜੀ। ਦਾਮ ਦੀ ਜਿਹੜੀ ਪੇਸ਼ਕਸ਼ ਕੀਤੀ, ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਧਰੋਂ ਸਾਰੇ ਇਹ ਸਾਕੇ ਹੋ ਗਏ ਤੇ ਆਪ ਜੀ ਹਜ਼ੂਰ ਸਾਹਿਬ ਗਏ। ਪਹਿਲਾਂ ਉਹਨਾਂ ਨੇ ਬਹਾਦਰ ਸ਼ਾਹ ਨੂੰ ਤਖਤ ਦਵਾਇਆ ਦਿੱਲੀ ਦਾ, ਔਰੰਗਜ਼ੇਬ ਦੇ ਪੁੱਤਰ ਨੂੰ। ਕਿਵੇਂ ਦਾ ਗੁਰੂ ਹੈ ਔਰੰਗਜ਼ੇਬ! ਸਾਧ ਸੰਗਤ ਜੀ, ਗੁਰੂ ਸਾਹਿਬ ਦੇ ਪੁੱਤਰ ਸ਼ਹੀਦ ਕਰਾਉਂਦਾ ਹੈ। ਗੁਰੂ ਦੇ ਵਿੱਚ ਬੇਪਰਵਾਹੀਆਂ ਨੇ। ਉਹ ਪੁੱਤਰ ਸ਼ਹੀਦ ਕਰਾਉਂਦਾ ਹੈ ਤੇ ਜਿਹੜਾ ਬਹਾਦਰ ਸ਼ਾਹ ਹੈ, ਗੁਰੂ ਸਾਹਿਬ ਉਹਨੂੰ ਤਖਤ ਦਵਾਉਂਦੇ, ਉਹਨੂੰ ਬਾਦਸ਼ਾਹ ਬਣਾਉਂਦੇ ਨੇ, ਉਹਦੀ ਇਮਦਾਦ ਕਰਦੇ ਨੇ। ਉਹ ਤਖਤ ਤੇ ਬੈਠਾ। ਉਹਦੇ ਨਾਲ ਫਿਰ ਗੱਲ ਛੋਟੀ ਕਰਾਂ, ਜਦੋਂ ਚਲੇ ਗਏ ਇਹ ਹਜ਼ੂਰ ਸਾਹਿਬ ਦੀ ਧਰਤੀ ਤੇ, ਜਿੱਥੇ ਅੱਜ ਇੱਥੇ ਬਹਾਦਰ ਸ਼ਾਹ ਨਾਲ ਸੀ, ਗੁਰੂ ਸਾਹਿਬ ਵੀ ਨਾਲ ਸਨ। ਕਿਉਂਕਿ ਗੁਰੂ ਸਾਹਿਬ ਨੇ ਗੱਲਬਾਤ ਦਾ ਰਸਤਾ, ਭਾਵੇਂ ਕਿੰਨੀ ਜੰਗ ਕੀਤੀ। ਅੱਜ ਤੇ ਐਵੇਂ ਲੋਕ ਕਹਿ ਦਿੰਦੇ ਨੇ ਗੁਰੂ ਸਾਹਿਬ ਤੇ, ਉਦੋਂ ਦੇ ਲੋਕ ਕਹਿੰਦੇ ਸੀ ਵੀ ਰਾਂਗਲਾ ਗੁਰੂ, ਰਾਂਗਲਾ ਯਾਨੀ ਕਿ ਖੂਨ ਦੇ ਨਾਲ ਹੀ ਰੰਗਿਆ ਰਹਿੰਦਾ, ਯਾਨੀ ਕਿ ਇਹ ਤੇ ਮਾਰਦੇ ਰਹਿੰਦਾ ਲੋਕਾਂ ਨੂੰ। ਇਹ ਸਾਡੀ ਵੀ ਇਹ ਸੋਚ ਗਲਤ ਹੈ ਵੀ ਗੁਰੂ ਸਾਹਿਬ ਸਿਰਫ ਜੰਗ ਹੀ ਕਰਦੇ ਸੀ ਇਕੱਲੇ। ਗੁਰੂ ਸਾਹਿਬ ਵਰਗਾ ਤੇ ਕੋਈ ਸਾਹਿਤ ਵਿਦਵਾਨ ਨਹੀਂ ਸੀ ਜਿੰਨਾ ਉਹਨਾਂ ਨੇ ਸਾਹਿਤ ਰਚਿਆ। ਔਰ ਗੁਰੂ ਸਾਹਿਬ ਵਰਗਾ ਕੋਈ ਗੱਲਬਾਤ ਕਰਨ ਵਾਲਾ ਨਹੀਂ ਸੀ, ਟੇਬਲ ਤੇ ਬਹਿ ਕੇ ਗੁਰੂ ਸਾਹਿਬ ਦਾ ਕੋਈ ਜਵਾਬ ਨਹੀਂ ਸੀ ਦੇ ਸਕਦਾ। ਇਸ ਲਈ ਮਹਾਰਾਜ ਨੇ ਔਰੰਗਜ਼ੇਬ ਨੂੰ ਜਿਹੜੀ ਚਿੱਠੀ ਲਿਖੀ ਸੀ, ਫਤਿਹ ਦੀ ਚਿੱਠੀ, ਜਿਹਨੂੰ ਜਫਰਨਾਮਾ ਕਹਿੰਦੇ, ਜਿਹਨੂੰ ਪੜ੍ਹ ਕੇ ਉਸੇ ਵੇਲੇ ਜਿਹੜਾ ਔਰੰਗਜ਼ੇਬ ਮੰਜੇ ਤੇ ਪੈ ਗਿਆ ਸੀ, ਪਰਤ ਕੇ ਉੱਠਿਆ ਨਹੀਂ ਸੀ, ਮਰ ਗਿਆ ਸੀ ਔਰੰਗਜ਼ੇਬ। ਉਸ ਚਿੱਠੀ ਦੇ ਵਿੱਚ ਮਹਾਰਾਜ ਨੇ ਕਿਹਾ ਸੀ ਵੀ ਜੇ ਤੂੰ ਚਾਹੇ
ਤੇ ਆਪਾਂ ਗੱਲਬਾਤ ਕਰ ਸਕਨੇ ਆ, ਵਿਚਾਰ ਕਰ ਸਕਨੇ ਆ। ਕਿਉਂਕਿ ਜਿਹਦੇ ਕੋਲ ਸੱਚ ਹੈ ਉਹ ਗੱਲਬਾਤ ਵੀ ਕਰ ਸਕਦਾ ਹੈ। ਉਹਦੇ ਕੱਲਾ ਸ਼ਸਤਰ ਨਹੀਂ ਉਹਦੇ ਕੋਲ। ਅੱਜ ਤਾਂ ਐਵੇਂ ਕਹਿੰਦੇ ਵੀ ਸਿੱਖੋ ਤੁਸੀਂ ਇਕੱਲੇ ਹਥਿਆਰ ਦੀ ਗੱਲ ਕਰਦੇ ਹੋ, ਤੁਸੀਂ ਵਿਚਾਰ ਦੀ ਤੇ ਗੱਲ ਨਹੀਂ ਕਰਦੇ। ਕਦੋਂ ਨਹੀਂ ਸਿੱਖਾਂ ਨੇ ਵਿਚਾਰ ਦੀ ਗੱਲ ਕੀਤੀ? ਵਿਚਾਰ ਦੀ ਹਰ ਸਮੇਂ ਗੱਲ ਕੀਤੀ। ਵਿਚਾਰ ਕਰਨ ਨੂੰ ਤਿਆਰ ਹੁੰਦਾ ਜਿਹੜਾ ਸਚਿਆਰ ਮਨੁੱਖ ਹੈ। ਹਾਂ, ਜਿਹਦੇ ਪੱਲੇ ਝੂਠ ਹੋਵੇ ਉਹ ਨਹੀਂ ਵਿਚਾਰ ਕਰ ਸਕਦਾ, ਉਹ ਨਹੀਂ ਵਿਚਾਰ ਕਰ ਸਕਦਾ। ਜਾਂ ਫਿਰ ਉਹ ਕਹੇਗਾ ਕਿ ਪਿੱਛੇ ਜੇ ਕਹਿੰਦਾ ਸੀ, ਕਹਿੰਦੇ ਇਹ ਬੰਦੇ ਉਹਨਾਂ ਦੇ ਨੇ, ਇਹਨਾਂ ਨਾਲ ਵਿਚਾਰ ਨਹੀਂ ਕਰਨੀ। ਭਲਾ ਇਹ ਕੋਈ ਗੱਲ ਹੁੰਦੀ ਹੈ? ਉਹ ਵਿਚਾਰ ਤੇ ਹੁੰਦੀ ਹੀ ਵਿਰੋਧੀਆਂ ਦੇ ਨਾਲ ਹੈ, ਜਿਨ੍ਹਾਂ ਨਾਲ ਆਪਣੀ ਗੱਲ ਨਹੀਂ ਬਣਦੀ। ਆਪਾਂ ਉਹਨਾਂ ਨਾਲ ਵਿਚਾਰ ਕਰਕੇ ਮਤਭੇਦ ਦੂਰ ਕਰਨਾ ਹੁੰਦਾ। ਗੁਰੂ ਸਾਹਿਬ ਨੇ ਸਿੱਧਾਂ ਨਾਲ ਵਿਚਾਰ ਕੀਤੀ ਸੀ। ਸਿੱਧ ਕੋਈ ਗੁਰੂ ਸਾਹਿਬ ਦੇ ਸਿੱਖ ਥੋੜ੍ਹੀ ਸਨ। ਆਖੇ ਜੀ ਸਾਰੇ ਬੰਦੇ ਸਾਡੇ ਹੋਣਗੇ ਫਿਰ ਮੈਂ ਵਿਚਾਰ ਕਰਾਂਗਾ। ਇਹ ਵਿਚਾਰ ਕਾਹਦੀ ਹੋਈ? ਇਹ ਤਾਂ ਇੱਕ ਪਾਸੜ ਵਿਚਾਰ ਹੋ ਗਏ। ਤਾਂ ਗੁਰੂ ਸਾਹਿਬ ਜਿਹੜੇ ਨੇ ਕਲਗੀਧਰ ਪਾਤਸ਼ਾਹ ਵਿਚਾਰਧਾਰਾ ਦੇ ਬੜੇ ਮਾਹਿਰ ਸਨ। ਉਹਨਾਂ ਨੇ ਸਾਹਿਤ ਬੜਾ ਲਿਖਿਆ ਹੈ। ਔਰ ਗੁਰੂ ਸਾਹਿਬ ਨੂੰ ਸਿੱਖਾਂ ਦੇ ਮਨਾਂ ਦੇ ਵਿੱਚੋਂ ਇੱਕ ਸਿਰਫ ਸਿਪਾਹੀ ਪੇਸ਼ ਕਰਕੇ, ਇੱਕ ਦੇਸ਼ ਭਗਤ ਪੇਸ਼ ਕਰਨ ਦਾ ਯਤਨ ਕੀਤਾ ਗਿਆ ਵੀ ਸਿੱਖਾਂ ਦੇ ਮਨਾਂ ਵਿੱਚੋਂ ਗੁਰੂ ਸਾਹਿਬ ਨੂੰ ਇੱਕ ਆਮ ਸਿਪਾਹੀ ਦਾ ਰੂਪ ਦੇ ਕੇ ਤਾਂ ਹੀ ਕਿਹਾ ਗਿਆ ਵੀ ਗੁਰੂ ਸਾਹਿਬ ਨੂੰ ਤੇ ਸਾਹਿਤ ਰਚਨ ਦਾ ਟਾਈਮ ਹੀ ਨਹੀਂ ਮਿਲਿਆ। ਤਾਂ ਹੀ ਕਿਹਾ ਗਿਆ ਜਾਪ ਸਾਹਿਬ ਹੈ ਨਹੀਂ ਸੀ, ਗੁਰੂ ਸਾਹਿਬ ਦੀ ਬਾਣੀ ਨਹੀਂ। ਵੀ ਸਿੱਖਾਂ ਦੇ ਮਨ ਵਿੱਚ ਇਹ ਪਾਇਆ ਜਾਏ ਵੀ ਗੁਰੂ ਸਾਹਿਬ ਨੂੰ ਤੇ ਪੜ੍ਹਨਾ ਲਿਖਣਾ ਨਹੀਂ ਸੀ ਆਉਂਦਾ, ਉਹ ਤੇ ਡਾਂਗ ਸੋਟੇ ਹੀ ਵਾਹੁੰਦੇ ਸੀ ਬਸ। ਨਹੀਂ, ਉਹ ਤੇ ਆਪਣੇ ਹੱਥਾਂ ਨਾਲ ਆਪ ਲਿਖਦੇ। ਕਹਿੰਦੇ ਸਾਨੂੰ ਤੇ 9 ਸਾਲ ਦੀ ਉਮਰ ਵਿੱਚ ਸਾਰੀ ਵਿੱਦਿਆ ਸਾਡੇ ਪਿਤਾ ਜੀ ਨੇ ਪੜ੍ਹਾਤੀ ਸੀ। 9 ਸਾਲ ਦੀ ਉਮਰ ਵਿੱਚ, 9 ਸਾਲ ਦੀ ਉਮਰ ਵਿੱਚ ਪਿਤਾ ਦਿੱਲੀ ਵੱਲ ਤੋਰੇ ਸਨ ਨਾ। ਉਹਦੇ ਤੋਂ ਪਹਿਲਾਂ ਕਹਿੰਦੇ ਵੀ ਮਦਰ ਦੇਸ਼ ਹਮਕੋ ਲੈ ਆਏ, ਭਾਂਤ ਭਾਂਤ ਦਾਇਨ ਦਿਲ ਰਾਏ, ਕੀਨੀ ਅਨਕ ਭਾਂਤ ਤਨ ਰੱਛਾ, ਦੀਨੀ ਭਾਂਤ ਭਾਂਤ ਕੀ ਸਿੱਛਾ। ਉੱਥੇ ਬੜੀ ਤਰ੍ਹਾਂ ਦੀ ਸਾਨੂੰ ਵਿੱਦਿਆ ਵੀ ਸਾਡੇ ਗੁਰੂ ਸਾਹਿਬ ਨੇ, ਸਾਡੇ ਪਿਤਾ ਜੀ ਨੇ, ਗੁਰੂ ਤੇਗ ਬਹਾਦਰ ਸਾਹਿਬ ਨੇ ਵਿੱਦਿਆ ਵੀ ਸਾਨੂੰ ਇੱਥੇ ਅਨੰਦਪੁਰ ਸਾਹਿਬ ਵਿੱਚ ਪੜ੍ਹਾਈ ਸੀ। 9 ਸਾਲ ਦੀ ਉਮਰ ਵਿੱਚ ਮਹਾਰਾਜ ਨੂੰ ਸਾਰੀਆਂ ਭਾਸ਼ਾ ਆਉਂਦੀਆਂ ਸੀ। ਫਿਰ ਉਹਨਾਂ ਦੀ ਕਵਿਤਾ ਹੈ, ਕਵਿਤਾ ਪੜ੍ਹ ਕੇ ਵੇਖੋ ਉਹਨਾਂ ਦੀ। ਮਹਾਰਾਜ ਕਰਨਗੇ ਗੱਲ ਰੱਬ ਦੀ, ਤਾਂ ਮੈਂ ਅੱਜ ਦਾ ਕਨਸੈਪਟ ਕਹਿ ਰਿਹਾ ਵੀ ਸੰਤ ਸਿਪਾਹੀ ਹੈ। ਕਰਨਗੇ ਗੱਲ ਰੱਬ ਦੀ, ਪਰ ਗੱਲ ਇਸ ਤਰ੍ਹਾਂ ਕਰਨਗੇ ਜਿਵੇਂ ਤਲਵਾਰ ਚੱਲਦੀ ਹੈ। ਕਰਨਗੇ ਗੱਲ ਰੱਬ ਦੀ, ਪਰ ਭਾਸ਼ਾ ਇਸ ਤਰ੍ਹਾਂ ਦੀ ਹੋਵੇਗੀ ਜਿਵੇਂ ਬੰਦੂਕ ਚੱਲਦੀ, ਜਿਵੇਂ ਤੀਰ ਚੱਲਦਾ। ਆ ਸਵਈਏ ਪੜ੍ਹ ਲਓ। ਸਵਈਆਂ ਦੇ ਵਿੱਚ ਵੇਖੋ, ਸ਼ਰਾਵਗ ਸੁਧ ਸਮੂਹ ਸਿਧਾਨ ਕੇ, ਦੇਖ ਫਿਰਿਓ ਕਰ ਜੋਗ ਜਤੀ ਕੇ, ਜਿਵੇਂ ਗੱਤਕਾ ਖੇਡਿਆ ਜਾ ਰਿਹਾ। ਜਾਂ ਕਹਿੰਦੇ ਨੇ ਵੀਰ ਅਪਾਰ ਵੱਡੇ ਬਰਿਆਰ, ਅਬਚਾਰੈ ਸਾਰ ਕੀ ਧਾਰ ਪਛਈਆ, ਤੋਰਤ ਦੇਸ ਮਲਿੰਦ ਮਵਾਸਨ ਮਾਤੇ, ਗਜਾਨ ਕੇ ਮਾਨ ਮਲਈਆ, ਗਾੜੇ ਗੜਾਨ ਕੇ ਤੋੜਨ ਹਾਰ, ਸੋ ਬਾਤ ਨਹੀਂ ਚੱਕ ਚਾਰ ਲਵਈਆ, ਸਾਹਿਬ ਸ੍ਰੀ ਸਭ ਕੋ ਸਿਰਨਾਇਕ, ਜਾਚਕ ਅਨੇਕ ਸੋ ਏਕ ਦਵਈਆ। ਇਹਦੀ ਜਿਹੜੀ ਚਾਲ ਹੈ ਉਹ ਹੀ ਇਸ ਤਰ੍ਹਾਂ ਜਿਵੇਂ ਤਲਵਾਰ ਪਈ ਚੱਲਦੀ ਹੈ। ਇਸ ਲਈ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਪੜ੍ਹਨੀ ਸੂਰਮਿਆਂ ਦਾ ਕੰਮ ਹੈ, ਆ ਮਾੜੇ ਮੋਟਿਆਂ ਦਾ ਕੰਮ ਨਹੀਂ। ਤਾਂ ਹੀ ਕਹਿੰਦੇ ਗੁਰੂ ਸਾਹਿਬ ਨੇ ਬਾਣੀ ਕੋਈ ਨਹੀਂ ਸੀ ਰਚੀ। ਇਹਨਾਂ ਤੋਂ ਤਾਂ ਪੜ੍ਹੀ ਵੀ ਨਹੀਂ ਜਾਣੀ। ਇਹਨਾਂ ਨੂੰ ਤੇ ਡਰ ਆਉਂਦਾ ਹਰ ਇੱਕ ਚੀਜ਼ ਤੋਂ। ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦੀ ਕਿਰਪਾਨ ਤੋਂ ਵੀ ਡਰ ਆਉਂਦਾ ਕਿ ਕਿਰਪਾਨ ਤੇ ਉਦੋਂ ਲੋੜ ਸੀ ਜੀ, ਹੁਣ ਤੇ ਲੋੜ ਹੈ ਨਹੀਂ। ਆਖੇ ਹੁਣ ਤਾਂ ਬੜੀ ਵੱਡੀਆਂ ਮਿਜ਼ਾਈਲਾਂ ਆ ਗਈਆਂ, ਹੁਣ ਤੇ ਕਿਰਪਾਨ ਦੀ ਲੋੜ ਨਹੀਂ ਰਹੀ। ਵੀ ਕਿਸੇ ਤਰ੍ਹਾਂ ਇਹਨਾਂ ਨੂੰ ਸ਼ਸਤਰਹੀਣ ਖਤਮ ਕੀਤਾ ਜਾਏ। ਇਹਨਾਂ ਦਾ ਜਿਹੜਾ ਬਾਹਰਲਾ ਸਰੂਪ ਹੈ ਨਾ, ਉਹਨੂੰ ਖਤਮ ਕਰ ਦਿੱਤਾ ਜਾਏ। ਸਤਿਗੁਰੂ ਨੇ ਇੰਨੇ ਜੰਗ ਕੀਤੇ, ਇਹਦੇ ਬਾਵਜੂਦ ਵੀ ਉਹਨਾਂ ਨੇ ਗੱਲਬਾਤ ਤੇ ਕਲਮ ਦਾ ਰਸਤਾ ਨਹੀਂ ਛੱਡਿਆ। ਇਸ ਕਰਕੇ ਬਹਾਦਰ ਸ਼ਾਹ ਨੂੰ ਜਦੋਂ ਉਹ ਗੱਦੀ ਤੇ ਬੈਠਾ, ਇਹ ਸਾਧ ਸੰਗਤ ਜੀ ਆਗਰੇ ਦੇ ਕਿਲੇ ਦੀ ਗੱਲ ਹੈ, ਜਦੋਂ ਮਹਾਰਾਜ ਉੱਥੇ ਉਸ ਥਾਂ 'ਤੇ ਸ਼ਾਮਲ ਹੋਏ ਇਸ ਫੰਕਸ਼ਨ ਦੇ ਵਿੱਚ, ਜਦੋਂ ਬਹਾਦਰ ਸ਼ਾਹ ਗੱਦੀ 'ਤੇ ਬੈਠਾ ਸੀ, ਉਹਨੇ ਗੁਰੂ ਸਾਹਿਬ ਨੂੰ ਬੁਲਾਇਆ ਸੀ। ਔਰ ਗੁਰੂ ਸਾਹਿਬ ਸਮੇਤ ਘੋੜੇ ਦੇ ਅੰਦਰ ਆਗਰੇ ਦੇ ਕਿਲੇ ਵਿੱਚ, ਨਹੀਂ ਤੇ ਬਾਦਸ਼ਾਹ ਦੇ ਦਰਬਾਰ ਵਿੱਚ ਕੋਈ ਘੋੜੇ 'ਤੇ ਨਹੀਂ ਜਾ ਸਕਦਾ। ਮਹਾਰਾਜ ਸਮੇਤ ਘੋੜੇ 'ਤੇ ਚੜ੍ਹੇ ਹੀ ਅੰਦਰ ਚਲੇ ਗਏ ਸੀ ਆਗਰੇ ਦੇ ਕਿਲੇ ਵਿੱਚ। ਦਰਬਾਰ ਲੱਗਾ ਹੋਇਆ ਸੀ। ਤੇ ਜਿਹੜਾ ਬਾਦਸ਼ਾਹ ਬਹਾਦਰ ਸ਼ਾਹ ਹੈ, ਉਹਦੇ ਸਾਰੇ ਅੱਗੇ
ਜਿਹੜੇ ਜਰਨੈਲ ਸਨ, ਕਾਜੀ ਸਨ, ਮੁੱਲਾ ਸਨ, ਸਾਰੇ ਇਕੱਠੇ ਹੋਏ ਸੀ। ਗੱਲ ਸੁਣਨ ਵਾਲੀ ਹੈ। ਜਦੋਂ ਉਹਨਾਂ ਨੇ ਵੇਖਿਆ ਵੀ ਇਹ ਸਿੱਖਾਂ ਦਾ ਗੁਰੂ ਘੋੜੇ ਤੇ ਚੜ੍ਹ ਕੇ ਆ ਗਿਆ, ਉਹਨਾਂ ਨੂੰ ਤਲਖੀ ਹੋਈ, ਗੁੱਸਾ ਆਇਆ ਵੀ ਇਹ ਸਾਡੀ ਤੋਹੀਨ ਹੈ ਸਾਡੇ ਰਾਜ ਦੀ, ਵੀ ਘੋੜੇ ਤੇ ਚੜ੍ਹ ਕੇ ਆ ਗਿਆ। ਮਹਾਰਾਜ ਕਹਿੰਦੇ ਮੈਂ ਜਿਹੜੀ ਗੱਦੀ ਤੇ ਬੈਠਾ ਨਾ, ਉਹ ਕਿਸੇ ਦੇ ਦਰਬਾਰ ਦੀ ਹਾਜ਼ਰੀ ਨਹੀਂ ਭਰਦੀ, ਉਹਦਾ ਆਪਣਾ ਦਰਬਾਰ ਲੱਗਦਾ। ਗੱਦੀ ਗੁਰੂ ਨਾਨਕ ਦੀ ਹੈ, ਇਸ ਕਰਕੇ ਮੈਂ ਘੋੜੇ ਤੇ ਚੜ੍ਹ ਕੇ ਆਇਆ। ਗੱਦੀਆਂ ਤੇ ਬਹਿਣਾ ਸੌਖਾ, ਗੱਦੀ ਦੀ ਮਾਣ ਮਰਿਆਦਾ ਰੱਖਣੀ ਬੜੀ ਔਖੀ ਹੈ। ਮਾਣ ਮਰਿਆਦਾ ਕਾਇਮ ਰੱਖੀ। ਜਦੋਂ ਅੰਦਰ ਆ ਗਏ ਤੇ ਬਾਦਸ਼ਾਹ ਨੇ, ਸਾਧ ਸੰਗਤ ਜੀ, ਬਹਾਦਰ ਸ਼ਾਹ ਨੇ ਗੁਰੂ ਸਾਹਿਬ ਨੂੰ ਇੱਕ ਪੁਸ਼ਾਕ ਦਿੱਤੀ। ਬਾਦਸ਼ਾਹੀ ਪੁਸ਼ਾਕ ਸੀ ਜਿਹੜੀ ਜਦੋਂ ਦਿੱਤੀ, ਸੇਵਕ ਜਿਹੜਾ ਸੀ ਬਾਦਸ਼ਾਹ ਦਾ ਲੈ ਕੇ ਗਿਆ ਵੀ ਗੁਰੂ ਸਾਹਿਬ ਨੂੰ ਭੇਟਾ ਕਰੋ। ਤੇ ਮਹਾਰਾਜ ਕਹਿੰਦੇ ਬਹਾਦਰ ਸ਼ਾਹ, ਇਹ ਸਰਕਾਰੀ ਦਰਬਾਰ ਦਾ ਤੁਹਾਡਾ ਨਿਯਮ ਹੁੰਦਾ ਹੈ ਵੀ ਜੇ ਬਾਦਸ਼ਾਹ ਪੁਸ਼ਾਕ ਦੇਵੇ ਤੇ ਉਸ ਬੰਦੇ ਨੂੰ ਉੱਥੇ ਖੜੇ ਖਲੋਤੇ ਨੂੰ ਪਾਉਣੀ ਪੈਂਦੀ ਹੈ, ਕਿਉਂਕਿ ਬਾਦਸ਼ਾਹ ਆਪਣੇ ਥੱਲੇ ਰੱਖਣਾ ਚਾਹੁੰਦਾ ਸਾਰਿਆਂ ਨੂੰ। ਇਹ ਨਹੀਂ ਵੀ ਘਰ ਲੈ ਜਾਏਗਾ, ਉਹਨੂੰ ਉੱਥੇ ਹੀ ਪਾਉਣੀ ਪੈਂਦੀ ਜਿਹਨੂੰ ਬਾਦਸ਼ਾਹ ਦੇਵੇ। ਤੇ ਬਹਾਦਰ ਸ਼ਾਹ ਕਹਿੰਦਾ ਮਹਾਰਾਜ ਤੁਸੀਂ ਮੇਰੇ ਦਰਬਾਰੀ ਬਣ ਕੇ ਨਹੀਂ ਆਏ, ਤੁਸੀਂ ਮੇਰੇ ਵਾਸਤੇ ਸਤਿਕਾਰਯੋਗ ਹੋ, ਤੁਹਾਡੇ ਉੱਤੇ ਇਹ ਕਾਨੂੰਨ ਲਾਗੂ ਨਹੀਂ ਹੁੰਦਾ। ਮਹਾਰਾਜ ਕਹਿੰਦੇ ਅਸੀਂ ਤੇਰੀ ਪੁਸ਼ਾਕ ਇੱਥੇ ਨਹੀਂ ਪਾਉਣੀ, ਨਾਲ ਲੈ ਜਾਂਦੇ ਹਾਂ, ਤੂੰ ਪਿਆਰ ਨਾਲ ਦਿੱਤੀ ਹੈ। ਇੱਥੇ ਹੀ ਉਹ ਕਾਜੀ ਸੀ ਜਿਹਨੇ ਗੁਰੂ ਸਾਹਿਬ ਨੂੰ ਕਿਹਾ ਸੀ ਕਰਾਮਾਤ ਕਰਕੇ ਵਿਖਾਓ, ਕਰਾਮਾਤ ਕਰਕੇ ਵਿਖਾਓ। ਤੇ ਮਹਾਰਾਜ ਕਹਿੰਦੇ ਕਾਜੀ ਸਾਹਿਬ ਤੁਸੀਂ ਆਪਣੀ ਨਮਾਜ਼ ਪੜ੍ਹੋ, ਸਾਡੇ ਰਾਹ ਵਿੱਚ ਨਾ ਆਵੋ, ਸਾਡਾ ਕੰਮ ਥੋੜ੍ਹਾ ਜਿਹਾ ਹੋਰ ਤਰ੍ਹਾਂ ਦਾ ਹੈ ਤੇ ਚੰਗਾ ਹੋਵੇਗਾ ਤੁਸੀਂ ਸਾਡੇ ਤੋਂ ਥੋੜ੍ਹੀ ਜਿਹੀ ਪਰੇ ਰਹੋ, ਨਾਲੇ ਸਾਨੂੰ ਟਾਈਮ ਨਹੀਂ ਤੇਰੇ ਨਾਲ ਗੱਲ ਕਰਨ ਦਾ ਅੱਜ। ਪਰ ਉਹ ਅੜੀਅਲ ਸੀ ਬੜਾ, ਉਹਨੇ ਅੜੀ ਕੀਤੀ ਤੇ ਕਹਿੰਦਾ ਕਰਾਮਾਤ ਵਿਖਾਓ ਜੇ ਤੁਸੀਂ ਫਕੀਰ ਹੋ। ਤੇ ਸਤਿਗੁਰੂ ਨੇ ਉਹਨੂੰ ਟਾਲਣ ਵਾਸਤੇ ਨਾ ਕਹਿੰਦੇ ਅੱਜ ਕਰਾਮਾਤ ਬਹਾਦਰ ਸ਼ਾਹ ਦੇ ਮੂੰਹ ਦੇ ਵਿੱਚ ਹੈ। ਕਿਉਂ? ਬਾਦਸ਼ਾਹ ਬਣ ਗਿਆ, ਜੋ ਕਹੇਗਾ ਉਹ ਹੀ ਹੋ ਜਾਣਾ, ਇਹਨੂੰ ਕਰਾਮਾਤ ਕਹਿੰਦੇ ਨੇ। ਕਾਜੀ ਕਹਿੰਦਾ ਨਹੀਂ, ਇਹ ਤੇ ਸੰਸਾਰ ਦੀਆਂ ਗੱਲਾਂ ਨੇ, ਕੋਈ ਹੋਰ ਕਰਾਮਾਤ ਵਿਖਾਓ। ਮਹਾਰਾਜ ਨੇ ਫਿਰ ਦੂਜਾ ਬਚਨ ਕੀਤਾ, ਕਹਿਣ ਲੱਗੇ ਕਾਜੀ ਜੀ ਦੂਜੀ ਕਰਾਮਾਤ ਮੋਹਰ ਵਿਖਾਈ ਮਹਾਰਾਜ ਨੇ। ਕਹਿੰਦੇ ਯਾਰ ਰੁਪਈਆ ਵੀ ਕਰਾਮਾਤ ਹੈ, ਜਿਹੜਾ ਕੰਮ ਕਿਸੇ ਚੀਜ਼ ਨਾਲ ਨਾ ਹੋਵੇ ਇਹਦੇ ਨਾਲ ਵੀ ਹੋ ਜਾਂਦਾ ਹੈ, ਮਾਇਆ ਨਾਲ। ਕਹਿੰਦੇ ਨਹੀਂ ਇਹ ਤਾਂ ਇੱਕ ਆਮ ਸੰਸਾਰੀ ਚੀਜ਼ ਹੈ। ਤੇ ਸਤਿਗੁਰੂ ਨੇ ਕਿਹਾ ਵੀ ਇਹ ਮੰਨਦਾ ਤੇ ਨਹੀਂ। ਮਹਾਰਾਜ ਨੇ ਉਸੇ ਵੇਲੇ ਆਪਣੇ ਮਿਆਨ ਦੇ ਵਿੱਚੋਂ ਤਲਵਾਰ ਤੇ ਹੱਥ ਪਾ ਕੇ ਤਲਵਾਰ ਜਦੋਂ ਕੱਢੀ ਨਾ ਅੱਧੀ ਕੋ ਬਾਹਰ, ਕਹਿੰਦੇ ਫਿਰ ਤੀਜੀ ਕਰਾਮਾਤ ਕਾਜੀ ਸਾਹਿਬ ਹੁਣ ਆਏ, ਜਿਹੜੀ ਹੁਣ ਪਰਤ ਕੇ ਤੈਨੂੰ ਇਹ ਨਹੀਂ ਕਹਿਣ ਦੇਗੀ ਵੀ ਕਰਾਮਾਤ ਵਿਖਾਓ, ਹੁਣ ਤਿਆਰ ਹੋ ਜਾ ਜੇ ਕਰਾਮਾਤ ਵੇਖਣਾ ਚਾਹੁੰਦਾ ਤੇ। ਇਹਨੂੰ ਪਸੀਨਾ ਆ ਗਿਆ, ਸਾਧ ਸੰਗਤ ਜੀ ਹੱਥ ਜੋੜ ਕੇ ਜਾਨ ਛਡਾਈ। ਔਰ ਇਹ ਸਭ ਤੋਂ ਵੱਡੀ ਕਰਾਮਾਤ ਹੈ। ਹੁਣ ਰੌਲਾ ਤਾਂ ਬੜੇ ਪਾਉਂਦੇ ਨਾ, ਕਾਨੂੰਨ ਦਾ ਸਹਾਰਾ ਲਓ ਜੀ, ਡੈਮੋਕ੍ਰੇਸੀ ਹੈ ਜੀ, ਫਲਾਣਾ। ਠੀਕ ਹੈ, ਸਿੱਖ ਕਾਨੂੰਨ ਨੂੰ ਮੰਨਦਾ ਹੈ, ਡੈਮੋਕ੍ਰੇਸੀ ਨੂੰ ਮੰਨਦਾ ਹੈ, ਪਰ ਜਦੋਂ ਸਾਰੀਆਂ ਚੀਜ਼ਾਂ ਅੱਜ ਫੇਲ ਹੋ ਜਾਣ, ਸਿੱਖ ਫਿਰ ਉਦੋਂ ਸ਼ਸਤਰ ਦੀ ਵਰਤੋਂ ਉਦੋਂ ਕਰਦਾ ਤੇ ਉਦੋਂ ਵਰਤੋਂ ਕਰਨੀ ਜਾਇਜ਼ ਹੈ। ਔਰ ਇਹਨੂੰ ਦੁਨੀਆ ਦੇ ਕਾਨੂੰਨ ਨੇ ਇਸ ਗੱਲ ਨੂੰ ਸਿੱਧ ਕਰ ਦਿੱਤਾ, ਗੁਰੂ ਗੋਬਿੰਦ ਸਿੰਘ ਜੀ ਦੇ ਇਸ ਸਿਧਾਂਤ ਨੂੰ, ਕਿ ਜਦੋਂ ਸਾਰੀਆਂ ਚੀਜ਼ਾਂ ਫੇਲ ਹੋ ਜਾਣ ਉੱਥੇ ਸ਼ਸਤਰ ਵਰਤਣਾ ਕਾਨੂੰਨ ਹੈ। ਆ ਤੁਹਾਡੀ ਯਾਦ ਵਾਸਤੇ ਮੈਂ ਸ਼ਾਇਦ ਤੁਸੀਂ ਪੜ੍ਹਿਆ ਹੋਵੇਗਾ, ਆ ਪਿੱਛੇ ਜੀ ਅਮਰੀਕਾ ਦੇ ਵਿੱਚ ਹੋਇਆ ਸੀ। ਅਮਰੀਕਾ ਦੇ ਵਿੱਚ ਭਾਵੇਂ ਉਹ ਟਰੱਕ ਡਰਾਈਵਰ ਵੀ ਆਪਣੇ ਪੰਜਾਬ ਦਾ ਹੀ ਮੁੰਡਾ ਸੀ ਤੇ ਦੂਜਾ ਵੱਡੀ ਉਮਰ ਦਾ ਸੀ ਬਜ਼ੁਰਗ, ਤੇ ਉਹਨੇ ਸਾਧ ਸੰਗਤ ਜੀ ਉਹ ਮੁੰਡੇ ਨੇ ਉਸ ਬਜ਼ੁਰਗ ਨੂੰ ਪਹਿਲਾਂ ਗਾਲਾਂ ਕੱਢੀਆਂ, ਤੇ ਉਹ ਸੀ ਅੰਮ੍ਰਿਤਧਾਰੀ, ਉਹਦੇ ਕੋਲ ਕਿਰਪਾਨ ਸੀ। ਪਹਿਲਾਂ ਗਾਲਾਂ ਕੱਢੀਆਂ, ਉਹਨੇ ਕਿਹਾ ਭਾਈ ਨਾ ਇਸ ਤਰ੍ਹਾਂ ਗਲਤ ਨਹੀਂ ਬੋਲੀਦਾ, ਵੀ ਤੂੰ ਅਜੇ ਨਵਾਂ ਖੂਨ ਹੈ ਤੇ ਤੇਰੇ ਵਿੱਚ ਜੋਸ਼ ਬੜਾ, ਤੇ ਤੂੰ ਰਹਿਣ ਤੇ ਜਾ। ਤੂੰ ਸਮਝਾਇਆ ਨਾ ਸਮਝਿਆ, ਅਖੀਰ ਨੂੰ ਉਹਨੇ ਸਾਧ ਸੰਗਤ ਜੀ ਗਲੋਂ ਫੜ ਕੇ ਥੱਲੇ ਲਾ ਲਿਆ, ਗਾਤਰੇ ਤੋਂ ਫੜ ਕੇ ਸਿੰਘ ਨੂੰ। ਉਹਨੇ ਕਿਹਾ ਫਿਰ ਖਲੋ ਜਾ, ਹੁਣ ਤੈਨੂੰ ਮੈਂ ਗੁਰੂ ਗੋਬਿੰਦ ਸਿੰਘ ਵਾਲੀ ਕਰਾਮਾਤ ਵਿਖਾਉਣਾ। ਕੱਢੀ ਕਿਰਪਾਨ, ਉਹਨੇ 2-3 ਵਾਰੀ ਘੋਪ ਦਿੱਤੀ ਫੜ ਕੇ, ਉੱਥੇ ਡਿੱਗ ਪਿਆ, ਪੁਲਿਸ ਆ ਗਈ। ਹੁਣ ਜਦੋਂ ਉਹਨੂੰ ਮਾਰਿਆ ਨਾ ਕਿਰਪਾਨ ਦੇ ਨਾਲ, ਤੇ ਉਦੋਂ ਆ ਜਿਹੜੇ ਸਾਡੇ ਬਹੁਤੇ ਅੱਜ ਕੱਲ੍ਹ ਦੇ ਤਰਕਵਾਦੀ ਜਿਹੇ ਨਾ, ਜਿਨ੍ਹਾਂ ਨੂੰ ਕਿਰਪਾਨ ਚੰਗੀ ਨਹੀਂ ਲੱਗਦੀ, ਇਹਨਾਂ ਨੇ ਬੜਾ ਰੌਲਾ ਪਾਇਆ ਸੀ ਨੈੱਟ ਦੇ ਉੱਤੇ।
ਵੇਖੋ ਜੀ, ਇਹਨਾਂ ਨੂੰ ਦੁਨੀਆ ਦੇ ਕਾਨੂੰਨ ਦਾ ਪਤਾ ਹੀ ਨਹੀਂ, ਬਦਨਾਮੀ ਕਰਾਉਂਦੇ ਫਿਰਦੇ ਨੇ ਸੰਸਾਰ ਦੇ ਵਿੱਚ। ਅਮਰੀਕਾ ਐਡਾ ਵੱਡਾ ਦੇਸ਼ ਹੈ, ਸ਼ਾਂਤੀ ਪ੍ਰਸਤ, ਉਹ ਕੀ ਕਹਿਣਗੇ ਵੀ ਸਿੱਖ ਆਹ ਕੰਮ ਕਰਦੇ ਨੇ? ਇਹ ਕਿਰਪਾਨਾਂ ਚੁੱਕੀ ਫਿਰਦੇ ਨੇ, ਕਿਰਪਾਨਾਂ ਪਾਈ ਫਿਰਦੇ ਨੇ। ਤੇ ਜਦੋਂ ਉਹ ਕੇਸ ਗਿਆ ਨਾ ਅਦਾਲਤ ਦੇ ਵਿੱਚ, ਤੇ ਅਦਾਲਤ ਦੇ ਵਿੱਚ ਉਹ ਨੌਜਵਾਨ ਜਿਹਨੂੰ ਵੱਜਾ ਸੀ ਉਹਦੀ ਰਿਪੋਰਟ ਵੀ ਗਈ, ਤੇ ਉਹ ਸਾਰੀ ਵੀਡੀਓ ਗਈ ਜੱਜ ਦੇ ਸਾਹਮਣੇ। ਤੇ ਉੱਥੇ ਕੋਈ ਜੱਜ ਇੱਥੋਂ ਵਰਗੇ ਸਾਡੇ ਵਰਗੇ ਥੋੜ੍ਹੀ ਨੇ ਵੀ ਜਿਹੜਾ ਕੋਈ ਪੱਖ ਲੈ ਲੈਣਗੇ, ਜਾਂ ਉੱਥੇ ਤਾਂ ਨਿਰਪੱਖ ਉਹ ਕਰਦੇ ਨੇ, ਜਾਂਚ ਕਰਦੇ ਨੇ। ਉਹਨੇ ਜਦੋਂ ਵੀਡੀਓ ਵੇਖੀ ਨਾ, ਤੇ ਉਹ ਜਿਹੜਾ ਬਜ਼ੁਰਗ ਸੀ ਜਿਹਨੇ ਕਿਰਪਾਨ ਦੇ ਨਾਲ ਵਾਰ ਕੀਤੇ ਸਨ, ਕਹਿਣ ਲੱਗਾ ਇਹਦਾ ਕੋਈ ਦੋਸ਼ ਨਹੀਂ, ਇਹਨੂੰ ਬਰੀ ਕਰੋ, ਇਹਦਾ ਹੱਕ ਬਣਦਾ ਸੀ ਹਥਿਆਰ ਦੀ ਵਰਤੋਂ ਕਰਨੀ ਹੈ, ਇਹਦਾ ਹੱਕ ਬਣਦਾ ਸੀ। ਕਿਉਂਕਿ ਉਸ ਟਾਈਮ ਤੇ ਹੋਰ ਕੋਈ ਚੀਜ਼ ਇਹਦੀ ਇੱਜ਼ਤ ਬਚਾ ਹੀ ਨਹੀਂ ਸਕਦੀ। ਉਸ ਟਾਈਮ ਤੇ ਇਹਦੀ ਕਿਰਪਾਨ ਹੀ ਇਹਦੀ ਇੱਜ਼ਤ ਬਚਾ ਸਕਦੀ, ਉਹਨੇ ਬਚਾਈ ਹੈ। ਤੇ ਫਿਰ ਆ ਸਾਡੇ ਵਾਲੇ ਜਿਹੜੇ ਸ਼ਾਂਤੀ ਦੇ ਪੁਜਾਰੀ ਨੇ, ਗਾਂਧੀਵਾਦੀ ਨੇ ਜਿਹੜੇ, ਫਿਰ ਚੁੱਪ ਕਰਕੇ ਬਹਿ ਗਏ। ਜਦੋਂ ਕਾਨੂੰਨ ਨੇ ਕਹਿ ਦਿੱਤਾ ਵੀ ਕਿਰਪਾਨ ਠੀਕ ਇਹਨੇ ਵਰਤੋਂ ਕੀਤੀ, ਫਿਰ ਕੀ ਕਰੋਗੇ? ਉੱਥੇ ਕਾਨੂੰਨ ਹੀ ਕਹਿ ਰਿਹਾ, ਅਦਾਲਤ ਕਹਿ ਰਹੀ ਹੈ, ਜੱਜ ਕਹਿ ਰਿਹਾ। ਤਾਂ ਇਹ ਗੱਲਾਂ ਅੱਜ ਹੋ ਰਹੀਆਂ ਨੇ ਕੌਮ ਨੂੰ ਢਹਿੰਦੀ ਕਲਾ ਵਿੱਚ ਲਿਜਾਣ ਵਾਸਤੇ ਕਿ ਸ਼ਸਤਰਾਂ ਦੀ ਬਾਹਰੀ ਜਿਹੜੀ ਪਹਿਰਾਵੇ ਦੀ ਠੀਕ ਹੈ, ਸਿੱਖੀ ਦੀ ਮੈਂ ਪਹਿਲਾਂ ਹੀ ਗੱਲ ਕਰ ਰਿਹਾ ਵੀ ਜੜ ਅੰਦਰ ਹੋਣੀ ਚਾਹੀਦੀ, ਗੁਣ ਅੰਦਰ ਹੋਣੇ ਚਾਹੀਦੇ ਨੇ, ਨਾਮ ਅੰਦਰ ਚਾਹੀਦਾ। ਸਿਪਾਹੀ ਤਾਂ ਪ੍ਰਵਾਨ ਹੈ ਜੇ ਸੰਤ ਹੋਵੇਗਾ, ਇਕੱਲਾ ਸਿਪਾਹੀ ਪ੍ਰਵਾਨ ਨਹੀਂ। ਉਹ ਤਾਂ ਗੱਲ ਬਾਣੀ ਕਹਿ ਰਹੀ ਪਹਿਲਾਂ, ਪਰ ਇਹਦਾ ਮਤਲਬ ਇਹ ਵੀ ਨਹੀਂ ਕਿ ਸਿਪਾਹੀ ਵਾਲਾ ਸਰੂਪ ਜਿਹੜਾ ਉਹਨੂੰ ਤੁਸੀਂ ਖੰਡਨ ਕਰ ਦਿਓ। ਨਹੀਂ, ਮਹਾਰਾਜ ਤੇ ਬੜਾ ਪਿਆਰ ਕਰਦੇ ਨੇ ਬਾਹਰਲੇ ਸਰੂਪ ਨੂੰ। ਬਾਹਰਲਾ ਜਿਹੜਾ ਬਾਣਾ ਉਹਨੂੰ ਮਹਾਰਾਜ ਬਹੁਤ ਸਿੰਘ ਨੂੰ ਪਿਆਰ ਕਰਦੇ, ਜਿਨ੍ਹਾਂ ਬਾਹਰਲਾ ਬਾਣਾ ਪਾਇਆ ਹੋਇਆ, ਔਰ ਜਿਨ੍ਹਾਂ ਨੇ ਸਰੀਰ ਨੂੰ ਆਪਣੇ ਨੂੰ ਕੇਸਾਂ ਨੂੰ ਸਾਬਤ ਰੱਖਿਆ, ਗੁਰੂ ਸਾਹਿਬ ਉਹਨੂੰ ਬੜਾ ਪਿਆਰ ਕਰਦੇ ਨੇ ਬਹੁਤ। ਔਰ ਇੱਥੋਂ ਤੱਕ ਮੈਂ ਤੁਹਾਡੇ ਨਾਲ ਇੱਕ ਮੇਰੇ ਨਾਲ ਬੀਤੀ ਜਿਹੜੀ ਗੱਲ ਦੱਸੀ ਸਿੰਘ ਨੇ, ਉਹ ਮੈਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਲਾਈਵ ਚੱਲਦਾ, ਨੈੱਟ ਸਾਰੇ ਥਾਂ ਤੇ ਜਾ ਰਿਹਾ, ਸ਼ਾਇਦ ਉਹ ਸਿੰਘ ਉੱਥੇ ਕੈਨੇਡਾ ਦੇ ਵਿੱਚ, ਸਰੀ ਦੇ ਵਿੱਚ ਸੁਣਦਾ ਵੀ ਹੋਵੇ। ਮੈਂ ਤੁਹਾਨੂੰ ਉਹਦਾ ਨੰਬਰ ਦੇ ਸਕਦਾ, ਉਹਦਾ ਗੱਲ ਕਰਾ ਸਕਦਾ ਉਹਦੇ ਨਾਲ। ਕਿੰਨਾ ਗੁਰੂ ਸਾਹਿਬ ਸਿੱਖ ਦੇ ਸਾਦੇ ਸਰੂਪ ਨੂੰ ਕਿੰਨਾ ਪਿਆਰ ਕਰਦੇ ਨੇ। ਇਸ ਲਈ ਸਿੱਖੀ ਦੇ ਵਿੱਚ ਚਿੱਟੇ ਕੇਸ ਪੁੱਟਣੇ ਇੱਕ ਬੜਾ ਵੱਡਾ ਗੁਨਾਹ ਹੈ, ਜਾਂ ਕਲਫ ਲਾਉਣੀ ਇੱਕ ਬੜਾ ਵੱਡਾ ਗੁਨਾਹ ਮੰਨਿਆ ਗਿਆ ਹੈ। ਟੋਪੀ ਪਾਉਣੀ, ਆ ਸਿੰਘ ਸਾਹਮਣੇ ਹੁਣ ਆ ਕੇ ਬਹਿ ਗਿਆ, ਹੁਣ ਮੈਂ ਕਹਿਣਾ ਨਹੀਂ, ਗੁਰੂ ਕਾ ਦਰਬਾਰ ਲੱਗਾ ਹੋਇਆ, ਭਾਈ ਸਿੰਘੋ ਗੁਰੂ ਕੇ ਪਿਆਰਿਓ, ਤੁਸੀਂ ਟੋਪੀਆਂ ਪਾਉਣ ਲੱਗ ਗਏ ਤੇ ਰੋਕੇਗਾ ਕੌਣ? ਦਸਤਾਰਾਂ ਬੰਨਿਆ ਕਰੋ, ਸਰੂਪ ਪਾਸੇ ਦਾ। ਚੱਲ ਅੱਜ ਤੂੰ ਮਹਿਸੂਸ ਨਾ ਕਰੀ, ਅੱਗੇ ਤੋਂ ਧਿਆਨ ਰੱਖੀ। ਇਹ ਸਰੂਪ ਨੂੰ ਗੁਰੂ ਸਾਹਿਬ ਨੇ ਪ੍ਰਵਾਨ ਕੀਤਾ ਹੈ। ਮੈਂ ਤੁਹਾਡੇ ਨਾਲ ਗੱਲ ਕਰਨਾ ਵੀ ਸਰੀ ਦਾ ਇੱਕ ਸਿੰਘ ਸੀ, ਤੇ ਉਹ ਮੈਂ ਉੱਥੇ ਗਿਆ ਹੋਇਆ ਸੀ ਬਾਹਰ ਕੈਨੇਡਾ ਵਿੱਚ, ਤੇ ਕਥਾ ਕਰਕੇ ਮੈਂ ਉਤਰਿਆ, ਮੈਨੂੰ ਮਿਲਿਆ, ਕਹਿੰਦਾ ਮੇਰੇ ਘਰ ਤੁਸੀਂ ਚੱਲੋਗੇ? ਮੈਂ ਕਿਹਾ ਵੀ ਕਿਵੇਂ? ਕਹਿੰਦੇ ਮੈਂ ਚਾਹ ਪਾਣੀ ਛਕਾਉਣਾ। ਮੈਂ ਕਿਹਾ ਚੱਲ ਵੀ। ਉਹਦੇ ਘਰ ਚਲੇ ਗਏ, ਤੇ ਸਾਧ ਸੰਗਤ ਜੀ, ਉਮਰ ਉਹਦੀ ਸਾਰੀ 35 ਕੁ ਸਾਲ ਦੀ, ਸਿੰਘ ਸਾਬਤ ਸੂਰਤ ਸੀ, ਕੇਸ ਰੱਖੇ ਹੋਏ। ਜਦੋਂ ਘਰ ਗਏ ਤੇ ਹੁਣ ਸਾਨੂੰ ਥੋੜ੍ਹਾ ਜਿਹਾ ਪਰਹੇਜ਼ ਤਾਂ ਰੱਖਣਾ ਹੀ ਪੈਂਦਾ ਵੀ ਜਦੋਂ ਛਕਣਾ ਹੋਵੇ। ਇੱਕ ਤਾਂ ਅਸੀਂ ਪ੍ਰਚਾਰਕ ਹਾਂ, ਦੂਜਾ ਅੰਮ੍ਰਿਤਪਾਨ ਕੀਤਾ, ਭਾਈ ਜੂਠਾ ਮਿੱਠਾ ਨਾ ਛਕਿਆ, ਜਾਂ ਥੋੜ੍ਹਾ ਜਿਹਾ ਧਿਆਨ ਤੇ ਰੱਖਣਾ ਹੀ ਪੈਂਦਾ। ਜਦੋਂ ਘਰ ਗਏ ਨਾ, ਤੇ ਉਹਦੀ ਸਿੰਘਣੀ ਸਾਧ ਸੰਗਤ ਜੀ, ਉਹ ਸਾਰੀ ਆਪਣਾ ਉਹਨੇ ਫੈਸ਼ਨ ਪ੍ਰਸਤੀ ਕੀਤੀ, ਉਹਨੇ ਕੇਸ ਵੀ ਕੱਟੇ ਤੇ ਸਾਰਾ ਕੁਝ। ਮੈਂ ਕਿਹਾ ਵੀ ਸਿੰਘਾ ਹੁਣ ਕਿਵੇਂ ਕਰੀਏ? ਉਹ ਕਹਿੰਦਾ ਵੀ ਮੇਰਾ ਪ੍ਰੇਮ ਵੱਲ ਤੁਸੀਂ ਵੇਖੋ। ਮੈਂ ਕਿਹਾ ਵੀ ਠੀਕ ਹੈ। ਉਹਨੂੰ ਬੀਬੀ ਨੂੰ ਬੁਲਾਇਆ, ਮੈਂ ਕਿਹਾ ਵੀ ਆਪਣੇ ਭਾਈ ਹੱਥ ਪੈਰ ਧੋ ਕੇ ਚੰਗੀ ਤਰ੍ਹਾਂ ਸਫਾਈ ਦੇ ਨਾਲ ਚਾਹ ਬਣਾ ਲਈ। ਚਲੋ ਕੋਈ ਗੱਲ ਨਹੀਂ, ਮਹਾਰਾਜ ਅੰਤਰਜਾਮੀ ਨੇ। ਹੁਣ ਸਿੱਖੀ ਦਾ ਪ੍ਰਚਾਰ ਵਧਾਉਣਾ ਹੋਵੇ ਤਾਂ ਕਈ ਵਾਰੀ ਸਮਝੌਤਾ ਵੀ ਕਰਨਾ ਪੈਂਦਾ ਹੈ। ਪਰ ਉਹ ਬੀਬੀ ਜਿਹੜੀ ਸੀ, ਭਾਵੇਂ ਉਹ ਬਾਹਰੋਂ ਸਾਧ ਸੰਗਤ ਜੀ, ਭਾਵੇਂ ਉਹ ਕੇਸ ਉਹਨੇ ਆਪਣੇ ਭਰਵੱਟੇ ਕੱਟੇ ਹੋਏ ਸੀ, ਪਰ ਅੰਦਰ ਉਹਦੇ ਮੈਂ ਵੇਖੀ ਭਾਵਨਾ ਬੜੀ ਜ਼ਿਆਦਾ ਸੀ ਗੁਰੂ ਘਰ ਵਾਸਤੇ।
ਤਾਂ ਉੱਥੇ ਬੈਠਿਆਂ ਜਦੋਂ ਉਹ ਸਿੰਘ ਦਾ ਜਿਹੜਾ ਦਾੜਾ ਸੀ ਨਾ, ਕੇਸ ਬੜੇ ਚਮਕਣ, ਬੜੇ ਸੋਹਣੇ, ਤੇ ਬੈਠਿਆਂ ਗੱਲਬਾਤ ਕਰਦਿਆਂ ਨਾ ਮੈਂ ਉਹਨੂੰ ਪੁੱਛਿਆ ਵੀ ਸਿੰਘਾ, ਵੀ ਤੇਰਾ ਜਿਹੜਾ ਕੇਸ ਨੇ, ਦਾੜਾ ਜਿਹੜਾ ਇਹ ਬੜਾ ਚਮਕਦਾ, ਤੂੰ ਦੱਸ ਤੇਲ ਕਿਹੜਾ ਲਾਉਣਾ ਹੈ? ਸਿੰਘ ਪੁੱਛਦੇ ਨੇ ਵੀ ਕੇਸ ਮੁੱਛਾਂ ਦਾੜੇ ਸੋਹਣਾ, ਕੋਈ ਤੇਲ ਲਾਈਏ ਆਪਾਂ? ਬੜੀ ਤੇਰੀ ਹੀਰਿਆਂ ਵਰਗੇ ਤੇਰੇ ਕੇਸ, ਤੇ ਚਿੱਟੇ ਕੇਸ, 35 ਸਾਲ ਦੀ ਉਮਰ ਦੇ ਸਾਰੇ ਚਿੱਟੇ, ਤੇ ਉਹ ਕੁੜੀ ਬਿਲਕੁਲ ਉਮਰ ਉਹਦੀ ਤਾਂ ਥੋੜ੍ਹੀ ਸੀ ਉਮਰ ਲੱਗਦੀ, ਉਮਰ ਇਹਦੀ ਵੀ ਘੱਟ ਸੀ, ਪਰ ਕੇਸ ਚਿੱਟੇ ਹੋ ਗਏ ਸਾਰੇ। ਜਦੋਂ ਉਹਨੂੰ ਪੁੱਛਿਆ ਨਾ ਵੀ ਤੇਲ ਕਿਹੜਾ ਲਾਣਾ, ਤੇ ਉਹਦੀਆਂ ਅੱਖਾਂ ਵਿੱਚ ਪਾਣੀ ਆ ਗਿਆ। ਮੈਂ ਕਿਹਾ ਕੀ ਗੱਲ ਬਣੀ, ਗੱਲ ਕੀ? ਮੈਂ ਕਿਹਾ ਵੀ ਮੈਂ ਕਿਤੇ ਦੀ ਸਿੰਘਣੀ ਨਾ ਇਹਨੂੰ ਕਹਿੰਦੀ ਹੋਵੇ ਵੀ ਤੂੰ ਕਲਫ ਲਾ ਲੈ, ਜਾਂ ਕੋਈ ਇਸ ਤਰ੍ਹਾਂ ਦੀ ਗੱਲ ਹੈ ਵੀ ਅੱਖਾਂ ਵਿੱਚੋਂ ਪਾਣੀ ਡਿੱਗਣ ਲੱਗ। ਕਹਿੰਦਾ ਗਿਆਨੀ ਜੀ, ਮੈਂ ਤੁਹਾਨੂੰ ਹੁਣ, ਤੁਸੀਂ ਪੁੱਛ ਲਿਆ ਤੇਲ ਕਿਹੜਾ ਲਾਉਣਾ ਹੈ, ਤੁਹਾਨੂੰ ਇਸ ਤੇਲ ਬਾਰੇ ਮੈਂ ਦੱਸਣਾ ਵੀ ਮੈਂ ਇਸ ਦਾੜੇ ਨੂੰ ਤੇਲ ਕਿਹੜਾ ਲਾਇਆ। ਕਹਿੰਦੇ ਗੱਲ ਇਹ ਕਿ ਮੈਂ ਕੇਸ ਕੱਟੇ ਹੋਏ ਸੀ ਬਿਲਕੁਲ, ਤੇ ਮੈਂ ਗੱਡੀ ਚਲਾਉਂਦਾ ਸੀ ਏਅਰਪੋਰਟ ਤੇ ਕੇਸ ਕੱਟ ਕੇ ਰੱਖਦਾ ਸੀ, ਤੇ ਉੱਥੇ ਕਿਸੇ ਨੇ ਮੈਨੂੰ ਇੱਕ ਦਿਨ ਕਿਸੇ CD ਦੇ ਦਿੱਤੀ, ਜਿਹਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਦਾ ਇਤਿਹਾਸ ਸੀ, ਜਿਵੇਂ ਆ ਬੀਬੀਆਂ ਬੱਚੀਆਂ ਨੇ ਸੁਣਾਇਆ ਹੁਣ। ਉਹਦੇ ਵਿੱਚ ਕਿਸੇ ਨੇ ਬੜੇ ਬਰਾਗ ਦੇ ਨਾਲ ਇਤਿਹਾਸ ਸੁਣਾਇਆ ਸੀ ਸਾਹਿਬਜ਼ਾਦਿਆਂ, ਇਤਿਹਾਸ ਵਿੱਚ ਕਿੰਨੀ ਜਿੰਦ ਜਾਨ ਹੈ। ਉਹ ਕਹਿੰਦਾ ਜਦੋਂ ਮੈਂ ਗੱਡੀ ਲੈ ਕੇ ਜਾ ਰਿਹਾ ਸੀ, ਮੈਂ ਵੈਸੇ ਹੀ ਲਾ ਲਿਆ, ਪਰ ਜਦੋਂ ਮੈਂ ਲਾਇਆ ਤੇ ਮੈਂ ਸਾਈਡ 'ਤੇ ਗੱਡੀ ਲਾ ਕੇ, ਤਾਂ ਸਾਈਡ 'ਤੇ ਗੱਡੀ ਖੜੀ ਕਰਕੇ ਉਹਨੂੰ ਜਦੋਂ ਧਿਆਨ ਨਾਲ ਸੁਣਿਆ ਨਾ, ਤੇ ਮੈਨੂੰ ਬੜਾ ਰੋਣ ਆਇਆ ਵੀ ਮਣਾ, ਸਾਹਿਬਜ਼ਾਦਿਆਂ ਨੇ, ਲਾਲਾਂ ਨੇ ਸਿੱਖੀ ਵਾਸਤੇ ਛੋਟੀਆਂ ਛੋਟੀਆਂ ਬੱਚਿਆਂ ਨੇ ਕਿੰਨਾ ਜ਼ੁਲਮ ਸਹਿ ਲਿਆ ਸੀ, ਤੇ ਤੂੰ ਕੀ ਕਰੀ ਜਾਂਦਾ, ਕੇਸ ਕਟਾਈ ਜਾਂਦਾ। ਕਹਿੰਦਾ ਮੈਂ ਬੜਾ ਰੋਇਆ, ਇਕੱਲਾ ਹੀ ਗੱਡੀ ਵਿੱਚ ਬਹਿ ਕੇ ਰੋਂਦਾ ਰਿਹਾ। ਕਈ ਵਾਰੀ ਭਾਗ ਜਾਗਣ, ਕਿਤੋਂ ਵੀ ਜਾਗ ਪੈਂਦੇ। ਕਹਿੰਦੇ ਉੱਥੋਂ ਮੈਂ ਸਿੱਧਾ ਗੁਰਦੁਆਰੇ ਆਇਆ, ਤੇ ਮੈਂ ਪੁੱਛਿਆ ਵੀ ਇੱਥੇ ਅੰਮ੍ਰਿਤ ਕਦੋਂ ਬਣਨਾ, ਮੈਂ ਅੰਮ੍ਰਿਤ ਛਕਣਾ ਹੈ, ਕਿਉਂਕਿ ਪਿੱਛੇ ਸਪਿਰਿਟ ਤੇ ਸ਼ਹੀਦਾਂ ਦੀ ਕੰਮ ਕਰਦੀ ਨਾ, ਲਾਲਾਂ ਦੀ, ਮੈਂ ਅੰਮ੍ਰਿਤ ਪਾਨ ਕਰਨਾ ਹੈ। ਉਹ ਕਹਿੰਦੇ ਵੀ ਅੰਮ੍ਰਿਤ ਤੂੰ ਕੀ ਪਾਨ ਕਰਨਾ, ਤੇਰੇ ਤੇ ਬੋਦੇ ਬਣਾਏ ਹੋਏ ਨੇ ਤੂੰ ਦੇ। ਕਹਿੰਦਾ ਮੈਨੂੰ ਅੰਮ੍ਰਿਤ ਦੇ ਦਿਓ। ਉਹ ਰੋਈ ਜਾਏ ਜਿਵੇਂ ਉਹਨੇ ਦੱਸਿਆ। ਕਹਿੰਦਾ ਉਹਨਾਂ ਮੈਨੂੰ ਰੋਕਿਆ ਵੀ ਥੋੜ੍ਹੇ ਜਿਹੇ ਕੇਸ ਦੇ ਵੱਡੇ ਹੋ ਲੈਂਦੇ, ਫਿਰ ਤੂੰ ਬਾਣੀ ਪੜ੍ਹਿਆ ਕਰ। ਚੱਲ ਉਹਨਾਂ ਗੁਟਕਾ ਸਾਹਿਬ ਦੇ ਦਿੱਤਾ। ਕਹਿੰਦੇ ਮੈਨੂੰ ਨੀਂਦ ਨਾ ਆਵੇ ਵੀ ਅੰਮ੍ਰਿਤ ਕਦੋਂ ਮੈਂ ਛਕਾਂ। ਤੇ ਘਰ ਵਾਲੀ ਨੂੰ ਮੈਂ ਪੁੱਛਿਆ, ਉਹ ਵੀ ਇਸ ਤਰ੍ਹਾਂ ਹੀ ਕੇਸ ਕੱਟਦੀ ਸੀ। ਉਹ ਵਿਚਾਰੀ ਚੰਗੀ ਸੀ ਵੈਸੇ। ਉਹ ਕਹਿੰਦੇ ਵੀ ਮੈਂ ਅੰਮ੍ਰਿਤ ਛਕ ਨਹੀਂ ਸਕਦੀ, ਪਰ ਮੈਂ ਤੈਨੂੰ ਰੋਕਦੀ ਨਹੀਂ, ਮੈਂ ਤੈਨੂੰ ਸਪੋਰਟ ਪੂਰੀ ਕਰਾਂਗੀ। ਤੂੰ ਕਮਾ ਆਪਣੀ ਸਿੱਖੀ, ਜੇ ਕਮਾਉਣੀ ਹੈ ਮੈਨੂੰ ਕੋਈ ਹਰਜ ਨਹੀਂ, ਮੈਂ ਤੈਨੂੰ ਰੋਕਦੀ ਨਹੀਂ ਵੀ ਤੂੰ ਇਹ ਕਿਉਂ ਅੰਮ੍ਰਿਤ ਛਕਿਆ, ਕਿਉਂ ਤੂੰ ਕੇਸ ਰੱਖੇ ਨੇ, ਤੂੰ ਛਕ ਜੇ ਤੇਰਾ ਜੀਅ ਕਰਦਾ। ਇਹ ਵੀ ਭਾਗਾਂ ਦੀ ਨਿਸ਼ਾਨੀ ਹੈ। ਨਹੀਂ ਤੇ ਕਈ ਸਿੰਘ ਵਿਚਾਰੇ ਇਸ ਗੱਲੋਂ ਹੀ ਬੜੇ ਤਰਲੇ ਕਰਦੇ ਵੀ ਸਾਡੇ ਘਰ ਵਿੱਚ ਕਲੇਸ਼ ਬੜਾ ਪੈਂਦਾ। ਕਿਸੇ ਦਾ ਸਿੰਘ ਨਹੀਂ ਅੰਮ੍ਰਿਤ ਛਕਣ ਦਿੰਦਾ, ਕਿਸੇ ਦੀਆਂ ਬੀਬੀਆਂ ਨੇ ਛਕਣ ਦਿੰਦੀ। ਇਹ ਬੜਾ ਵੱਡਾ ਪਾਪ ਜੇ ਕਿਸੇ ਨੂੰ ਅੰਮ੍ਰਿਤ ਤੋਂ ਰੋਕਣਾ। ਉਹ ਕਹਿੰਦਾ ਵੀ ਮੈਂ ਅੰਮ੍ਰਿਤ ਛਕ ਲਿਆ ਤੇ ਉਦੋਂ ਸੀ ਕੇਸ ਕਾਲੇ, ਕਲਫ ਲਾਉਂਦਾ ਸੀ। ਤੇ ਪੰਜ ਪਿਆਰੇ ਨੇ ਕਹਿ ਦਿੱਤਾ ਵੀ ਕਲਫ ਨਹੀਂ ਲਾਉਣੀ। ਤੇ ਮੇਰਾ ਸੀ, ਗੱਡੀ ਵੀ ਸੀ ਮੇਰੀ, ਸਟੋਰ ਵੀ ਸੀ ਮੇਰਾ, ਜਿੱਥੇ ਸੌਦਾ ਵੇਚਦਾ ਸੀ, ਉੱਥੇ ਮੈਂ ਖਲੋਂਦਾ ਸੀ ਜਾ ਕੇ। ਕਹਿੰਦਾ ਮੇਰੇ ਕੇਸ ਜਦੋਂ ਵੱਡੇ ਹੋਏ ਨਾ, ਤੇ ਮੈਂ ਕਲਫ ਨਾ ਲਾਈ, ਤੇ ਉਹਦੇ ਮੇਰੇ ਤੇ ਸਾਰੇ ਕੇਸ ਦਾੜਾ ਚਿੱਟਾ ਹੋ ਗਿਆ। ਤੇ ਜਦੋਂ ਚਿੱਟਾ ਹੋ ਗਿਆ ਤੇ ਮੇਰੇ ਮਨ ਨੂੰ, ਅੰਦਰੋਂ ਬੰਦੇ ਨੂੰ ਮਹਿਸੂਸ ਹੁੰਦਾ ਹੈ ਵੀ ਮੈਂ ਤੇ ਬੁੱਢਾ ਲੱਗਣਾ। ਉਹ ਆਪਣੀ ਘਰ ਵਾਲੀ ਨੂੰ ਕਹਿੰਦਾ ਹੈ ਵੀ ਕੇਸ ਤਾਂ ਚਿੱਟੇ ਹੋ ਗਏ ਨੇ, ਪਰ ਉਹਦੇ ਵਿੱਚ ਵੇਖੋ ਕਈ ਵਾਰੀ ਨਾ ਬਾਹਰਲਾ ਸਰੂਪ ਚੰਗਾ, ਪਰ ਕਈ ਵਾਰੀ ਸਿਦਕ ਅੰਦਰ ਬੜੇ ਕਈ ਕੇਸ ਕੱਟੇ ਵਾਲਿਆਂ ਦੇ ਅੰਦਰ ਵੀ ਬਹੁਤ ਭਾਵਨਾ ਜ਼ਿਆਦਾ ਹੁੰਦੀ ਹੈ। ਉਹ ਕਹਿੰਦੀ ਵੀ ਜਾਂ ਤੇ ਹੁਣ ਅੰਮ੍ਰਿਤ ਛਕਣਾ ਨਹੀਂ ਸੀ, ਤੇ ਜੇ ਛਕ ਲਈ ਤੇ ਹੁਣ ਇਹਨੂੰ ਕਾਲਖ ਨਾ ਲਾਈ, ਹੁਣ ਇਹਨੂੰ ਕੇਸਾਂ ਨੂੰ। ਉਹ ਕਹਿੰਦਾ ਵੀ ਮੈਨੂੰ ਤੇਰੇ ਵੱਲ ਵੇਖ ਕੇ ਮਹਿਸੂਸ ਹੁੰਦਾ ਹੈ ਵੀ ਉਮਰ ਆਪਣੀ ਥੋੜ੍ਹੀ ਹੈ, 30-35 ਸਾਲ ਦੀ, ਤੇ ਤੇਰੀ ਉਮਰ ਵੀ ਥੋੜ੍ਹੀ ਹੈ, ਤੇ ਮੈਂ ਹੁਣ ਛਕ ਲਿਆ ਅੰਮ੍ਰਿਤ, ਤੇ ਮੈਂ ਤੇ ਲੱਗਣਾ 50-60 ਸਾਲ ਦਾ। ਉਹ ਕਹਿੰਦੀ ਕੋਈ ਗੱਲ ਨਹੀਂ, ਮੈਨੂੰ ਪਤਾ ਹੀ ਤੂੰ ਕਿੰਨੇ ਸਾਲਾਂ ਦਾ ਹੈ, ਕੇਸ ਹੀ ਨੇ ਨਾ ਚਿੱਟੇ ਨੇ, ਰੱਬ ਨੇ ਬਣਾਏ ਨੇ। ਉਹ ਕਹਿੰਦੇ ਪਰ ਮੇਰਾ, ਕਹਿੰਦਾ ਆਪਣਾ ਮਨ, ਬੰਦੇ ਦਾ ਆਪਣਾ ਮਨ ਚੋਰ ਹੁੰਦਾ। ਐਵੇਂ ਕਹਿੰਦੇ ਫਲਾਣੇ ਨੇ ਮੈਨੂੰ ਕਿਹਾ ਸੀ ਜੀ ਤਾਂ ਮੈਂ ਕੇਸ ਕਟਾ ਦਿੱਤੇ। ਨਹੀਂ, ਇਹ ਗੱਲ ਨਹੀਂ ਹੁੰਦੀ।
ਜਦੋਂ ਅੰਦਰ ਸਾਧ ਸੰਗਤ ਜੀ ਪੱਕਾ ਹੋ ਜਾਏ ਨਾ, ਭਾਵੇਂ ਸੂਰਜ ਪੁੱਠੇ ਪਾਸੇ ਨੂੰ ਤੁਰ ਪਏ, ਬੰਦੇ ਨੂੰ ਹਿਲਾ ਕੋਈ ਨਹੀਂ ਸਕਦਾ। ਗੱਲ ਅੰਦਰ ਹੁੰਦੀ ਹੈ ਬੰਦੇ ਦੇ। ਤਾਂ ਉਹ ਕਹਿੰਦਾ ਵੀ ਮੈਂ ਦੁਕਾਨ 'ਤੇ ਜਦੋਂ ਜਿਸ ਟਾਈਮ ਦੇ ਉੱਤੇ ਸੋਚਾਂ ਵੀ ਮੈਂ ਕਲਫ ਲਾ ਲੈਣੀ ਇਹਦੇ ਉੱਤੇ, ਕਾਲਖ ਲਾ ਲੈਣੀ ਹੈ, ਪਰ ਮੈਂ ਸੋਚਾਂ ਵਿੱਚ ਅਧੂਰਾ ਰਿਹਾ ਵੀ ਕਰਾਂ ਕਿ ਨਾ ਕਰਾਂ। ਕਹਿੰਦਾ ਮੈਂ ਇੱਕ ਦਿਨ ਅੱਕ ਕੇ ਕਲਫ ਲਾ ਲਈ, ਅਤੇ ਕਲਫ ਲਾ ਕੇ ਮੈਂ ਆਪਣੇ ਜਦੋਂ ਦੁਕਾਨ 'ਤੇ ਗਿਆ, ਉੱਥੇ ਕਹਿੰਦੇ ਜਿਹੜਾ ਗ੍ਰਾਹਕ ਆਵੇ ਨਾ, ਜਿਹੜਾ ਅੰਮ੍ਰਿਤਧਾਰੀ ਸਿੰਘ ਹੋਵੇ, ਉਹ ਅੰਮ੍ਰਿਤਧਾਰੀ ਸਿੰਘ ਮੈਨੂੰ ਆ ਕੇ ਆਖੇ ਵੀ ਸਿੰਘਾ ਤੂੰ ਆ ਕਲਫ ਕਿਉਂ ਲਾਈ ਹੈ? ਪਹਿਲਾਂ ਤੂੰ ਸੋਹਣਾ ਲੱਗਦਾ ਸੀ, ਤੂੰ ਕਲਫ ਕਾਹਤੋਂ ਲਾਈ? ਕਹਿੰਦੇ ਦੂਜੇ ਕੋਈ ਨਹੀਂ ਸਨ ਕਹਿੰਦੇ, ਪਰ ਜਿਹੜੇ ਅੰਮ੍ਰਿਤਧਾਰੀ ਉਹ ਹੀ ਕਹਿੰਦੇ ਸਨ। ਜਿੰਨੇ ਆਉਣਾ ਉਹਨੇ ਮੇਰੇ ਪਿੱਛੇ ਪੈ ਜਾਣਾ ਵੀ ਤੂੰ ਕਲਫ ਕਿਉਂ ਲਾਉਣਾ ਹੈ। ਅਸਲ ਵਿੱਚ ਖੇਡ ਉਹ ਗੁਰੂ ਦੀ ਵਰਤ ਰਹੀ ਸੀ। ਕਈ ਵਾਰੀ ਗੁਰੂ ਸਾਹਿਬ, ਕੋਈ ਗੁਰੂ ਸਾਹਿਬ ਕਿਤੇ ਗਏ ਨਹੀਂ, ਇੱਥੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ। ਪਰ ਜਦੋਂ ਕਈ ਵਾਰੀ ਸਾਨੂੰ ਕੋਈ ਮੈਸੇਜ ਦੇਣਾ ਹੋਵੇ ਨਾ, ਕਈ ਵਾਰੀ ਸੰਗਤ ਦੇ ਰਾਹੀਂ, ਸਿੰਘਾਂ ਦੇ ਰਾਹੀਂ ਵੀ ਦਿੰਦੇ ਵੀ ਇੰਝ ਕਰ ਲਿਆ ਕਰ, ਆਹ ਕੰਮ ਠੀਕ ਹੀ। ਉਹ ਗੁਰੂ ਸਾਹਿਬ ਕਲਾ ਵਰਤਾ ਰਿਹਾ ਸੀ, ਕਲਗੀਧਰ ਪਾਤਸ਼ਾਹ ਵੀ ਇਹਨੂੰ ਮੈਸੇਜ ਦਿਓ ਵੀ ਇਹ ਕਾਲਖ ਨਾ ਲਾਵੇ ਕਰੇ। ਕਹਿੰਦੇ ਪਰ ਮੈਂ ਉਹਨਾਂ ਨੂੰ ਅਖੀਰ ਨੂੰ ਇਹ ਕਹਿ ਦਿੱਤਾ ਵੀ ਤੁਸੀਂ ਮੇਰੀ ਦੁਕਾਨ 'ਤੇ ਆਉਣਾ ਤੇ ਆਇਆ ਕਰੋ, ਨਹੀਂ ਆਉਣਾ ਤੇ ਨਾ ਆਇਆ ਜੇ। ਮੈਨੂੰ ਇਹ ਗੱਲ ਨਾ ਕਿਹਾ ਕਰੋ ਪਰਤ ਕੇ। ਕਹਿੰਦੇ ਗੁਰੂ ਸਾਹਿਬ ਨੇ ਕੋਈ ਕਲਾ ਵਰਤਾਉਣੀ ਸੀ, ਉਹਨਾਂ ਨੇ ਕਹਿਣਾ ਛੱਡਤਾ। ਪਰ ਫਿਰ ਉਹਨੇ ਕਿਹਾ ਵੀ ਗਿਆਨੀ ਜੀ ਮੈਂ ਕਲਫ ਲਾਉਂਦਾ ਸੀ। ਇੱਕ ਦਿਨ ਮੈਂ ਉੱਥੇ ਸਾਹਮਣੇ ਦੁਪਹਿਰੀ ਆਇਆ ਪ੍ਰਸ਼ਾਦਾ ਛਕਣ ਵਾਸਤੇ, ਅਤੇ ਮੈਂ ਸਾਹਮਣੇ ਮੰਜੇ ਦੇ ਉੱਤੇ ਥੋੜ੍ਹਾ ਚਿਰ ਵਾਸਤੇ ਲੰਮਾ ਪੈ ਗਿਆ। ਅਤੇ ਲੰਮਾ ਪਿਆ ਜਦੋਂ, ਹੁਣ ਇਹਨੂੰ ਵਹਿਮ ਵਿੱਚ ਨਾ ਲੈ ਜਾਇਓ ਵੀ ਇਹ ਕੀ ਤੁਸੀਂ ਕੋਲੋਂ ਸੁਣਾਈ ਜਾਂਦੇ ਹੋ। ਕੁਝ ਚੀਜ਼ਾਂ ਇਤਿਹਾਸ ਲਿਖਿਆ ਹੁੰਦਾ ਹੈ, ਕੁਝ ਚੀਜ਼ਾਂ ਜਿਹੜੀਆਂ ਨੇ ਉਹ ਸਾਧ ਸੰਗਤ ਜੀ ਵਰਤਦੀਆਂ ਨੇ ਜੀਵਨ ਦੇ ਵਿੱਚ। ਉਹ ਕਹਿੰਦਾ ਮੈਂ ਜਦੋਂ ਲੰਮਾ ਪਿਆ ਤੇ ਮੇਰਾ ਕਮਰਾ ਇੱਕਦਮ ਇੰਨੇ ਪ੍ਰਕਾਸ਼ ਨਾਲ ਭਰਿਆ ਗਿਆ, ਅਤੇ ਸਾਹਮਣੇ ਕਲਗੀਧਰ ਪਾਤਸ਼ਾਹ ਦੇ ਮੈਨੂੰ ਹੋਏ ਦਰਸ਼ਨ। ਅਤੇ ਸਤਿਗੁਰਾਂ ਨੇ ਸਿਰਫ 2 ਬਚਨ ਕਹੇ, ਕਹਿੰਦੇ ਸਿੰਘਾ ਦਾੜੇ ਨੂੰ ਕਲਫ ਨਾ ਲਾਈ ਪਰਤ ਕੇ। ਮੈਨੂੰ ਅੱਜ ਤੈਨੂੰ ਆਪ ਕਹਿਣਾ ਪਿਆ ਹੈ। ਅਤੇ ਮਹਾਰਾਜ ਦੀਆਂ ਅੱਖਾਂ ਦੇ ਵਿੱਚੋਂ ਕਹਿੰਦੇ ਕਿਰਨਾਂ ਨਿਕਲ ਕੇ ਮੇਰੇ ਦਾੜੇ ਦੇ ਉੱਤੇ ਪਈਆਂ। ਕਹਿੰਦੇ ਗਿਆਨੀ ਜੀ ਜਿੱਦਣ ਦੀਆਂ ਉਹ ਕਿਰਨਾਂ ਮੇਰੇ ਦਾੜੇ 'ਤੇ ਪਈਆਂ ਨਾ, ਮੈਂ ਤੇਲ ਕੋਈ ਨਹੀਂ ਵੀ ਲਾਉਂਦਾ। ਮੇਰਾ ਉਦਣ ਦਾ ਦਾੜਾ ਇੰਨਾ ਸੋਹਣਾ ਹੈ ਵੀ ਜਿਹੜਾ ਵਹਿੰਦਾ ਉਹ ਪੁੱਛਦਾ ਇਹਨੂੰ ਕਿਹੜਾ ਤੇਲ ਲਾਉਣਾ ਤੂੰ। ਉਹ ਤੇਲ ਕਹਿੰਦੇ ਮੈਂ ਕੋਈ ਨਹੀਂ ਲਾਉਂਦਾ, ਇਹਦੇ ਉੱਤੇ ਤੇ ਗੁਰੂ ਦੀ ਦ੍ਰਿਸ਼ਟੀ ਪਈ ਹੋਈ ਹੈ। ਇਹ ਹੈ ਗੁਰੂ ਦਾ ਸਰੂਪ। ਇਹ ਹਨ ਮਹਾਰਾਜ ਦੀਆਂ ਬਰਕਤਾਂ ਜਿਹੜੀਆਂ ਅੱਜ ਵੀ ਵਰਤਦੀਆਂ ਨੇ। ਇਹ ਬੁੱਧੀ ਵਾਲੇ ਦੇ ਸਮਝ ਵਿੱਚ ਨਹੀਂ ਆਉਣੀਆਂ ਵੀ ਇਹ ਗੱਲਾਂ ਕਿਵੇਂ ਹੋਣਗੀਆਂ, ਕਿਉਂਕਿ ਉਹ ਕਹਿਣਗੇ ਵੀ ਸਾਨੂੰ ਉਹਦੀ ਵੀਡੀਓ ਬਣਾ ਕੇ ਵਿਖਾਓ। ਇਸ ਤਰ੍ਹਾਂ ਵੀਡੀਓ ਨਹੀਂ ਬਣਦੀਆਂ ਹੁੰਦੀਆਂ। ਵੀਡੀਓ ਬਣਾਉਣ ਵਾਸਤੇ ਮਰਨਾ ਪੈਂਦਾ ਹੈ, ਵੀਡੀਓ ਵੀ ਬਣ ਜਾਂਦੀਆਂ ਨੇ, ਵਿਖਾ ਵੀ ਦਿੰਦਾ ਗੁਰੂ ਸਾਰਾ ਕੁਝ। ਆਪਣੇ ਆਪੇ ਨੂੰ ਗੁਰੂ ਨੂੰ ਸੌਂਪਣਾ ਪੈਂਦਾ, ਫਿਰ ਗੁਰੂ ਸਾਰੀਆਂ ਵੀਡੀਓ ਵੀ ਵਿਖਾ ਦਿੰਦਾ, ਸਾਰਾ ਕੁਝ ਕਰ ਦਿੰਦਾ। ਤਾਂ ਗੁਰੂ ਸਾਹਿਬ ਨੂੰ ਸਮਾਪਤੀ ਦੇ ਨੇੜੇ ਹੋਈ ਹੈ। ਗੁਰੂ ਸਾਹਿਬ ਨੂੰ ਜਦੋਂ ਮੈਂ ਗੱਲ ਕਰ ਰਿਹਾ ਸੀ, ਜਿਹਦੇ ਸਿਪਾਹੀ ਦੇ ਅੰਦਰ ਸੰਤਤਾ ਹੀ ਹੋਵੇ, ਉਹਨੂੰ ਲਾਲ ਸ਼ਹੀਦ ਤਾਂ ਹੋਏ ਨੇ, ਉੱਥੇ ਬੇਪਰਵਾਹੀ ਸੀ ਅਤੇ ਸੰਤਤਾ ਹੀ ਸੀ। ਸਾਧ ਸੰਗਤ ਜੀ ਕਲਗੀਧਰ ਪਾਤਸ਼ਾਹ ਨੇ ਬਹਾਦਰ ਸ਼ਾਹ ਨੂੰ ਆਪਣੇ ਵੱਲੋਂ ਲਿਖਤ ਦਿੱਤੀ ਸੀ, ਅਤੇ ਸਾਰੇ ਬੰਦੇ ਲਿਖ ਕੇ ਦਿੱਤੇ ਸਨ ਕਿ ਇਹਨਾਂ ਬੰਦਿਆਂ ਨੇ ਝੂਠ ਬੋਲਿਆ, ਇਹਨਾਂ ਨੇ ਝੂਠੀਆਂ ਸਹੁੰਆਂ ਖਾ ਕੇ ਆਹ ਪਹਾੜੀ ਰਾਜੇ ਅਤੇ ਆਹ ਸੂਬਾ ਸਰਹੰਦ ਅਤੇ ਆਹ ਸਾਰੇ ਬੰਦੇ ਜਿਹੜੇ ਵਜੀਦ ਖਾਂ, ਸੁੱਚਾ ਆਨੰਦ, ਜਿਨ੍ਹਾਂ ਬੱਚੇ ਸ਼ਹੀਦ ਕਰਾਏ ਨੇ, ਔਰ ਸਮਾਣੇ ਦੇ ਜਿਹੜੇ ਜਲਾਦ ਜਿਹੜੇ ਸਨ, ਜਿਨ੍ਹਾਂ ਨੇ ਸਾਹਿਬਜ਼ਾਦੇ ਸ਼ਹੀਦ ਕੀਤੇ ਸਨ, ਜਿਨ੍ਹਾਂ ਨੇ ਪੀਰ ਬੁੱਧੂ ਸ਼ਾਹ ਨੂੰ ਮਾਰਿਆ ਸੀ ਵੀ ਇਹਨੇ ਗੁਰੂ ਕੀ ਸੇਵਾ ਕਿਉਂ ਕੀਤੀ ਹੈ, ਇਹ ਸਾਰੇ ਬੰਦੇ ਮਹਾਰਾਜ ਨੇ ਲਿਖ ਕੇ ਦਿੱਤੇ ਵੀ ਤੂੰ ਬਾਦਸ਼ਾਹ ਬਣਿਆ, ਇਹਨਾਂ ਨੂੰ ਸਜ਼ਾ ਦੇ ਦੇ, ਸਾਨੂੰ ਸ਼ਸਤਰ ਚਲਾਉਣ ਦਾ ਸ਼ੌਂਕ ਨਹੀਂ, ਤੂੰ ਬਾਦਸ਼ਾਹ, ਇਹਨਾਂ ਨੂੰ ਦੇ ਦੇ ਸਜ਼ਾ, ਅਤੇ ਜੇ ਸਜ਼ਾ ਦੇਵੇਂਗਾ ਤਾਂ ਠੀਕ ਹੈ, ਨਾ ਦੇਵੇਂਗਾ ਤਾਂ ਫਿਰ ਅਸੀਂ ਆਪ ਦਵਾ ਲਾਂਗੇ। ਇਹ ਗੱਲਬਾਤ ਤੋੜ ਦੱਖਣ ਤੱਕ ਚੱਲਦੀ ਰਹੀ, ਹਜ਼ੂਰ ਸਾਹਿਬ ਤੱਕ।
ਪਰ ਬਹਾਦਰ ਸ਼ਾਹ ਚੌਹਾਂ ਪਾਸਿਓਂ ਘੇਰਿਆ ਹੋਇਆ ਸੀ ਇੰਨੇ ਲੋਕਾਂ ਦਾ, ਇੰਨੇ ਕਾਜ਼ੀਆਂ ਦਾ, ਤੇ ਵਜੀਦ ਖਾਨ ਨੇ ਆਪਣੇ 2 ਸਿਪਾਹੀ ਗੁਰੂ ਸਾਹਿਬ ਦੇ ਪਿੱਛੇ ਲਾਏ ਹੋਏ ਸੀ ਵੀ ਗੁਰੂ ਸਾਹਿਬ ਨੂੰ ਕਤਲ ਕਰ ਦਿਓ ਤਾਂ ਮੇਰੀ ਜਾਨ ਬਚ ਸਕਦੀ ਏ, ਨਹੀਂ ਤੇ ਮੈਨੂੰ ਬਹਾਦਰ ਸ਼ਾਹ ਦੇ ਨੇੜੇ ਲੱਗੇ ਮੈਨੂੰ ਮਰਵਾ ਦੇਣਗੇ। ਇਹ 2 ਜਿਹੜੇ ਸਿਪਾਹੀ ਜਿਨ੍ਹਾਂ ਨੇ ਹਮਲਾ ਕੀਤਾ ਸੀ ਨਾ ਮਹਾਰਾਜ ਨੇ, ਜਸ਼ਮੇਦ ਖਾਨ ਤੇ ਗੁਲਮੇਖ ਖਾਨ, ਇਹ ਸਰਹੰਦ ਤੋਂ, ਸੂਬੇ ਸਰਹੰਦ ਨੇ ਭੇਜੇ ਸਨ ਮਹਾਰਾਜ ਵਾਸਤੇ। ਤਾਂ ਜਦੋਂ ਗੁਰੂ ਸਾਹਿਬ ਨੇ ਕਈ ਵਾਰੀ ਬਹਾਦਰ ਸ਼ਾਹ ਨੂੰ ਕਿਹਾ, ਮੈਂ ਗੱਲ ਕਰਨ ਲੱਗਾ ਸਿਰਫ ਕਿ ਗੁਰੂ ਨੂੰ ਕੋਈ ਖਰੀਦ ਨਹੀਂ ਸਕਦਾ। ਜਦੋਂ ਸਾਧ ਸੰਗਤ ਜੀ ਕਈ ਵਾਰੀ ਮਹਾਰਾਜ ਨੇ ਕਿਹਾ ਔਰੰਗਜ਼ੇਬ ਇਹਨੂੰ ਬਹਾਦਰ ਸ਼ਾਹ ਨੂੰ ਵੀ ਦੱਸ ਤੂੰ ਸਮਝੌਤਾ ਕੀਤਾ ਸੀ ਵੀ ਬਾਦਸ਼ਾਹ ਬਣੇਗਾ ਤੇ ਇਹਨਾਂ ਨੂੰ ਸਜ਼ਾ ਦੇਵੇਂਗਾ, ਹੁਣ ਸਜ਼ਾ ਕਿੱਦਣ ਦੇਵੇਂਗਾ? ਤੇ ਇਹ ਕਾਬੂ ਆ, ਕਿਉਂਕਿ ਜਿਹੜੇ ਬਾਦਸ਼ਾਹ ਹੁੰਦੇ ਨੇ ਕਈ ਵਾਰੀ ਕਮਜ਼ੋਰ ਹੁੰਦੇ ਨੇ, ਮੰਤਰੀ ਮੰਡਲ ਉਹਨਾਂ ਨੂੰ ਦਬਾ ਕੇ ਰੱਖਦਾ, ਫੈਸਲਾ ਤੇ ਉਹ ਕਰਨਾ ਚਾਹੁੰਦੇ ਨੇ, ਫੈਸਲਾ ਤੇ ਹੋਣ ਵਾਲਾ ਵੀ ਕਰਨਾ ਚਾਹੁੰਦਾ ਦਿੱਲੀ ਵਾਲਾ, ਪਰ ਫਸਿਆ ਆਲੇ ਦੁਆਲਿਆਂ ਦੇ ਵਿੱਚ ਕਈਆਂ ਕੋਲੋਂ ਇਹ ਲੈ ਬੈਠਾ ਹੁਣ ਮਾਇਆ ਜਾਦੀ, ਉਹਨਾਂ ਕੀ ਉਹਨਾਂ ਨੂੰ ਕਹਿੰਦੇ ਨੇ ਬਾਨੀ ਅਡਾਨੀ ਜਾਂ, ਹੁਣ ਫਸਿਆ ਪਿਆ ਵਿੱਚ, ਕਰੇ ਕੀ ਵਿਚਾਰਾ? ਪਤਾ ਤੈਨੂੰ ਲੱਗ ਗਿਆ ਵੀ ਮੈਨੂੰ ਮੰਨਣਾ ਪੈਣਾ, ਪਰ ਹੁਣ ਆਲੇ ਦੁਆਲੇ ਵਾਲੇ ਨਹੀਂ ਮੰਨਣ ਦਿੰਦੇ। ਬਹਾਦਰ ਸ਼ਾਹ ਕਹਿੰਦਾ ਵੀ ਮੈਨੂੰ ਆਲੇ ਦੁਆਲੇ ਵਾਲੇ ਕਾਜੀ ਮੁੱਲਾ ਇਹ ਕਹਿੰਦੇ ਗੁਰੂ ਨਾਲ ਸਮਝੌਤਾ ਨਹੀਂ ਕਰਨਾ, ਜੇ ਤੂੰ ਇਹਨਾਂ ਬੰਦਿਆਂ ਨੂੰ ਸਜ਼ਾ ਦੇ ਦਿੱਤੀ ਤੇ ਅਸੀਂ ਬਗਾਵਤ ਕਰ ਦੇਣੀ, ਤੇਰਾ ਤਖਤਾ ਅਸੀਂ ਪਲਟ ਦੇਣਾ। ਬਹਾਦਰ ਸ਼ਾਹ ਨੇ ਆਪਣੇ ਜਿਹੜੇ ਆਲੇ ਦੁਆਲੇ ਸਨ ਉਹਨਾਂ ਨੂੰ ਕਿਹਾ ਵੀ ਮੈਂ ਕਰਾਂ ਕਿ ਗੁਰੂ ਤੋਂ ਜਾਨ ਕਿਵੇਂ ਛਡਾਵਾਂ? ਉਹ ਕਹਿੰਦੇ ਜਾਨ ਛਡਾਉਣ ਵਾਲੀ ਕਿਹੜੀ ਗੱਲ ਹੈ, ਫਕੀਰ ਬੰਦਾ ਹੈ, ਇਹਨੂੰ ਕੋਈ 4 ਪੈਸੇ ਕੋਈ ਇਲਾਕਾ ਦੇ ਦੇ, ਸੂਬੇਦਾਰੀ ਦੇ ਦੇ, ਨੇ ਮੰਨ ਜਾਣਾ। ਬਹਾਦਰ ਸ਼ਾਹ ਕਹਿੰਦਾ ਐਵੇਂ ਤੇ ਮੰਨਣ ਵਾਲਾ ਗੁਰੂ ਨਹੀਂ। ਫਿਰ ਵੀ ਉਹਨਾਂ ਨੇ ਸਲਾਹ ਦਿੱਤੀ, ਤੇ ਜਿੱਥੇ ਅੱਜ ਗੁਰਦੁਆਰਾ ਗੋਦਾਵਰੀ ਦੇ ਕੰਢੇ ਦੇ ਉੱਤੇ ਹੀਰਾ ਘਾਟ ਗੁਰਦੁਆਰਾ ਹੈ, ਇੱਥੇ ਮਹਾਰਾਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਬੈਠੇ ਸੀ, ਤੇ ਇਹਦੇ ਮੰਤਰੀਆਂ ਨੇ ਕਿਹਾ ਗੁਰੂ ਨੂੰ ਕੋਈ ਚੰਗੀ ਸੌਗਾਤ, ਕੋਈ ਹੀਰਾ ਦੇ, ਤੇ ਇਹ ਲੈ ਕੇ ਨੇ ਚੁੱਪ ਕਰ ਜਾਣਾ। ਉਹ ਹੀਰਾ ਫਿਰ ਇਹਨੇ ਤੋਸ਼ੇਖਾਨੇ ਵਿੱਚੋਂ ਕੱਢਿਆ ਸੀ, ਜਿਹੜਾ ਹੀਰਾ ਕੱਢ ਕੇ ਨਾਲ ਮੰਤਰੀ ਲੈ ਕੇ ਤੇ ਗੁਰੂ ਗੋਬਿੰਦ ਸਿੰਘ ਨੂੰ ਮਿਲਣ ਜਾਂਦਾ ਗੋਦਾਵਰੀ ਦੇ ਕੰਢੇ ਤੇ। ਗੁਰੂ ਸਾਹਿਬ ਦਾ ਦੀਵਾਨ ਸਜਿਆ ਹੋਇਆ। ਜਦੋਂ ਵੇਖਿਆ ਬਹਾਦਰ ਸ਼ਾਹ ਆਇਆ, ਸਿੱਖ ਨੇ ਖਬਰ ਦਿੱਤੀ, ਕਹਿੰਦੇ ਲੈ ਕੇ ਆਓ, ਬਿਠਾ ਲਿਆ। ਜਦੋਂ ਬੈਠੇ ਤੇ ਉਹ ਹੀਰਾ ਤਾਂ ਲੈ ਕੇ ਗਿਆ ਸੀ ਵੀ ਗੁਰੂ ਸਾਹਿਬ ਨੂੰ ਦਿਆਂਗੇ, ਕਿਉਂਕਿ ਉਸ ਹੀਰੇ ਦੀ ਕੀਮਤ ਬਾਦਸ਼ਾਹ ਦੇ ਸਾਰੇ ਖਜ਼ਾਨੇ ਦੇ ਬਰਾਬਰ ਸੀ, ਉਹ ਇੰਨਾ ਮਹਿੰਗਾ ਹੀਰਾ ਸੀ ਵੀ ਗੁਰੂ ਸਾਹਿਬ ਲੈ ਕੇ ਚੁੱਪ ਕਰ ਜਾਣਗੇ, ਸੰਘਰਸ਼ ਬੰਦ ਕਰ ਦੇਣਗੇ, ਖਤਮ ਕਰ ਦੇਣਗੇ। ਬਹਾਦਰ ਸ਼ਾਹ ਨੇ ਗੁਰੂ ਸਾਹਿਬ ਦੇ ਅੱਗੇ ਹੀਰਾ ਰੱਖਦਿਆਂ ਹੋਇਆ ਇੱਕ ਗੱਲ ਕੀਤੀ, ਕਹਿਣ ਲੱਗਾ ਮਹਾਰਾਜ ਆਹ ਹੀਰਾ ਬੜਾ ਕੀਮਤੀ ਹੈ, ਆਹ ਤੁਸੀਂ ਫੜੋ, ਤੁਹਾਡੀ ਭੇਟਾ ਹੈ, ਆਨੰਦ ਲਵੋ, ਮੌਜਾਂ ਲਵੋ, ਹੋਰ ਦੱਸੋ ਕੀ ਸੇਵਾ ਕਰੀਏ, ਕੋਈ ਇਲਾਕਾ ਚਾਹੀਦਾ, ਆਰਾਮ ਨਾਲ ਰਵੋ, ਮੌਜਾਂ ਲੁੱਟੋ। ਮਹਾਰਾਜ ਗੱਲ ਸਮਝ ਗਏ ਸਾਰੀ ਵੀ ਸਾਨੂੰ ਖਰੀਦਣਾ ਚਾਹੁੰਦਾ। ਸਤਿਗੁਰੂ ਨੇ ਉਹ ਹੀਰਾ, ਗੋਦਾਵਰੀ ਚੱਲ ਰਹੀ ਸੀ, ਹੱਥ ਵਿੱਚ ਫੜ ਲਿਆ। ਕਹਿਣ ਲੱਗੇ ਬਹਾਦਰ ਸ਼ਾਹ ਇਹ ਹੀਰਾ ਕਿੰਨਾ ਕੁ ਮਹਿੰਗਾ ਹੈ? ਕਹਿਣ ਲੱਗਾ ਮਹਾਰਾਜ ਇਹਦੇ ਨਾਲ ਤੇ ਭਾਵੇਂ ਤੁਸੀਂ ਸਾਰਾ ਮੁਲਕ ਖਰੀਦ ਲਵੋ, ਸਾਰੀ ਉਮਰ ਤੁਹਾਡੀ ਆਨੰਦ ਨਾਲ ਮੌਜਾਂ ਨਾਲ ਲੰਘੇ। ਮਹਾਰਾਜ ਉਹਨੂੰ ਇਸ ਤਰ੍ਹਾਂ ਹੱਥ ਦੇ ਵਿੱਚ ਫੜ ਕੇ ਇਸ ਤਰ੍ਹਾਂ ਕਰਦੇ ਨੇ। ਕਹਿਣ ਲੱਗੇ ਅੱਛਾ ਬੜਾ ਕੀਮਤੀ ਹੈ। ਇੰਨੀ ਗੱਲ ਕਹਿੰਦਿਆਂ ਕਹਿੰਦਿਆਂ ਕਲਗੀਧਰ ਪਾਤਸ਼ਾਹ ਦੇ ਚਿਹਰੇ ਦੇ ਤੇਵਰ ਬਦਲ ਗਏ, ਜੋਸ਼ ਵਿੱਚ ਆ ਗਏ। ਜੋਸ਼ ਵਿੱਚ ਆ ਕੇ ਸਾਰੇ ਬਹਾਦਰ ਸ਼ਾਹ ਦੇ ਮੰਤਰੀ, ਬਹਾਦਰ ਸ਼ਾਹ ਬੈਠਾ, ਕਹਿਣ ਲੱਗੇ ਬਹਾਦਰ ਸ਼ਾਹ ਇਸ ਹੀਰੇ ਦੇ ਨਾਲ ਭਾਵੇਂ ਸਾਰੀ ਧਰਤੀ ਖਰੀਦੀ ਜਾਏ, ਤੂੰ ਗੁਰੂ ਗੋਬਿੰਦ ਸਿੰਘ ਨੂੰ ਨਹੀਂ ਖਰੀਦ ਸਕਦਾ। ਇੰਨੀ ਕਹਿ ਕੇ ਮਹਾਰਾਜ ਨੇ ਹੀਰਾ ਗੋਦਾਵਰੀ ਵਿੱਚ ਵਗਾ ਦਿੱਤਾ। ਉੱਥੇ ਗੁਰਦੁਆਰਾ ਹੀਰਾ ਘਾਟ, ਸਮਝੌਤਾ ਟੁੱਟ ਗਿਆ ਉਸ ਥਾਂ 'ਤੇ। ਔਰ ਗੁਰੂ ਸਾਹਿਬ ਨੇ ਐਲਾਨ ਕਰ ਦਿੱਤਾ, ਕਹਿਣ ਲੱਗੇ ਅੱਜ ਤੋਂ ਪਰਤ ਕੇ ਮੈਂ ਤੈਨੂੰ ਨਹੀਂ ਕਹਿਣਾ ਵੀ ਨਿਆਂ ਕਰੀ, ਹੁਣ ਨਿਆਂ ਅਸੀਂ ਆਪਣੇ ਖਾਲਸੇ ਤੋਂ ਆਪ ਹੀ ਕਰਾਵਾਂਗੇ। ਉੱਥੇ ਹੀ ਬੰਦਾ ਸਿੰਘ ਬਹਾਦਰ ਨੂੰ ਸੱਦ ਕੇ ਤੇ 5 ਸਿੰਘ ਨਾਲ ਦਿੱਤੇ ਤੇ 5 ਤੀਰ ਦਿੱਤੇ, ਤੇ ਨਾਲ ਉਹ ਹੀ ਲਿਸਟ ਫੜਾ ਦਿੱਤੀ ਜਿਹੜੀ ਸਰਕਾਰ ਨੂੰ ਦਿੱਤੀ ਸੀ ਵੀ ਇਹਨਾਂ ਨੂੰ ਸਜ਼ਾ ਦੇਣੀ ਹੈ। ਉਹ ਹੀ ਲਿਸਟ ਖਾਲਸੇ ਪੰਥ ਨੂੰ ਦੇ ਦਿੱਤੀ। ਕਹਿਣ ਲੱਗੇ ਆਹ ਮੁਰਜਮ ਨੇ ਪੰਥ ਦੇ, ਤੇ ਇਹਨਾਂ ਨੂੰ ਹੁਣ ਜਾ ਕੇ ਸਜ਼ਾ ਦੇਣੀ। ਉੱਧਰ ਬੰਦਾ ਸਿੰਘ ਬਹਾਦਰ ਨੂੰ ਭੇਜਿਆ, ਇੱਧਰ ਮਹਾਰਾਜ 'ਤੇ ਹਮਲਾ ਹੋਇਆ। ਗੁਰੂ ਸਾਹਿਬ ਨੇ ਚੋਲਾ ਬਦਲਿਆ। ਤਾਂ ਕਹਿਣ ਤੋਂ ਭਾਵ ਜੋ ਸੰਤ ਸਿਪਾਹੀ ਹੈ ਨਾ, ਜਿਹਦੀ ਤਹਿ ਦੇ ਵਿੱਚ ਇੱਕ ਤੁਕ ਵਿੱਚ ਨਾ ਰਹਿ ਜਾਏ, ਮੈਂ ਸਮਾਪਤੀ ਗੁਰਬਾਣੀ ਦੀ ਤੁਕ ਹੈ, ਥਾਲ ਵਿੱਚ 3 ਵਸਤੂ ਪਈਓ, 7 ਸੰਤੋਖ
ਵਿਚਾਰੋ। ਸੰਤੋਖ ਹੈ ਉਹਦੇ ਵਿੱਚ ਤੇ ਵਿਚਾਰ ਉੱਚੀ ਆਪਣੇ ਆਪ ਆ ਜਾਂਦੀ। ਜਿੱਥੇ ਸੰਤੋਖ ਹੋਵੇਗਾ ਵਿਚਾਰ ਆਪਣੇ ਆਪ ਹੀ ਉੱਚੀ ਬਣ ਜਾਂਦੀ। ਪਰ ਉਹਦੀ ਤਹਿ ਵਿੱਚ ਕੀ ਇਹਨਾਂ ਚੀਜ਼ਾਂ ਦੀ? ਉਹਦੀ ਤਹਿ ਵਿੱਚ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰੋ। ਇਹਨਾਂ ਚੀਜ਼ਾਂ ਤਿੰਨਾਂ ਦਾ ਆਧਾਰ ਜਿਹੜਾ ਉਹ ਅੰਮ੍ਰਿਤ ਨਾਮ ਰੂਪ ਬੰਦਗੀ ਰੂਪ ਹੈ, ਭਜਨ ਰੂਪ ਹੈ। ਸੋ ਲਾਲਾਂ ਨੇ ਕੁਰਬਾਨੀਆਂ ਜਿਹੜੀਆਂ ਸਿੰਘਾਂ ਨੇ ਇਹਨਾਂ ਦਿਨਾਂ ਵਿੱਚ ਉਹ ਸੰਤੋਖ ਤੇ ਨਾਮ ਦੇ ਆਧਾਰ ਤੇ ਕੀਤੀਆਂ ਤੇ ਸੰਤ ਸਿਪਾਹੀ ਦਾ ਕਨਸੈਪਟ ਕੀਤਾ। ਸੋ ਆਓ 1-2 ਮਿੰਟ ਵਾਸਤੇ, ਭਾਵੇਂ ਸਮਾਂ ਬਹੁਤ ਹੋ ਗਿਆ, ਉਹਨਾਂ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ, ਲਾਲਾਂ ਦੀ ਯਾਦ ਦੇ ਵਿੱਚ ਸਿਮਰਨ ਕਰਕੇ ਸਮਾਪਤੀ ਕਰੀਏ। ਸਾਰੇ ਕਿਰਪਾ ਕਰੋ। ਵਾਹਿਗੁਰੂ 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 ਸੋ ਸਾਧ ਸੰਗਤ ਜੀ, ਆਪ ਸਮੂਹ ਸੰਗਤ ਦਾ ਬਹੁਤ